एक्ट रद्द करन दा वो भी इसे तरीके नाल लिआंदा सी कि किसी नूं दिखाया नहीं। सवेरे सैशन बुलाया 10 बजे आप आए, वो बिल रखिया तो कहंदे शाम नूं असीं सुप्रीम कोर्ट तक जाना है तो पानियां दा एक्ट रद्द करना है। उस टाइम डिस्कशन करा के उन्होंने पास कराया। एक वड्डी प्रोविजन सैक्शन 5 दी जिहड़ा सब तो वड्डा धोखा पंजाब सरकार नाल उदों पंजाब दी जनता नाल किसानी नाल कीता, सैक्शन 5 पा के जिथे कैप्टन अमरिंदर सिंह ने जिहड़े पुराने जिन्ना पानी उस तरीक तक जांदा सी हरियाणे नूं ते राजस्थान नूं सारा ही लीगल करता, रिपेरियन राइट ही खत्म करता। तो इमीजिएटली क्योंकि उदों प्रैशर इन्ना सी करके 3 बजे गवर्नर नूं करके उत्थे ऐलान करता तो अपने आप नूं बड़े ढोल खड़काए कि मैं पानियां दा राखां ते ओही ते बाद सारिਆਂ ਨੂੰ पता लग गया सुप्रीम कोर्ट ने ਉਹਨੂੰ ਉਸੇ ਨੂੰ ਰੱਦ ਕੀਤਾ ਤੇ ਉਸੇ ਨੂੰ ਕੋਰਟ ਕੀਤਾ। ਜਦੋਂ ਪਾਣੀਆਂ ਦੀ ਗੱਲ ਆਈ 3 ਮਹੀਨਿਆਂ ਦੀ ਜਿਹੜੀ ਪੰਜਾਬ ਦੇ ਕਿਸਾਨਾਂ ਵਿੱਚ ਬੇਚੈਨੀ 3 ਆਰਡੀਨੈਂਸ ਬਾਰੇ ਚੱਲ ਰਹੀ ਸੀ। ਸੈਂਟਰ ਦੀ ਸਰਕਾਰ ਨੇ 3 ਆਰਡੀਨੈਂਸ ਲਿਆਂਦੇ ਜਿਨ੍ਹਾਂ ਨੂੰ ਬਿੱਲ ਵਿੱਚ ਕਨਵਰਟ ਕੀਤਾ, ਜਿੱਥੇ ਪੰਜਾਬ ਦੀ APMC ਮੰਡੀ ਨੂੰ ਉਹਦਾ ਦਾਇਰਾ ਘਟਾ ਕੇ ਬਿਲਕੁਲ ਛੋਟਾ ਕਰਤਾ ਤੇ ਬਾਕੀ ਸਾਰੇ ਨੂੰ ਆਪਣੇ ਕੰਟਰੋਲ ਵਿੱਚ ਟ੍ਰੇਡ ਏਰੀਆ ਦੇ ਨਾਂ ਤੇ ਕੰਟਰੋਲ ਕਰਕੇ ਆਪਣੇ ਐਕਟ ਬਣਾਤੇ, ਜਿੱਥੇ ਕਾਰਪੋਰੇਟ ਘਰਾਣਿਆਂ ਨੂੰ ਅਲਾਓ ਕਰਤਾ ਤੁਸੀਂ ਆਓ ਖੁੱਲੀ ਛੁੱਟੀ ਆ ਤੁਹਾਨੂੰ ਜੋ ਮਰਜ਼ੀ ਖਰੀਦੋ, ਤੁਹਾਡੇ ਤੇ ਕੋਈ ਕਾਨੂੰਨ ਨਹੀਂ, ਸਾਡਾ ਕਾਨੂੰਨ ਹੋਊਗਾ, ਤੁਹਾਨੂੰ ਕੋਈ ਟੈਕਸ ਦੇਣ ਦੀ ਲੋੜ ਨਹੀਂ, ਕਿਸੇ ਚੀਜ਼ ਦੀ ਕੁਝ ਲੋੜ ਨਹੀਂ। ਆ ਸਾਰਾ ਕੀਤਾ। ਕਿਸਾਨਾਂ ਦੀ ਬੜੀ ਬੇਚੈਨੀ ਸੀ। MSP ਬਾਰੇ ਜਿਹੜੀ ਸ਼ੰਕਾ ਸੀ ਕੋਈ ਉਹਨਾਂ ਨੇ ਉਹਦੀ ਦੂਰ ਨਹੀਂ ਕੀਤੀ ਕਿ MSP ਦੀ ਖਰੀਦ ਹੋਊਗੀ, ਕੋਈ ਜੋ ਮੰਗ ਸੀ ਕਿ ਕਾਨੂੰਨ ਵਿੱਚ ਲਾਇਆ ਜਾਏ, ਕੁਛ ਨਹੀਂ ਕੀਤਾ। ਤੇ ਜਦੋਂ ਕੁਛ ਨਹੀਂ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਹਿਲਾ ਸਟੈਂਡ ਪਹਿਲੇ ਦਿਨ ਤੋਂ ਸੀ ਕਿ ਜੇ ਕਿਸਾਨਾਂ ਦੇ ਹੱਕ ਲਈ ਕੁਛ ਵੀ ਕੁਰਬਾਨੀ ਦੇਣੀ ਅਸੀਂ ਕਰਾਂਗੇ। ਸਾਡੀ ਮੰਤਰੀ ਉਦੋਂ ਹਰਸਿਮਰਤ ਕੌਰ ਬਾਦਲ ਨੇ ਉੱਥੋਂ ਅਸਤੀਫਾ ਵੀ ਦਿੱਤਾ ਪਾਰਲੀਮੈਂਟ 'ਚ ਤੇ ਅਸੀਂ NDA ਨਾਲ 30 ਸਾਲ ਪੁਰਾਣਾ ਰਿਸ਼ਤਾ ਅਸੀਂ ਤੋੜ ਵੀ ਦਿੱਤਾ, ਕਿਉਂਕਿ ਸਾਡੇ ਵਾਸਤੇ ਕਿਸਾਨ ਪਿਆਰਾ ਹੈ, ਪੰਜਾਬ ਪਿਆਰਾ ਹੈ। ਤੇ ਸ਼੍ਰੋਮਣੀ ਅਕਾਲੀ ਦਲ ਦੇ ਜਦ ਇਤਿਹਾਸ ਦੇਖੋ, ਅਸੀਂ ਲੜਾਈ ਕਿਸਾਨਾਂ ਦੀ, ਗਰੀਬਾਂ ਦੀ, ਮਜ਼ਦੂਰਾਂ ਦੀ, ਪੰਜਾਬੀਆਂ ਵਾਸਤੇ ਲੜਦੇ ਰਹੇ ਹਾਂ। ਪਿਛਲੇ ਕਾਫੀ ਸਮੇਂ ਤੋਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ। ਕਈ ਕਿਸਾਨ ਵੀਰਾਂ ਨੇ ਆਪਣੀਆਂ ਜਾਨਾਂ ਵੀ ਦੇਤੀਆਂ ਸੰਘਰਸ਼ ਆ ਪੰਜਾਬ ਦੇ ਬਿੱਲਾਂ, ਆ ਜਿਹੜੇ 3 ਸੈਂਟਰ ਦੇ ਮੋਦੀ ਦੇ ਬਿੱਲ ਹੈ ਉਹਨਾਂ ਦੇ ਖਿਲਾਫ। ਉਹਨਾਂ ਦੀ ਮੰਗ ਕੱਲੀ 3 ਮੰਗਾਂ ਜਾਂ 4 ਮੰਗਾਂ ਕਿ ਆ ਤਿੰਨੇ ਆਰਡੀਨੈਂਸ ਐਕਟ ਜਿਹੜੇ ਪਾਸ ਕੀਤੇ ਗਏ ਹੈ, ਆ ਤਿੰਨੇ ਐਕਟਾਂ ਨੂੰ ਰੱਦ ਕੀਤਾ ਜਾਏ। MSP ਤੇ ਖਰੀਦ ਯਕੀਨੀ ਕਾਨੂੰਨੀ ਬਣਾਈ ਜਾਏ। MSP ਤੇ ਸਾਰੀ ਫਸਲ ਪਹਿਲੀ ਤਾਂ MSP ਹਰ ਸਾਲ ਡਿਕਲੇਅਰ ਕੀਤੀ ਜਾਏ, 22 ਫਸਲ ਜਿੰਨੀਆਂ ਫਸਲਾਂ, ਤੇ MSP ਤੇ ਖਰੀਦ ਯਕੀਨੀ ਕੀਤੀ ਜਾਏ। ਕਿਸਾਨ ਜਥੇਬੰਦੀਆਂ ਨਾਲ ਪੰਜਾਬ ਸਰਕਾਰ ਦੀ ਗੱਲ ਚੱਲਦੀ ਰਹੀ ਤੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਅਸੈਂਬਲੀ ਦਾ ਸੈਸ਼ਨ ਬੁਲਾਉਣੇ ਆ। ਮੈਂ ਐਕਟ ਪਾਸ ਕਰਦਾ। ਮੈਂ ਕੈਪਟਨ ਸਾਹਿਬ ਨੂੰ, ਤੁਸੀਂ ਯਾਦ ਹੋਣਾ, ਮੈਂ ਪੰਜਾਬ ਦੀ ਸਰਕਾਰ ਨੂੰ ਕਾਫੀ ਦੇਰ ਦਾ ਇੱਕੋ ਹੀ ਗੱਲ ਕਰ ਰਿਹਾ ਕਿ ਅਸੀਂ ਵੱਡੇ ਕਾਨੂੰਨ ਜਿਹੜੇ ਬਣਾਉਂਦੇ ਆ ਉਹਨਾਂ ਨਾਲ ਸਲਾਹ ਕੀਤੀ ਹੈ। ਉਹਨਾਂ ਨੇ ਇੱਕੋ ਹੀ ਰਾਏ ਦਿੱਤੀ ਹੈ ਕਿ ਜੇ ਤੁਸੀਂ ਸੈਂਟਰ ਦੇ ਕਾਨੂੰਨ ਤੋਂ ਬਚਣਾ, 3 ਐਕਟਾਂ ਤੋਂ ਬਚਣਾ ਹੈ ਤਾਂ ਬਚ ਸਕਦੇ ਹੋ। ਜੇ ਤੁਸੀਂ ਪੰਜਾਬ ਦੀ ਅਸੈਂਬਲੀ ਸਾਰੇ ਪੰਜਾਬ ਨੂੰ APMC ਮਾਰਕੀਟ ਇੱਕ ਯਾਰਡ ਡਿਕਲੇਅਰ ਕਰ ਦੇ ਤੇ ਫਿਰ ਤੁਸੀਂ ਉਹ ਜਿਹੜੇ ਸੈਂਟਰ ਦੇ ਕਾਨੂੰਨ ਨਹੀਂ ਲਾਗੂ ਹੋਣਗੇ। APMC ਐਕਟ ਪੂਰੇ ਪੰਜਾਬ ਨੂੰ ਯਾਰਡ ਡਿਕਲੇਅਰ ਕਰਨ ਵਾਸਤੇ ਸਾਨੂੰ ਕੋਈ ਰਾਸ਼ਟਰਪਤੀ ਦੀ ਜਾਂ ਸੈਂਟਰ ਦੇ ਪਾਰਲੀਮੈਂਟ ਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਜਾਂ ਮਜਬੂਰੀ ਦੀ ਲੋੜ ਨਹੀਂ। ਆ ਐਕਟ ਕੌਂਸਟੀਟਿਊਸ਼ਨ ਦੇ ਥੱਲੇ
APMC ਐਕਟ ਪੰਜਾਬ ਦੇ ਅਧਿਕਾਰ ਪੰਜਾਬ ਦੀ ਅਸੈਂਬਲੀ ਦੇ ਥੱਲੇ ਅਧਿਕਾਰ 'ਚ ਹੈ। ਅਸੀਂ ਪਿਛਲੇ 1961 'ਚ APMC ਐਕਟ ਬਣਿਆ। ਇਸ ਐਕਟ ਨੇ ਸਾਰੇ ਲੀਗਲ ਸਕਰੂਟਨੀ ਦੇ ਥਰੂ ਤੋਂ ਨਿਕਲਿਆ। ਆ ਸੁਪਰੀਮ ਤੋਂ ਕੋਰਟ ਤੱਕ ਇਸ ਐਕਟ ਨੂੰ ਪ੍ਰੋਟੈਕਟ ਕੀਤਾ ਸੁਪਰੀਮ ਕੋਰਟ ਨੇ ਤੇ ਕੌਂਸਟੀਟਿਊਸ਼ਨ ਨੇ। ਆ ਲਾਤ ਸੀ, ਪਰ ਕਿਉਂਕਿ ਕੈਪਟਨ ਦੇ ਮਨ 'ਚ ਸ਼ੈਤਾਨੀ, ਕਿਉਂਕਿ ਕੈਪਟਨ ਦੀ ਸੋਚ ਤੇ ਗਵਰਨਮੈਂਟ ਆਫ ਇੰਡੀਆ ਦੀ ਸੋਚ ਇੱਕੋ ਇੱਕ ਹੈ। ਤੁਸੀਂ ਕਾਂਗਰਸ ਦਾ ਮੈਨੀਫੈਸਟੋ 2017 ਦਾ, ਪਿਛਲੇ ਸਾਲ ਦਾ ਵੀ ਦੇਖੋ, ਉਹਨਾਂ ਨੇ ਕਲੀਅਰ ਕੀਤਾ। ਰਾਹੁਲ ਗਾਂਧੀ ਨੇ ਆਪਣੇ ਮੈਨੀਫੈਸਟੋ 'ਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਦੋਂ ਕਲੀਅਰ ਕੀਤਾ ਸੀ ਕਿ ਸਾਡੀਆਂ ਸਰਕਾਰਾਂ ਆਉਣਗੀਆਂ, ਅਸੀਂ ਪ੍ਰਾਈਵੇਟ ਮੰਡੀਆਂ ਖੋਲਾਂਗੇ, ਅਸੀਂ ਪ੍ਰਾਈਵੇਟ ਈ ਟ੍ਰੇਡਿੰਗ ਕਰਾਂਗੇ। ਜੋ ਸੈਂਟਰ ਦੀ ਸਰਕਾਰ ਦੇ 3 ਐਕਟਾਂ 'ਚ ਲਿਖਿਆ ਹੈ, ਉਹੀ ਚੀਜ਼ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। 2017 ਦੇ ਵਿੱਚ ਉਹਨਾਂ ਨੇ ਸਰਕਾਰ ਬਣਤੇ ਹੀ ਉਹ ਐਕਟ ਇਮੀਡੀਏਟਲੀ ਪਾਸ ਕੀਤੇ, ਅੱਜ ਤੱਕ ਲਾਗੂ ਹੈ। ਜਿਹੜਾ ਵੱਡਾ ਫਰਾਡ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਡਰਾਮਾ ਕੀਤਾ, ਆ ਜਿਹੜਾ ਪੰਜਾਬ ਦੀ ਅਸੈਂਬਲੀ 'ਚ ਆ ਲਿਆ ਕੇ ਕਿਹਾ ਕੁਛ, ਕੀਤਾ ਕੁਛ। ਉੱਥੋਂ ਜੋ ਅਸੈਂਬਲੀ 'ਚ ਸੈਸ਼ਨ ਸ਼ੁਰੂ ਹੋਇਆ, ਪਹਿਲੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ, ਦੂਜੀਆਂ ਪੋਲੀਟੀਕਲ ਪਾਰਟੀ, ਆਮ ਆਦਮੀ ਪਾਰਟੀ ਦੀ ਵੀ, ਤੇ ਸਾਰੀ ਜਥੇਬੰਦੀਆਂ ਲੋਕਾਂ ਦੀ ਮੰਗ ਸੀ ਕਿ ਕੈਪਟਨ ਨੇ ਕਿਹਾ ਜੀ ਮੈਂ ਐਕਟ ਲੈ ਕੇ ਆਊਂਗਾ। ਸਾਰਿਆਂ ਨੂੰ ਉਮੀਦ ਸੀ ਕਿ ਬੜਾ ਸੋਚ ਸਮਝ ਕੇ ਲੀਗਲ ਓਪੀਨੀਅਨ ਲੈ ਕੇ ਕੋਈ ਇਹੋ ਜਿਹੀ ਚੀਜ਼ ਕਰੂਗਾ ਜਿਹਦੇ ਨਾਲ ਪੰਜਾਬ ਦਾ ਕਿਸਾਨਾਂ ਦਾ ਭਲਾ ਹੋਊਗਾ। ਆ ਜਿਹੜੀ ਆਪਣੇ ਉੱਤੇ ਤਲਵਾਰ ਲੜਕਦੀ ਹੈ, ਉਹ ਤਲਵਾਰ ਤੋਂ ਖਹਿੜਾ ਛੁੱਟੂਗਾ। ਪਰ ਕੈਪਟਨ ਦੇ ਮਨ 'ਚ ਖੋਟ ਸੀ, ਚੋਰੀ ਸੀ, ਬੇਈਮਾਨੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਅਸੀਂ ਕਿਹਾ ਸਾਨੂੰ 1 ਦਿਨ ਪਹਿਲੇ ਜਾਂ 2 ਦਿਨ ਪਹਿਲੇ ਸਾਨੂੰ ਉਹ ਐਕਟ ਨੂੰ ਦਿਖਾਇਆ ਜਾਏ, ਸੋ ਅਸੀਂ ਪੜ੍ਹ ਲਈਏ, ਪੜ੍ਹ ਕੇ ਜੇ ਕੋਈ ਕਮੀਆਂ ਲੱਗਦੀਆਂ ਅਸੀਂ ਉੱਥੇ ਰੱਖ ਸਕੀਏ ਤੇ ਅਸੀਂ ਰਲ ਮਿਲ ਕੇ, ਕਿਉਂਕਿ ਅਸੀਂ ਕੈਪਟਨ ਸਾਹਿਬ ਨੂੰ ਤੇ ਪੂਰੇ ਪਹਿਲੇ ਕਹਿਤਾ ਸੀ ਕਿ ਜੇ ਕਿਸਾਨਾਂ ਦੇ ਹਿੱਤ ਵਿੱਚ ਜੋ ਵੀ ਕਾਨੂੰਨ ਤੁਸੀਂ ਲੈ ਕੇ ਆਓਗੇ, ਕੋਈ ਵੀ ਐਕਟ ਬਣਾਓਗੇ, ਅਸੀਂ ਤੁਹਾਡੇ ਨਾਲ ਹੈ, ਸਾਰਾ ਹਾਊਸ ਨਾਲ ਹੈ, ਸਾਰੇ ਪੂੰਜਾ ਪੰਜਾਬ ਨਾਲ ਹੈ। ਕੈਪਟਨ ਸਾਹਿਬ ਨੇ ਇਹਦਾ ਫਾਇਦਾ ਚੱਕਿਆ। ਉਸ ਦਿਨ ਸਵੇਰੇ 10 ਵਜੇ, ਰਾਤ ਤੱਕ ਵੀ ਨਹੀਂ, ਤੁਸੀਂ ਦੇਖੋ ਕੈਪਟਨ ਨੇ ਆਪਣੇ ਕੈਬਨਿਟ ਨੂੰ ਵੀ ਮੈਨੂੰ ਲੱਗਦਾ ਤੁਕ ਨਹੀਂ ਦੱਸਿਆ, ਕਿਉਂਕਿ ਉਹਦੀ ਗੱਲ ਸਿੱਧੀ ਸੈਂਟਰ ਨਾਲ ਚੱਲ ਰਹੀ ਸੀ। ਕੈਬਨਿਟ ਤੋਂ ਵੀ ਤੁਸੀਂ ਦੇਖੋ ਕਾਂਗਰਸ ਦੇ ਨਹੀਂ ਚਾਲੂ ਹੈ, ਕੈਬਨਿਟ 'ਚ ਆ ਜਾਂਦਾ ਪਹਿਲੇ ਤੇ ਪਤਾ ਲੱਗ ਜਾਣਾ ਸੀ 1 ਦਿਨ ਪਹਿਲੇ। ਕੈਬਨਿਟ 'ਚ ਵੀ ਨਹੀਂ ਲਿਆਂਦਾ, ਕੈਬਨਿਟ ਵਿੱਚ 1 ਦਿਨ ਪਹਿਲੇ ਰੈਜ਼ੋਲੂਸ਼ਨ ਪਾਸ ਕਰਤੀ ਕਿ ਅਸੀਂ ਸਾਰਾ ਕੁਝ ਆਥੋਰਾਈਜ਼ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਨੂੰਨ ਲਿਆਉਣ ਵਾਸਤੇ। ਮੈਂ ਪਹਿਲੀ ਵਾਰ ਦੇਖਿਆ ਹੈ ਕਿ ਕੈਬਨਿਟ ਇੱਕ ਕਾਨੂੰਨ ਆ ਰਿਹਾ ਹੈ, ਕਾਨੂੰਨ 'ਚ ਕੈਬਨਿਟ ਦੀ ਕੋਈ ਬਹਿਸ ਨਹੀਂ, ਕੋਈ ਡਿਸਕਸ਼ਨ ਨਹੀਂ, ਇਕੱਲੇ ਅਮਰਿੰਦਰ ਸਿੰਘ ਤੇ ਛੱਡ ਦਿੰਦੇ ਹੋ। ਕਿਉਂ ਛੱਡ ਰਹੇ ਹੋ? ਕਿਉਂਕਿ ਤੁਹਾਡੇ ਮਨ 'ਚ ਖੋਟ ਹੈ ਕਿ ਤੁਸੀਂ ਦੱਸਣਾ ਨਹੀਂ ਚਾਹੁੰਦੇ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਅਗਲੇ ਦਿਨ ਫੈਸਲਾ ਕੀਤਾ, ਸਵੇਰੇ ਪਹਿਲੇ ਆਉਣ ਸਾਰ ਸਾਡੇ ਸ਼ਰਨਜੀਤ ਢਿੱਲੋਂ ਜੀ, ਸਾਡੇ ਲੀਡਰਾਂ, ਵਿਕਰਮ ਮਜੀਠੀਆ ਜੀ ਨੇ ਕਿਹਾ ਕਿ ਸਾਨੂੰ ਜੇ ਤੁਸੀਂ ਅੱਜ ਲਿਆਉਣਾ ਹੈ, ਤੁਸੀਂ ਅੱਜ ਐਕਟ ਦਿਓ ਸਾਨੂੰ ਫਿਰ ਜੌਨ ਕਰ ਦਿਓ ਹਾਊਸ ਨੂੰ, ਸਾਨੂੰ ਪੜ੍ਹ ਲੈਣ ਦਿਓ ਕਿ ਇਹਦੇ 'ਚ ਕੀ ਲਿਖਿਆ, ਫਿਰ ਤੁਸੀਂ 1 ਦਿਨ ਦਾ ਬ੍ਰੇਕ ਦੇ ਦਿਓ, ਅਸੀਂ ਸਾਰਾ ਪੜ੍ਹ ਕੇ। ਪਰ ਸ਼ੈਤਾਨੀ ਸੀ ਉਹਨਾਂ ਦੇ ਮਨ 'ਚ। ਉਹਨੇ ਕਿਹਾ ਨਹੀਂ, ਉਹਨੇ ਉਸੇ ਟਾਈਮ ਸਪੀਕਰ ਨੇ ਡਿਸਕਸ਼ਨ ਸ਼ੁਰੂ ਕਰਤੀ ਤੇ ਦੋ ਜਿਹੜੇ ਘੰਟਿਆਂ ਦੇ ਅੰਦਰ ਰੈਜ਼ੋਲੂਸ਼ਨ ਪਾਸ ਕਰਤਾ। ਉਹ ਰੈਜ਼ੋਲੂਸ਼ਨ ਕੀ ਸੀ? ਕੈਪਟਨ ਸਾਹਿਬ ਉੱਠੇ, ਰੈਜ਼ੋਲੂਸ਼ਨ ਹੋਰ ਹੈ ਤੇ ਕਾਨੂੰਨ ਐਕਟ ਦੇ ਬਾਰੇ ਥੱਲੇ ਹੋਰ ਕੁਝ ਸੀ। ਰੈਜ਼ੋਲੂਸ਼ਨ ਹੈ ਕਿ ਪੰਜਾਬ ਅਸੈਂਬਲੀ, ਪੰਜਾਬ ਸਰਕਾਰ ਐਕਟ ਪਾਸ ਕਰਦੀ ਹੈ ਰੈਜ਼ੋਲੂਸ਼ਨ ਵਿੱਚ ਕਿ ਸੈਂਟਰ ਦੇ 3 ਕਾਨੂੰਨਾਂ ਨੂੰ ਰੱਦ ਕਰਦੀ ਹੈ ਤੇ ਫੈਸਲਾ ਕਰਦੀ ਹੈ, ਲਿਖਦੀ ਹੈ ਕਿ ਸੈਂਟਰ ਸਰਕਾਰ ਹਰ ਸਾਲ MSP ਨੂੰ ਲੀਗਲ ਰਾਈਟ ਬਣਾਏ ਤੇ MSP ਤੇ ਖਰੀਦੀ ਜਾਏ, ਹਰ ਫਸਲ ਇੱਕ ਤਿਨਕਾ, ਸਾਰੀ ਫਸਲਾਂ ਖਰੀਦੀਆਂ ਜਾਣ। ਆਹ ਰੈਜ਼ੋਲੂਸ਼ਨ ਹੈ। ਜਦੋਂ ਪੜ੍ਹਿਆ ਸਾਰੀ ਪਾਰਟੀ ਨੇ, ਜਿਵੇਂ ਸਾਡਾ ਸਟੈਂਡ ਸੀ ਕਿ ਆ 3 ਰੱਦ ਹੋਣੇ ਤੇ ਅਸੀਂ ਸਟੈਂਡ ਕੀਤਾ, ਪਰ ਥੱਲੇ ਜਿਹੜੇ 3 ਐਕਟ ਦਿੱਤੇ ਜਿਹੜੇ ਪੜ੍ਹਨ ਵੀ ਦਿੱਤੇ ਤੇ ਉਹਨਾਂ ਨੇ ਜਾਲੀ। ਪਰ ਥੋੜੇ ਜਿੰਨਾ ਸਾਡੇ ਲੀਡਰਾਂ ਨੇ ਪੜ੍ਹਿਆ ਤੇ ਦੇਖਿਆ ਕਿ ਇਹਦੇ 'ਚ ਕਈ ਚੀਜ਼ਾਂ, ਪਰ ਅਸੀਂ ਆਪਣੀਆਂ ਜੋ ਗੱਲਾਂ ਉੱਥੇ ਰੱਖੀਆਂ
ਪਾਸ ਕਰ ਦਿੱਤਾ। ਹੁਣ ਕੀ ਕੀਤਾ ਨੁਕਸਾਨ ਕੈਪਟਨ ਨੇ, ਤੇ ਕੀ ਸੀ ਮੰਗ ਸਾਰੀ ਕਿਸਾਨ ਜਥੇਬੰਦੀ ਕਿਸਾਨਾਂ ਦੀ, ਕਿਸਾਨ ਸਾਰੇ ਜਥੇਬੰਦੀਆਂ ਦੀ, ਸਮੁੱਚੇ ਕਿਸਾਨਾਂ ਦੀ, ਸਾਰੇ ਪੰਜਾਬੀਆਂ ਦੀ ਮੰਗ ਸੀ ਕਿ ਤਿੰਨੇ ਐਕਟ ਜਿਹੜੇ ਕਾਨੂੰਨ ਹੈ ਸੈਂਟਰ ਸਰਕਾਰ ਦੇ ਰੱਦ ਕੀਤੇ ਜਾਣ। ਕੈਪਟਨ ਨੇ ਅਸੈਂਬਲੀ ਸੈਸ਼ਨ 'ਚ ਐਕਟ ਜਿਹੜੇ ਲਿਆਂਦੇ ਆ ਉਹਦੇ 'ਚ ਕੋਈ ਰੱਦ ਨਹੀਂ ਕੀਤੇ, ਸਗੋਂ ਉਹਨਾਂ ਐਕਟਾਂ ਤੇ ਮੋਹਰ ਲਾ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਰੱਦ ਨਹੀਂ ਕੀਤੇ, ਕੱਲੇ ਅਮੈਂਡਮੈਂਟ ਲਿਆਂਦੀ ਹੈ। ਅਮੈਂਡਮੈਂਟ ਦਾ ਮਤਲਬ ਹੈ ਤੁਸੀਂ ਐਕਸੈਪਟ ਕਰਦੇ ਹੋ ਐਕਟ ਠੀਕ ਹੈ, ਪਰ ਅਸੀਂ ਇਹਦੇ 'ਚ ਆਹ ਚੇਂਜਸ ਕਰ ਦਿਓ। ਜੋ ਕਿਸਾਨ ਸਾਰੇ ਕਿਸਾਨ ਭਰਾਵਾਂ ਦੀ ਮੰਗ ਸੀ, ਮੰਨੀ ਨਹੀਂ। ਦੂਜੀ ਗੱਲ, MSP ਨੂੰ ਯਕੀਨੀ ਬਣਾਇਆ ਜਾਏ। ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਐਕਟ ਲਿਆਂਦਾ ਹੈ ਉਹਦੇ 'ਚ ਇੱਕ ਲਾਈਨ ਦਿਖਾ ਦਿਓ ਜਿੱਥੇ ਲਿਖਿਆ ਕਿ MSP ਯਕੀਨੀ ਬਣਾਈ ਜਾਏ, MSP ਤੇ ਸਾਰੀਆਂ ਫਸਲਾਂ ਖਰੀਦੀਆਂ ਜਾਣ। ਇੱਕ ਲਾਈਨ ਨਹੀਂ ਲਿਖੀ MSP ਤੇ ਸਾਰੀਆਂ ਫਸਲਾਂ ਖਰੀਦੀਆਂ ਜਾਣ, ਕੱਲੀਆਂ ਲਿਖਤੀਆਂ ਝੋਨਾ ਤੇ ਕਣਕ ਜਿਹੜੀ ਪਹਿਲੇ ਹੀ MSP ਤੇ ਖਰੀਦੀ ਜਾ ਰਹੀ ਸੀ, ਕਹਿੰਦਾ ਉਹਨੇ ਖਰੀਦੀ ਜਾਓਗੇ। ਤੇ ਤੀਜੀ ਗੱਲ, ਦੂਜੀਆਂ ਫਸਲਾਂ ਜਿਹੜੀਆਂ ਕਣਕ ਨਰਮਾ ਹੈ, ਆਪਣੇ ਮੱਕੀ ਹੈ, ਸਰੋਂ ਹੈ, ਬਾਸਮਤੀ, ਜੋ ਵੀ ਫਸਲ ਹੈ, ਜ਼ਿਕਰ ਹੀ ਨਹੀਂ ਕੀਤਾ, ਕਿਉਂਕਿ ਸਾਰੀ ਗੱਲ ਹੋਈ ਸੀ ਉੱਤੇ। ਤੇ ਜਿਹੜੀ ਤੀਜੀ ਗੱਲ ਜਿਹੜੀ ਸਾਰਿਆਂ ਨੇ ਮੰਗ ਕੀਤੀ ਸੀ, ਕਿਸਾਨ ਸਾਥ ਜਥੇਬੰਦੀ, ਕਿ ਜਿਹੜੇ ਐਕਟ ਕੈਪਟਨ ਨੇ ਆਪ ਬਣਾਏ ਸੀ 2017 'ਚ ਕਿ APMC ਮੰਡੀ ਵਿੱਚ ਅਸੀਂ ਅਮੈਂਡਮੈਂਟ ਕੀਤੀ ਸੀ ਕਿ ਪ੍ਰਾਈਵੇਟ ਕਾਰਪੋਰੇਟ ਮੰਡੀਆਂ ਬਣਾਈ ਜਾਣ, ਕਾਰਪੋਰੇਟ ਆ ਕੇ ਲੈ ਜਾਣ, ਉਹਨੂੰ ਵੀ ਰੱਦ ਕੀਤਾ ਜਾਏ। ਉਹ ਵੀ ਬਿਲਕੁਲ ਰੱਦ ਨਹੀਂ ਕੀਤੀ। ਅਸੀਂ ਰੈਜ਼ੋਲੂਸ਼ਨ ਜਿਹੜਾ ਸਾਡੀ ਪਾਰਟੀ ਤਰਫੋਂ ਅਸੀਂ ਰੈਜ਼ੋਲੂਸ਼ਨ ਪਾਇਆ ਸੀ ਕਿ ਉਹ ਜਿਹੜੀ ਇਹ ਪੁਰਾਣਾ ਐਕਟ ਕੈਪਟਨ ਅਮਰਿੰਦਰ ਸਿੰਘ ਦਾ ਰੱਦ ਕੀਤਾ ਜਾਏ, ਉਹਨੇ ਬਿਲਕੁਲ ਰਿਜੈਕਟ ਕਰਤਾ ਸਾਡਾ। ਅਸੀਂ ਰੈਜ਼ੋਲੂਸ਼ਨ ਪਾਇਆ ਸੀ ਕਿ ਇੱਕ ਨਵੀਂ ਪੂਰੀ ਨੂੰ ਮੰਡੀ ਇੱਕ ਬਣਾਇਆ ਜਾਏ, ਜਿਹੜੇ ਮੈਂ ਬਾਅਦ ਜ਼ਿਕਰ ਕਰੂੰਗਾ, ਉਹ ਵੀ ਰੱਦ ਕੀਤਾ ਇਹਨਾਂ ਨੇ। ਸਾਜ਼ਿਸ਼ ਕਿਉਂ ਸੀ? ਕੈਪਟਨ ਨੇ ਕੀ ਕੀਤਾ? ਆ ਜਿਹੜੇ ਐਕਟ ਬਣਾ ਕੇ ਕੈਪਟਨ ਨੇ ਬਹੁਤ ਵੱਡਾ ਧੋਖਾ ਪੰਜਾਬ ਦੀ ਜਨਤਾ ਨਾਲ ਕੀਤਾ ਹੈ। ਧੋਖਾ ਉਹਨੂੰ ਵੀ ਪਤਾ ਹੈ, ਕਾਂਗਰਸ ਸਾਰਿਆਂ ਨੂੰ ਪਤਾ ਕਿ ਧੋਖਾ ਕੀਤਾ ਹੈ। ਉਹਨੇ ਜਿਹੜਾ ਧੋਖਾ ਕੀਤਾ ਹੈ, ਉਹਨੇ ਅਸੈਂਬਲੀ 'ਚ ਵੀ ਕਹਿਤਾ ਕਿ ਆਹ ਤਾਂ ਇਕੱਲਾ ਕਾਗਜ਼ ਹੈ, ਇਹਦੀ ਕਿਸੇ ਨੂੰ ਮਨਜ਼ੂਰੀ ਨਹੀਂ ਮਿਲਣੀ, ਇਹਨੂੰ ਮਨਜ਼ੂਰੀ ਨਹੀਂ ਮਿਲਣੀ। ਜਿਹੜਾ ਬੰਦਾ ਐਕਟ ਪਾਸ ਕਰ ਰਿਹਾ ਤੇ ਕਹਿ ਰਿਹਾ ਕਿ ਇਹਦੇ 'ਚ ਮਨਜ਼ੂਰੀ ਮਿਲਣੀ ਨਹੀਂ, ਆਹ ਤਾਂ ਸੈਂਟਰ ਦਾ, ਉੱਥੇ ਮਨਜ਼ੂਰੀ ਹੋਣੀ ਹੈ। ਇਹਨੇ ਸਾਰਾ ਕੁਝ ਜਿੱਥੇ ਆਪਾਂ ਸੀਗੇ ਪਹਿਲੇ, ਉੱਥੇ ਹੀ ਆਪਾਂ ਅੱਜ ਹੈ। ਆਪਾਂ ਨੂੰ ਫਿਰ ਤੋਂ ਸੈਂਟਰ ਦੇ ਦਰਬਾਰ ਵਿੱਚ ਫਿਰ ਤੋਂ ਭੇਜ ਦਿੱਤਾ। ਜਿਸ ਦਰਬਾਰ ਨੇ ਆਪਾਂ ਨੂੰ ਇੰਨਾ ਧੱਕਾ ਕੀਤਾ, ਕੈਪਟਨ ਨੇ ਵਾਪਸ ਉਹਨਾਂ ਦਰਬਾਰ 'ਚ ਹੀ ਵਾਪਸ ਭੇਜਤਾ ਕਿ ਫੈਸਲਾ ਹੁਣ ਉਹ ਕਰਨਗੇ ਆਪਣੇ ਕੋਲੋਂ। ਆ ਗੱਲ ਅਕਲੀ ਸਾਜ਼ਿਸ਼ ਨਾ ਹੋਈ ਹੈ। ਸੈਂਟਰ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨਾਲ ਆ ਗੱਲਬਾਤ ਹੋਈ, ਸਮਝੌਤਾ ਹੋਇਆ ਕਿ ਆ ਜਿਹੜੀਆਂ ਰੇਲ ਰੋਕੋ ਹੈ, ਆ ਜਿਹੜੇ ਇੱਥੇ ਸੜਕਾਂ ਦੇ ਧਰਨੇ ਲੱਗ ਰਹੇ ਹੈ, ਇਹਨਾਂ ਨੂੰ ਚੁਕਾਉਣ ਦਾ ਇੱਕੋ ਇੱਕ ਰਸਤਾ ਹੈ। ਉਹ ਕਹਿੰਦੇ ਜੀ ਕਿਸਾਨ ਯੂਨੀਅਨ ਨੂੰ ਤੁਸੀਂ ਕਹਿ ਦਿਓ ਕਿ ਮੈਂ ਐਕਟ ਬਣਾ ਦਿੰਦਾ, ਉਹਨਾਂ ਨੇ ਕਿਹੜਾ ਪੜ੍ਹਨਾ ਪੁੜਨਾ, ਤੁਸੀਂ ਐਕਟ ਬਣਾ ਕੇ ਰੈਜ਼ੋਲੂਸ਼ਨ ਸਾਡੇ ਕੋਲੇ ਭੇਜ ਦਿਓ, ਅਸੀਂ ਇੱਥੇ ਖੂਹ ਖਾਤੇ ਪਾ ਦਾਂਗੇ, ਇੱਥੇ ਹੋਣਾ ਨਹੀਂ, ਉਹਨਾਂ ਨੇ ਉੱਠ ਖੜਨਾ। ਪਰ ਸਾਥੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ, ਅਸੀਂ ਕਿਸੇ ਨਾਲ ਧੋਖਾ ਨਹੀਂ ਦੇ ਸਕਦੇ। ਸੱਚਾਈ ਨੂੰ ਸਾਹਮਣੇ ਰੱਖਣਾ ਸਾਡਾ ਫਰਜ਼ ਹੈ, ਸਾਡੀ ਜ਼ਿੰਮੇਵਾਰੀ ਹੈ। ਇਸ ਕਰਕੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਇਸ ਲਈ ਕੀਤੀ ਹੈ ਕਿ ਸੱਚਾਈ ਆ ਕਿ ਇਸ ਐਕਟ ਨੇ ਐਜ ਇੱਕ ਜਿਹੜਾ ਕੀਤਾ ਇੱਕ ਫਰਾਡ, ਆਪਾਂ ਨੂੰ ਅੱਖਾਂ ਉੱਤੇ ਜਿਵੇਂ ਹੁੰਦਾ ਮਿੱਟੀ ਪਾਈ, ਆਪਣੇ ਨਾਲ ਫਰਾਡ ਕੀਤਾ। ਜੋ ਕਿਸਾਨ ਜਥੇਬੰਦੀਆਂ ਕਿਸਾਨਾਂ ਦੀ ਮੰਗ ਸੀ, ਤਿੰਨੇ ਚਾਰੇ ਮੰਗਾਂ ਨੂੰ ਰਿਜੈਕਟ ਕਰਤਾ ਹੈ, ਇੱਕ ਵੀ ਮੰਗ ਨਹੀਂ ਮੰਨੀ। ਇਹਨੇ ਇੱਕ ਡਰਾਮਾ ਕਰਕੇ, ਇੱਕ ਆਪਣੇ ਪਬਲਿਸਿਟੀ ਕਰਕੇ ਕਿ ਮੈਂ ਪਹਿਲੇ ਪਾਣੀਆਂ ਦਾ ਰੱਖਾ ਸੀ, ਸਾਰਾ ਪਾਣੀ ਦੇਤਾ, ਹਰਿਆਣੇ ਤੋਂ ਪੱਕਾ ਕਰਤਾ, ਹਰਿਆਣੇ ਤੇ ਰਾਜਸਥਾਨ ਨੂੰ। ਹੁਣ ਮੋਦੀ ਸਾਹਿਬ ਨੇ ਖੁਸ਼ ਕਰਤਾ ਇੱਥੇ। ਹੁਣ ਇੱਕ ਸਵਾਲ ਕਈਆਂ ਨੇ ਪੁੱਛਿਆ ਕਿ ਤੁਸੀਂ ਕਿਉਂ ਸਪੋਰਟ ਉੱਥੇ ਕੀਤੀ? ਫਲੋਰ ਆਫ ਦ ਹਾਊਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਕਿਹਾ ਕਿ ਜਿਹੜੇ ਮੈਂ ਲੈ ਕੇ ਆਇਆ, ਕਿਉਂਕਿ 10 ਵਜੇ ਲੈ ਕੇ ਆ, ਕਿਸੇ ਨੂੰ ਪੜ੍ਹਨ ਦਿੱਤਾ ਨਹੀਂ, ਮੈਂ ਸਾਰਿਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਰਿਆਂ ਨੂੰ ਦਿਖਾਤਾ, ਸਾਰਿਆਂ ਦੀ ਅਪਰੂਵਲ ਲੈ ਲਈ ਹੈ, ਪੁੱਛ ਕੇ ਲੈ ਕੇ ਆਏ। ਸੋ ਸਾਰਿਆਂ ਨੇ ਲੱਗੇ।
ਜਦੋਂ ਅਸੀਂ ਹੁਣ ਪਿਛਲੇ 2 ਦਿਨ ਸਾਰਾ ਪੜ੍ਹਿਆ, ਸਾਰਾ ਦੇਖਿਆ, ਤੇ ਅਸੀਂ ਦੇਖਿਆ ਤਾਂ ਬਹੁਤ ਵੱਡਾ ਧੋਖਾ, ਬਹੁਤ ਵੱਡਾ ਫਰਾਡ ਹੈ। ਕੈਪਟਨ ਸਾਹਿਬ, ਥੋਤੋਂ ਉਮੀਦ ਨਹੀਂ ਸੀ ਕਿ ਤੁਸੀਂ ਐਡਾ ਵੱਡਾ ਫਰਾਡ ਪਹਿਲੇ ਵੀ ਕਰਦੇ ਰਹੇ ਹੋ। ਤੁਸੀਂ ਜਿਵੇਂ ਝੂਠੀਆਂ ਸਹੁੰ ਖਾ ਕੇ ਕਿਸਾਨਾਂ ਨਾਲ ਝੂਠਾ ਫਰਾਡ ਕੀਤਾ, ਵੋਟਾਂ ਲੈ ਲੀਆਂ। ਆਹ ਦੂਜਾ ਮੈਨੂੰ ਲੱਗਦਾ ਤੁਹਾਡੀ ਜ਼ਿੰਦਗੀ ਦਾ ਮਤਲਬ 100ਵਾਂ ਜਾਂ 110 ਬਸ ਫਰਾਡ ਹੋਣਾ। ਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਕਲੀਅਰ ਕੀਤਾ ਕਿ ਆਹ ਐਕਟ ਜਿਹੜੇ ਪਾਸ ਕੀਤੇ ਹੈ, ਇਸ ਐਕਟ ਨਾਲ ਪੰਜਾਬ ਦੀ ਕਿਸਾਨਾਂ ਨਾਲ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਆਹ ਐਕਟ ਜਿਹੜੇ ਪਾਸ ਕੀਤੇ ਹੈ ਆ ਲਾਗੂ ਨਹੀਂ ਹੋ ਸਕਦੇ ਜਿੰਨਾ ਤੱਕ ਮੋਦੀ ਸਾਹਿਬ ਹਾਂ ਨਹੀਂ ਕਰਦੇ, ਸੈਂਟਰ ਦੀ ਸਰਕਾਰ ਹਾਂ ਨਹੀਂ ਕਰਦੇ। ਫਿਰ ਵੀ ਪਾਰਲੀਮੈਂਟ ਜਦੋਂ ਮਰਜ਼ੀ ਉਹ ਕਰ ਸਕਦਾ ਹੈ। ਆ ਸਾਰਾ ਇਲੀਗਲੀ ਤਰੀਕੇ ਨਾਲ ਹੁਣ ਕਹਿੰਦੇ ਆ ਜੇ ਅਸੀਂ 250, ਇੱਕ ਵੱਡੀ ਗੱਲ ਹੈ, ਇਹਨੇ ਜਿਹੜੇ ਐਕਟ ਦੀ ਪ੍ਰੋਵੀਜ਼ਨ ਕੀਤੀ ਹੈ, ਪਾਸ ਕੀਤਾ ਹੈ, ਆ ਕਨਕਰੈਂਟ ਲਿਸਟ ਜਾਣ ਕੇ ਕੀਤਾ ਹੈ। ਕਨਕਰੈਂਟ ਲਿਸਟ, ਕਿਉਂਕਿ ਪਤਾ ਹੈ ਕਿ ਕਨਕਰੈਂਟ ਲਿਸਟ ਵਿੱਚ ਜੇ ਪਾਰਲੀਮੈਂਟ ਕੋਈ ਗੱਲ ਕਹੇ ਤੇ ਸਟੇਟ ਅਸੈਂਬਲੀਆਂ ਕੁਝ ਗੱਲ ਕਹਿਣ, ਪਾਰਲੀਮੈਂਟ ਦੀ ਜੋ ਕਹੇ ਉਹ ਮੰਨਿਆ ਜਾਂਦਾ, ਸਟੇਟ ਦਾ ਨਹੀਂ ਮੰਨਿਆ ਜਾਂਦਾ। ਉਹਨੂੰ ਪਤਾ ਸੀ ਕੈਪਟਨ ਨੂੰ, ਤਾਂ ਹੀ ਉਹਨੇ ਹਾਊਸ 'ਚ ਵੀ ਕਿਹਾ ਕੁਝ ਨਹੀਂ ਹੋਣਾ, ਤੇ ਖੜਕਲ ਕਲਾਂ ਵੀ ਕਿਹਾ, ਉਹ ਤਾਂ ਕਹਿ ਗਿਆ ਹੋਣਾ ਕੁਝ ਨਹੀਂ ਪਰ ਮੈਂ ਕਰ ਦਿੰਦਾ। ਆ ਤਾਂ ਉਹੀ ਗੱਲ ਹੋਈ ਜਿਵੇਂ ਕੈਪਟਨ ਸਾਹਿਬ, ਕਿਉਂਕਿ ਉਹਨਾਂ ਕੋਲ 80 MLA ਮੈਜੋਰਿਟੀ ਹੈ, ਤੇ ਕਹਿਣ ਕਿ ਅੱਜ ਤੋਂ ਬਾਅਦ ਮੈਂ ਪੰਜਾਬ ਦਾ ਪ੍ਰਧਾਨ ਮੰਤਰੀ ਹਾਂ, ਜਾਂ ਅੱਜ ਤੋਂ ਮੈਂ ਹਰਿਆਣਾ, ਮੈਂ ਅੱਜ ਰੈਜ਼ੋਲੂਸ਼ਨ ਪਾਸ ਕਰ ਦੇਣਾ, ਹਰਿਆਣਾ ਵੀ ਸਾਡੇ ਵਿੱਚ ਹੈ, ਕੀ ਇਹ ਲਾਗੂ ਹੋ ਜਾਊਗਾ? ਰੈਜ਼ੋਲੂਸ਼ਨ ਪਾਸ ਕਰਕੇ ਇਹ ਜਿਹੀਆਂ ਬੇਹੂਦੀ ਗੱਲਾਂ ਕਰਕੇ ਆ ਹੋ ਜਾਊਗਾ? ਆ ਉਹੀ ਚੀਜ਼ ਕੀਤੀ, ਉਹਨੂੰ ਪਤਾ ਕਰਕੇ, ਉਹਨੂੰ ਪਤਾ ਹੋਣ ਦੇ ਨਾਤੇ ਜੋ ਧੋਖਾ ਦਿੱਤਾ ਹੈ। ਜਾਂ ਕਿਤੇ ਕਿਤੇ ਐ ਹੋ ਜਾਂਦਾ ਕਿ ਤੁਹਾਨੂੰ ਪਤਾ ਨਾ ਹੋਏ, ਤੁਸੀਂ ਗੱਲ ਫੈਸਲਾ ਲੈਂਦੇ ਹੋ। ਇੱਥੇ ਤਾਂ ਪਤਾ ਸੀ ਉਹਨਾਂ ਨੂੰ, ਤੇ ਐਡਾ ਵੱਡਾ ਧੋਖਾ ਉਹਨੇ ਪੰਜਾਬ ਦੀ ਕਿਸਾਨੀ ਨੇ ਕੀਤਾ ਹੈ। ਅਸੀਂ ਰਿਜੈਕਟ ਕਰਦੇ ਹਾਂ। ਕੋਈ ਸਵਾਲ? ਯਾਰ ਕੋਰਟ ਤਾਂ ਜਦੋਂ ਤੁਸੀਂ ਕੋਈ ਚੀਜ਼ ਫੈਸਲਾ ਜਿਹਦਾ ਗਲਤ, ਕੋਰਟ ਤਾਂ ਹਰ ਚੀਜ਼ ਵਿੱਚ ਜਾ ਸਕਦੇ। ਜਦੋਂ ਤੁਸੀਂ ਕਾਨੂੰਨੀ, ਤੁਹਾਨੂੰ ਪਤਾ ਹੈ ਕੈਪਟਨ ਨੇ ਆਪ ਕਿਹਾ ਕਿ ਦਸਤਖਤ ਨਹੀਂ ਹੋਣੇ, ਕਿਹਾ ਨਹੀਂ ਹਾਊਸ ਦੇ ਹਾਊਸ ਵਿੱਚ ਕਿਹਾ, ਜੇ ਉਹਨੂੰ ਪਏ ਕਿ ਦਸਤਖਤ ਨਹੀਂ ਹੋਣੇ, ਕਾਨੂੰਨ ਬਣਨਾ ਨਹੀਂ, ਤੇ ਫਿਰ ਜਨਤਾ ਦੇ ਸਾਹਮਣੇ ਫਰੋਡ, ਫਿਰ ਕਿਉਂ ਕਹਿ ਰਿਹਾ ਕਿ ਮੈਂ ਕਿਸਾਨਾਂ ਦਾ ਰੱਖ ਹੈ? ਝੂਠ ਬੋਲੇ। ਕੋਰਟ ਮਾਨਤਾ ਵੀ ਜਦੇ ਦੀ ਮਿਲੂ ਕਿ ਕਿਸਾਨਾਂ ਨੂੰ। ਉਹ ਮੈਂ ਇੱਕ ਦੱਸਾਂ, ਜੇ ਡਿਸਮਿਸ ਕਰਨਾ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਗਰਾ ਚਾਹੀਦਾ ਹੈ। ਅਸਤੀਫਾ ਦੇਣਾ ਅਸੀਂ ਦਿੱਤਾ ਹੈ, ਅਸੀਂ ਕਿਤੇ ਕਿਹਾ ਨਹੀਂ, ਅਸੀਂ ਜਦੋਂ ਕੀਤਾ ਅਸਤੀਫਾ ਦੇ ਕੇ ਦਿੱਤੇ ਆ। ਅਸੀਂ NDA ਤੋਂ ਤੋੜਿਆ, ਨਾਤਾ ਤੋੜਿਆ, ਜੋ 30 ਸਾਲ ਪੁਰਾਣਾ ਨਾਤਾ ਤੋੜਿਆ। ਉਹਨੂੰ ਪਤਾ ਹੈ, ਕਿਉਂਕਿ ਉੱਤੇ ਸੈਂਟਰ ਨਾਲ ਰਲੇ ਹੈ ਕੈਪਟਨ ਸਾਹਿਬ, ਤੇ ਹੁਣ BJP ਸਰਕਾਰ ਇਕੱਠੇ ਹੋ ਗਏ ਇਸ ਫੈਸਲੇ ਤੇ। ਤੋ ਇਸ ਕਰਕੇ ਹੁਣ ਕੋਈ ਮਰਜ਼ੀ ਕਹੇ ਮੈਨੂੰ ਕੋਈ ਕਰ ਦੂਗਾ, ਮੈਨੂੰ ਕੋਈ ਅਸਤੀਫਾ ਦੇ, ਮੈਨੂੰ ਕਹਿ ਦੂਗਾ ਮੈਂ ਅਸਤੀਫਾ ਦੇ ਦੂੰਗਾ। ਜੇ ਅਸਤੀਫਾ ਹੈ, ਪ੍ਰੋਟੈਸਟ ਦੇ ਅੰਦਰ ਜੇ ਦਿਲ ਹੈ ਤੇ ਹੁਣ ਦੇ ਕੇ ਦਿਓ। ਰੋਕਿਆ ਕਿਸੇ ਨੇ? ਰੋਕਿਆ ਉਹਨਾਂ ਨੂੰ? ਨਹੀਂ, ਡਿਜ਼ੋਲਵ ਦਾ ਇਹਦਾ ਕੋਈ ਹੱਲ ਨਹੀਂ ਹੁੰਦਾ। ਦੈਟਸ ਨਾਟ ਅ ਸੋਲੂਸ਼ਨ। ਤੁਹਾਡਾ ਕੁਐਸਚਨ ਸੀ ਵਾਟ ਇਜ਼ ਅ ਸੋਲੂਸ਼ਨ? ਬੈਟਰ ਆਲਟਰਨੇਟਿਵ, ਵੈਰੀ ਇੰਪੋਰਟੈਂਟ ਕੁਐਸਚਨ। ਅਸਲੀ ਇਹਦਾ ਇਲਾਜ ਇੱਕੋ ਇੱਕ ਹੈ। ਮੈਂ ਤੁਹਾਨੂੰ ਅੱਜ ਜੋ ਇਲਾਜ ਤੁਸੀਂ ਸਾਰੇ ਬੜੇ ਆਪਣੇ ਰਿਸਰਚ ਵੀ ਕਰਦੇ ਹੋ, ਆ ਐਕਟ ਬਣਾਇਆ ਆਪਾਂ, ਸਟੇਟ ਗਵਰਨਮੈਂਟ ਉਹ ਐਕਟ ਬਣਾ ਸਕਦੀ ਹੈ ਜਿਹੜੀ ਸਾਡੀ ਪਾਵਰ ਦੇ ਥੱਲੇ ਹੈ, ਜਿਹੜੇ ਸਾਡੇ ਕੋਲ ਰਾਈਟ ਹੈ। ਐਗਰੀਕਲਚਰ ਸਟੇਟ ਸਬਜੈਕਟ ਹੈ। ਐਗਰੀਕਲਚਰ ਸਟੇਟ ਸਬਜੈਕਟ ਹੋਣ ਦੇ ਨਾਤੇ ਆਪਾਂ ਆ ਐਕਟ ਇੱਕ ਬਣਾ ਸਕਦੇ ਹਾਂ। ਇਹਨਾਂ ਨੇ ਜਿਹੜੇ ਸੈਂਟਰ ਨੇ ਕੀਤਾ, ਇਹਨਾਂ ਟ੍ਰੇਡ ਇਨ ਐਗਰੀਕਲਚਰ ਕੀ ਟ੍ਰੇਡਿੰਗ 'ਚ ਕੀਤਾ, ਜਿਹੜਾ ਕਨਕਰੈਂਟ ਵਿੱਚ ਟ੍ਰੇਡਿੰਗ 'ਚ ਜਿਹੜਾ ਇਹਨਾਂ ਨੇ ਯੂਜ਼ ਕੀਤਾ, ਟ੍ਰੇਡਿੰਗ 'ਚ ਕੀਤਾ। ਸੋ ਜਿਹੜਾ ਬੈਸਟ ਹੈ, ਜਿਵੇਂ ਪਹਿਲੇ ਆਪਾਂ APMC ਐਕਟ ਬਣਾਇਆ ਸੀ ਮੰਡੀਆਂ ਦਾ, ਜਿੱਥੇ ਮੰਡੀ ਨੂੰ ਆਪਾਂ ਯਾਰਡ ਡਿਕਲੇਅਰ ਕੀਤਾ ਸੀ, ਆਪਾਂ ਨੂੰ ਉਹ ਯਾਰਡ ਦੀ ਡੈਫੀਨੇਸ਼ਨ ਪੂਰਾ ਸਟੇਟ ਨੂੰ ਇੱਕ ਯਾਰਡ ਡਿਕਲੇਅਰ ਕਰ ਦਿਓ। ਉਹ ਸਾਡੀ ਆਪਣਾ ਰਾਈਟ ਹੈ। ਜੋ ਅਸੀਂ ਕਿਹਾ ਸੀ 1 ਮਿੰਟ ਦਾ ਕੰਮ ਹੈ, ਤੇ ਉਹ ਲਾਗੂ ਵੀ ਹੋਣਾ ਸੀ, ਤੇ ਸੈਂਟਰ ਦੇ ਐਕਟ ਰਿਜੈਕਟ ਵੀ ਹੋ ਜਾਣੇ ਸੀ, ਪਰ ਕਿਉਂਕਿ ਮਨਸ਼ਾ ਨਹੀਂ ਸੀ। ਕੈਪਟਨ ਤਾਂ ਪਹਿਲੇ ਹੀ ਚਾਹੁੰਦਾ ਕਾਰਪੋਰੇਟ ਆਏ। ਜਦੋਂ ਪਹਿਲੀ ਵਾਰ ਮੁੱਖ ਮੰਤਰੀ ਸੀ ਉਦੋਂ ਵੀ ਇਹਨੇ ਅਮੈਂਡਮੈਂਟ 2005 ਵਿੱਚ ਵੀ
ਪ੍ਰਾਈਵੇਟ ਮੰਡੀਆਂ ਲਿਆਉਣ ਦੀ ਸਭ ਤੋਂ ਪਹਿਲੇ ਪੰਜਾਬ 'ਚ ਪ੍ਰੋਵੀਜ਼ਨ ਕੀਤੀ, ਕੈਪਟਨ ਸਾਹਿਬ ਨੇ ਕੀਤੀ। 2017 'ਚ ਜਿਹੜਾ ਇਹਨੇ ਐਕਟ ਕੀਤਾ ਹੈ ਉਹ ਸੇਮ ਹੈ ਐਜ਼ ਜਿਹੜਾ ਹੈਗਾ ਆਪਣੇ ਜਿਹੜਾ ਇਹ ਤਿੰਨੇ ਐਕਟ ਸਰਕਾਰ ਦੇ ਸੈਂਟਰ ਦੇ ਆ। ਜਿਹੜੀ ਵੱਡੀ ਗੱਲ ਹੈ, ਤੁਸੀਂ ਦੇਖੋ ਨਵੇਂ ਐਕਟ 'ਚ ਕਿਹਾ ਕਿ ਇਸ ਤਰੀਕ ਤੋਂ, ਜਿਹੜੀ ਪਿਛਲੀ ਤਰੀਕ ਹੈ ਥੋੜੀ 2-3 ਮਹੀਨੇ ਦੀ ਤਰੀਕ, ਉਸ ਤੋਂ ਪਹਿਲੇ ਜਿੰਨੀਆਂ ਵੀ ਅਮੈਂਡਮੈਂਟ ਹੈ ਸਾਰੀਆਂ ਰੱਖ ਲਈਆਂ। ਇਹਦਾ ਮਤਲਬ ਉਹਨੇ ਆਪਣਾ 2017 ਦਾ ਜਿਹੜਾ ਸੇਮ ਪ੍ਰਾਈਵੇਟ ਮੰਡੀਆਂ ਵਾਲਾ ਰੱਖਿਆ। ਜਿਹੜੀ ਵੱਡੀ ਗੱਲ ਮੈਂ ਸਵਾਲ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਨੂੰ, ਕੈਪਟਨ ਸਾਹਿਬ ਨੇ ਸ਼ੁਰੂ ਕੀਤੀ ਕਿ ਸਾਡੇ ਤੇ ਫੈਡਰਲ ਸਟਰਕਚਰ ਤੇ ਹਮਲਾ ਹੈ। ਕੈਪਟਨ ਸਾਹਿਬ ਕਹਿੰਦੇ ਸੀ ਫੈਡਰਲ ਸਟਰਕਚਰ ਤੇ ਹਮਲਾ ਹੈ। ਕੈਪਟਨ ਸਾਹਿਬ ਮੈਨੂੰ ਪੁੱਛਣਾ ਚਾਹੁੰਦਾ, ਤੁਸੀਂ ਅੱਜ ਐਕਟ ਨੂੰ ਰੱਦ ਨਹੀਂ ਕੀਤਾ, ਤੁਸੀਂ ਐਕਟ ਵਿੱਚ ਅਮੈਂਡਮੈਂਟ ਲਿਆਂਦੀਆਂ, ਮਤਲਬ ਤੁਸੀਂ ਐਕਸੈਪਟ ਕਰ ਲਿਆ ਕਿ ਸੈਂਟਰ ਕੋਲੇ ਰਾਈਟ ਹੈ ਉਹ ਐਕਟ ਬਣਾਉਣ ਦਾ। ਜੇ ਤੁਸੀਂ ਐਕਸੈਪਟ ਕਰ ਲਿਆ ਤਾਂ ਇਹਦਾ ਮਤਲਬ ਤੁਸੀਂ ਜੇ ਕਹਿੰਦੇ ਸੀ ਫੈਡਰਲ ਸਟਰਕਚਰ ਤੇ ਹਮਲਾ ਹੈ, ਹੁਣ ਕਿਉਂ ਤੁਸੀਂ ਚੁੱਪ ਹੋ? ਹੁਣ ਇਹਨੇ ਕਹਿਤਾ ਕਿ ਆਪਣੇ ਇਹਦੇ ਵਿੱਚ ਅਮੈਂਡਮੈਂਟ ਕੰਟਰਡਿਕਟਰੀ। ਦੇਖੋ ਇਹਨਾਂ ਨੇ ਕਿਹਾ ਕਿ ਟ੍ਰੇਡ ਏਰੀਆ ਜਿਹੜਾ ਐਕਟ ਦੇ ਵਿੱਚ ਹੈ ਉਹਦੇ 'ਚ ਅਸੀਂ APMC ਐਕਟ ਟੈਕਸ ਲਾ ਸਕਦੇ ਹਾਂ। ਇਹਦਾ ਮਤਲਬ ਤੁਸੀਂ ਐਕਸੈਪਟ ਕਰ ਲਿਆ ਕਿ ਸੈਂਟਰ ਨੇ ਟ੍ਰੇਡ ਏਰੀਆ ਬਣਾਇਆ, ਉਹਦੇ 'ਚ ਤੁਸੀਂ ਟੈਕਸ ਲਾਵਾਂਗੇ। ਤੁਸੀਂ ਨਾਲੇ ਐਕਸੈਪਟ ਕਰ ਲਿਆ ਸਾਰਾ ਐਕਟ। ਆਹ ਤਾਂ ਇੱਕ ਵੱਡਾ ਫਰਾਡ ਹੈ। ਮੈਂ ਕਿਸਾਨ ਜਥੇਬੰਦੀਆਂ ਨੂੰ, ਸਾਰੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ, ਅੱਜ ਸਵਾਲ ਪੁੱਛਣ ਦੀ ਲੋੜ ਹੈ ਕਿ ਐਡਾ ਵੱਡਾ ਧੋਖਾ। ਕਿਆ ਕੁਛ ਉੱਥੇ ਅਸੈਂਬਲੀ 'ਚ ਕਹਿ ਦਿੱਤਾ ਕਿ ਸਾਰੀ ਕਿਸਾਨ ਜਥੇਬੰਦੀਆਂ ਨਾਲ ਸਾਡੀ ਗੱਲ ਹੋ ਗਈ ਹੈ, ਅਪਰੂਵ ਕਰ ਗਿਆ, ਐਂਡ ਉੱਥੇ ਪਾਸ ਕਰਾਤਾ, ਸਾਰਿਆਂ ਨੇ ਸਪੋਰਟ ਕਰਤੀ। ਕਿਆ ਰੈਜ਼ੋਲੂਸ਼ਨ ਹੋਰ ਦਿੱਤਾ ਤੇ ਅੰਦਰ ਕੋਈ ਹੋਰ ਪਾਇਆ? है 100% ਆ ਸਟੇਟ ਦਾ ਰਾਈਟ ਹੈ। 1961 ਤੋਂ ਐਕਟ ਬਣਿਆ, 1961 ਤੋਂ ਅੱਜ ਤੱਕ ਆ ਐਕਟ ਕਾਨੂੰਨ ਲਾਗੂ ਹੈ, ਅੱਜ ਤੱਕ ਲਾਗੂ ਹੈ। ਸਾਰਾ ਮੰਡੀ ਡਿਕਲੇਅਰ ਕਰੋ ਪੰਜਾਬ ਨੂੰ। ਇਟ ਇਜ਼ ਸਾਰਾ ਦਿਨ ਜਗ੍ਹਾ ਨਹੀਂ ਬਚਦੀ। ਤੁਸੀਂ ਜਦੋਂ ਜਿਹੜਾ ਟ੍ਰੇਡ ਏਰੀਆ ਹੈ ਉਹਨੂੰ ਤੁਸੀਂ ਸਾਰੇ ਨੂੰ ਐਜ਼ ਵਨ ਯਾਰਡ ਡਿਕਲੇਅਰ ਕਰਤਾ, ਟ੍ਰੇਡ ਏਰੀਆ ਹੈ ਹੀ ਨਹੀਂ ਦੂਜਾ। ਨਹੀਂ, ਹੁਣ ਵੀ ਕਿਤੇ ਮਰਜ਼ੀ ਵੇਚ ਸਕਦਾ। ਨਹੀਂ ਮੈਂ ਯਾਰ ਇੱਕ ਮਿੰਟ ਜਵਾਬ ਮੈਨੂੰ ਦੇਣ ਦਿਓ ਯਾਰ, ਜਵਾਬ ਮੈਂ ਦੇਣਾ ਖਲੇ ਮੈਨੂੰ। 100% ਕਿਉਂਕਿ ਸਟਾਰੀ ਸਟੇਟ ਇੱਕ ਹੈ ਜੋ ਮੰਡੀ। ਇਹਦਾ ਮਤਲਬ ਕੀ ਹੈ? ਭਾਵੇਂ ਆਪਣੇ ਪਿੰਡ 'ਚ ਬੈਠੇ, ਭਾਵੇਂ ਮੰਡੀ ਜਾ ਕੇ ਵੇਚੇ। ਜਿਵੇਂ ਹੁਣ ਪਿੰਡ 'ਚ ਵੇਚਣ ਦੀ ਲੋੜ ਨਹੀਂ। ਪੰਜਾਬ ਸਰਕਾਰ ਨੇ, ਬਾਦਲ ਸਾਹਿਬ ਨੇ ਇੰਨਾ ਕੰਮ ਕੀਤਾ ਹੈ, ਹਰ 6 ਪਿੰਡਾਂ ਵਿੱਚ ਤਾਂ ਮੰਡੀ ਬਣਾਤੀ ਹੈ। 3 ਕਿਲੋਮੀਟਰ 4 ਕਿਲੋਮੀਟਰ ਮੰਡੀ ਹੈ। ਹੁਣ ਸਾਡਾ ਮਕਸਦ ਕੀ ਹੈ ਕਿ ਜਦੋਂ ਸਾਰਾ ਯਾਰਡ ਡਿਕਲੇਅਰ ਕਰਤਾ, ਜਿਹੜਾ ਸੈਂਟਰ ਦੀ ਚਾਲ ਹੈ ਕਿ ਟ੍ਰੇਡ ਏਰੀਆ ਕੱਢ ਦੋ, ਟ੍ਰੇਡ ਏਰੀਆ ਬਚਣਾ ਹੀ ਨਹੀਂ। ਇੱਕ ਮਿੰਟ ਯਾਰ ਹਾਂਜੀ ਟੋਟਲ 60,000 ਕਰੋੜ। ਮੈਂ ਕੈਪਟਨ ਸਾਹਿਬ ਨੂੰ ਵੀ ਇਹੀ ਸਵਾਲ ਪੁੱਛਿਆ ਸੀ ਜਿਸ ਦਿਨ ਗਵਰਨਮੈਂਟ ਨੂੰ ਮਿਲ ਕੇ ਆਏਗਾ ਤੇ ਇੰਨਾ ਪੈਸਾ ਸਟੇਟ ਦੇ ਕੋਲ ਕਿੱਥੋਂ ਆਊਗਾ ਕਿ ਉਹ ਖੁਦ ਖਰੀਦ ਸਾਰੀ ਕਰਕੇ, ਇੱਕ ਮਿੰਟ ਸਰ, ਖੁਦ ਸਾਰੀ ਖਰੀਦ ਕਰਕੇ ਤੇ ਅੱਗੇ ਵਪਾਰ ਦਾ ਕੰਮ ਕਰੇ ਜਾਂ ਯਾਰਡ ਤੋਂ ਬਾਅਦ ਇੱਕ ਮੈਂ ਯੈਸ ਮੈਂ ਤੁਹਾਨੂੰ ਜਵਾਬ ਦਿੰਦਾ। ਨਹੀਂ ਪਹਿਲੇ ਇਹਦਾ ਜਵਾਬ ਦੇਣਾ। ਦੀ ਸਰਕਾਰ ਫਰਜ਼ ਕਰ ਲਓ ਆਉਂਦੀ ਆ ਨੈਕਸਟ ਈਅਰ, ਤੇ ਕੀ ਇਹ ਤੁਸੀਂ ਕਰ ਪਾਓਗੇ? ਮੈਂ ਤੁਹਾਨੂੰ ਇਹਦਾ ਆਨਸਰ ਦੇਵਾਂ। ਅਸੀਂ ਵੀ ਆਰ ਪਾਰਟ ਆਫ ਇੰਡੀਆ। ਤੁਸੀਂ ਤਾਂ ਐਂ ਗੱਲ ਕਰ ਰਹੇ ਹੋ ਕਿ ਆਹ ਦੇਸ਼ ਹੀ ਅਲੱਗ ਹੋ ਗਿਆ। ਸਾਡੇ ਸੂਬੇ ਤੋਂ ਜਿਹੜੇ ਟੈਕਸਿਸ ਸੈਂਟਰ ਜਾਂਦੇ ਹੈ, ਸਾਰਾ ਜਾਂਦੇ ਤਾਂ ਹਰ ਸਟੇਟ 'ਚੋਂ ਜਾਂਦੇ ਹੈ। ਕਈ ਰਿਸਪੌਂਸਿਬਿਲਟੀਆਂ ਉਹਨਾਂ ਦੀਆਂ, ਕੋਈ ਰਿਸਪੌਂਸਿਬਿਲਟੀਆਂ ਸਾਡੀਆਂ। ਸਾਡਾ ਜਿਹੜਾ ਟੈਕਸ ਜਾਂਦਾ ਹੈ, ਜਿਹੜੇ ਇਨਕਮ ਟੈਕਸ ਜਾਂਦਾ, GST ਜਾਂਦਾ ਹੈ, ਉਹ ਵੀ ਜਾਂਦਾ ਹੈ। ਸੋ ਇਹਦਾ ਮਤਲਬ ਨਹੀਂ ਆਹ ਪੈਸਾ ਅਸੀਂ ਕਰਜ਼ੇ ਤੇ ਲੈਂਦੇ ਹਾਂ। ਅਸੀਂ ਕਰਜ਼ੇ ਤੇ ਲੈਂਦੇ ਹਾਂ, ਅਸੀਂ ਕੋਈ ਮੁਫਤ ਨਹੀਂ ਲੈਂਦੇ, ਅਸੀਂ ਵਿਆਜ ਪੇ ਕਰਦੇ ਹਾਂ। ਆਹ ਤਾਂ ਬੈਂਕਾਂ ਤੋਂ ਆਉਂਦਾ, ਅਸੀਂ ਉਹਨਾਂ ਵਾਸਤੇ ਖਰੀਦਦੇ ਹਾਂ। ਜਿਹੜਾ ਅੱਜ ਕਣਕ ਤੇ ਝੋਨਾ, ਆਟਾ ਤੇ ਚੌਲ ਆਪਣੇ ਤਾਮਿਲਨਾਡੂ ਵਾਲੇ ਜਾਂ ਹੋਰ ਕਿਤੇ PDS ਜਾਂਦਾ ਹੈ, ਇੱਥੋਂ ਹੀ ਜਾਂਦਾ ਹੈ।
ਆਪਾਂ ਸਵਾਲ ਉਹ ਨਹੀਂ ਹੈ ਕਿ ਇਹਦੇ ਮਤਲਬ ਕਿ ਉਹ ਹੁਣ ਆਪਾਂ ਸਾਰਾ ਖਰੀਦਾਂਗੇ ਉਹਨੇ ਛੱਡ ਦੇਣਾ ਹੈ। ਉਹ ਰਾਈਟਸ ਤਾਂ ਆਪਣੇ ਰਾਈਟਸ ਹੈ। ਤੁਹਾਡੇ ਮੁਤਾਬਕ ਅਚਾਨਕ ਮੋਦੀ ਸਾਹਿਬ ਔਰ ਕੈਪਟਨ ਸਾਹਿਬ ਦਾ ਜਿਹੜਾ ਪਿਆਰ ਜਾਂ ਫ੍ਰੈਂਡਲੀ ਮੈਚ ਕਿਤੇ ਵਜ੍ਹਾ ਕੀ ਹੈ? ਕੈਪਟਨ ਨੇ ਆਪਣੀਆਂ ਕਈ ਚੀਜ਼ਾਂ ਤੋਂ ਬਚਾਅ ਕਰਨਾ ਹੈ ਤੇ ਮੋਦੀ ਸਾਹਿਬ ਨੇ ਕਹਿੰਦੇ ਕਿ ਦੋਨੋਂ ਮਿਲ ਕੇ ਮਿਊਚੁਅਲ ਇੰਟਰਸਟ ਹੈ। ਉਹ ਚੀਜ਼ਾਂ ਕਿਹੜੀਆਂ ਦੀ ਇੱਕ ਮਿੰਟ ਚੀਜ਼ਾਂ ਕਿਹੜੀਆਂ ਦੇ ਇਹਦੇ ਤੋਂ ਬਚਾ ਸਕਦੇ ਯਾਰ ਆਪਾਂ ਡਾਇਰੈਕਸ਼ਨ ਨਾ ਚੇਂਜ ਕਰੀਏ। ਹਾਂਜੀ okay, state has right to amend bills, that's not a thing, but will the bid and the कोई चीज च तुसी amendment पा दोगे, but if the president of India has already passed a bill, give me one example where state has put an amendment। पर जिथे ਤੁਹਾਨੂੰ ਪਤਾ ਹੈ ਕਿ ਸੈਂਟਰ ਸਰਕਾਰ ਨੇ ਰਿਜੈਕਟ ਕਰਤਾ, ਜੇ ਕਰਤਾ ਹੈ ਤੁਸੀਂ ਆਪਣੇ ਆਪ ਨੂੰ ਆਪ ਕਹਿੰਦੇ ਹੋ, ਫਿਰ ਕੈਪਟਨ ਅਮਰਿੰਦਰ ਸਿੰਘ ਜੇ ਕਹਿੰਦਾ ਕਿ ਸਟੇਟ ਹੈਜ਼ ਰਾਈਟ, ਫਿਰ ਫਲੋਰ ਆਫ ਦੇ ਹਾਊਸ ਕਿਉਂ ਕਿਹਾ ਕਿ ਆ ਬਿੱਲ ਦੇ ਵਿੱਚ ਕੁਝ ਨਹੀਂ ਹੋਣਾ ਤੇ ਇਹਦੇ ਦਸਤਖਤ ਨਹੀਂ ਹੋਣੇ, ਕਿਉਂ ਕਿਹਾ? ਫਿਰ ਜੇ ਉਹਨੇ ਖੜਕਲ ਕਲਾ ਕਿਉਂ ਕਿਹਾ ਕਿ ਇਹਦਾ ਤਾਂ ਉੱਥੇ ਸੈਂਟਰ ਚਲੇ ਜਾਣਾ, ਮੋਦੀ ਸਾਹਿਬ ਕੋਲ ਚੱਲ ਜਾਣਾ, ਮੇਰਾ ਕੋਈ ਇਹਦੇ 'ਚ ਕੋਈ ਰਾਈਟ ਨਹੀਂ, ਫਿਰ ਕਿਉਂ ਕਿਹਾ? ਮੈਂ ਆਈ ਕਹਿ ਰਿਹਾ ਬੜਾ ਸੀਰੀਅਸ ਮੈਟਰ ਹੈ। ਅੱਜ ਸਾਡੇ ਨਾਲ ਹੋਈ ਹੈ, ਕੱਲ ਕਿਸੇ ਚੀਜ਼ ਤੇ ਦੂਜੀਆਂ ਸੂਬਿਆਂ ਨਾਲ ਵੀ ਹੋ ਸਕਦੀ ਹੈ। ਅੱਜ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਸੈਂਟਰ, ਕੱਲ ਕਿਸੇ ਹੋਰ ਕਿਸ਼ੂ ਤੇ ਕਿਸੇ ਕਰ ਸਕਦੀ ਹੈ। ਸਾਰੀਆਂ ਪਾਣੀਆਂ ਨਾਲ ਧੱਕਾ ਹੋਇਆ, ਸਾਰੀਆਂ ਸਟੇਟਾਂ ਦੇ ਰੀਜਨਲ ਲੀਡਰਸ਼ਿਪ ਨੂੰ ਤਕੜੇ ਹੋ ਕੇ ਇਕੱਠੇ ਹੋ ਕੇ ਆ ਲੜਾਈ ਲੜਨੀ ਚਾਹੀਦੀ ਹੈ। ਮੋਰ ਪਾਵਰਸ ਟੂ ਦ ਸਟੇਟਸ, ਐਂਡ ਜਿਹੜੇ ਆਪਣੇ ਰਾਈਟਸ ਹੈ ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਹੈ। ਹੌਲੀ ਹੌਲੀ ਦੇਖੋ ਜਿਵੇਂ ਚੰਡੀਗੜ੍ਹ ਵਿੱਚ ਆਪਣੀਆਂ ਕਿੰਨੀਆਂ ਪੋਸਟਾਂ ਸੀ, ਹੌਲੀ ਹੌਲੀ ਸੈਂਟਰ ਨੇ ਸਾਰੀਆਂ ਲੈ ਕੇ ਆਪਣੇ ਕਬਜ਼ੇ 'ਚ ਕਰ ਲਈਆਂ, ਹੌਲੀ ਹੌਲੀ ਕ੍ਰੀਪਿੰਗਲੀ ਲੈ ਰਹੇ ਹੈ। ਹੁਣ ਉਹਨਾਂ ਨੂੰ ਕੀ ਲੋੜ ਹੈ? ਸਾਡਾ APMC ਐਕਟ ਸਭ ਤੋਂ ਵਧੀਆ, ਮੈਂ ਪਾਰਲੀਮੈਂਟ 'ਚ ਕਿਹਾ ਸੀ, ਸਭ ਤੋਂ ਵਧੀਆ APMC ਐਕਟ ਹਿੰਦੁਸਤਾਨ 'ਚ ਨਹੀਂ। ਮੈਂ ਕਿਹਾ ਪ੍ਰਧਾਨ ਮੰਤਰੀ ਜੀ ਨੂੰ ਆਹ ਐਕਟ ਬਣਾਉਣ ਦੀ ਲੋੜ ਹੀ ਨਹੀਂ, ਸਾਡੇ ਪੰਜਾਬ ਦਾ ਐਕਟ ਚੱਕ ਲੈਣ ਤੇ ਸਾਰੇ ਹਿੰਦੁਸਤਾਨ 'ਚ ਲਾਗੂ ਕਰ ਦੇਣ। ਉਹ ਹਲੇ ਉਹ ਮੇਰਾ ਮਤਲਬ ਹੈ ਲੈਟ ਅਸ ਟੇਕ ਟੂ ਦਿਸ ਕਿ ਫੈਡਰਲ ਸਟਰਕਚਰ, ਕਿਉਂਕਿ ਜਿਹੜਾ ਮੈਂ ਇਸ ਕਾਰਨ ਕਹਿਣਾ ਕਿ ਜਿਹੜਾ ਵੱਡਾ ਨੁਕਸਾਨ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਐਕਸੈਪਟ ਕਰ ਲਿਆ ਆ ਬਿੱਲ, ਆ ਤਿੰਨੇ ਐਕਟ, ਐਂਡ ਉਹ ਫੈਡਰਲ ਸਟਰਕਚਰ ਤੇ ਸਭ ਤੋਂ ਵੱਡਾ ਵਾਰ ਉਹਨੇ ਆਪ ਹੀ ਐਕਸੈਪਟ ਕਰ ਲਿਆ। ਯਾਰ ਆ ਡਰਾਮਾ ਤਾਂ ਅਸੈਂਬਲੀ 'ਚ ਵੀ ਕੀਤਾ ਸੀ। ਨਹੀਂ ਵੀ ਵਿਲ ਸਾਈਨ ਵੀ ਕਰਦੇ ਇੱਕ ਮਿੰਟ, ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਦੱਸਾਂ, ਇੱਕ ਹੋਰ ਵੀ ਦੱਸਣਾ ਚਾਹਣਾ। ਆ ਜਿਹੜਾ ਬਿੱਲ ਬਣਾਇਆ ਹੈ, ਜੇ ਬਾਈ ਚਾਂਸ ਮੋਦੀ ਸਾਹਿਬ ਹੀ ਸਾਈਨ ਕਰ ਦੇਣ ਫੋਰ ਐਗਜ਼ਾਮਪਲ, ਮੈਨੂੰ ਇੱਕ ਗੱਲ ਦੱਸ ਦਿਓ ਕੀ ਮਿਲਦਾ ਹੈ ਇਹਦੇ 'ਚ? ਨਾ MSP ਦੀ ਇੰਸ਼ੋਰੈਂਸ ਲਿਖੀ ਹੈ, ਨਾ MSP ਦੇ ਹਰ ਸਾਲ MSP ਦਿੱਤੀ ਜਾਊਗੀ। ਐਕਚੁਅਲੀ ਜਿਹੜਾ ਕੈਪਟਨ ਦਾ ਬਿੱਲ ਹੀ ਦੇਖ ਲਈਏ, ਉਹਦੇ 'ਚ ਲਿਖਿਆ ਨਹੀਂ ਹੈ ਕਿ MSP ਹਰ ਸਾਲ ਦਿੱਤੀ ਜਾਊਗੀ। MSP ਤੇ ਖਰੀਦ ਗਰੰਟੀ ਕੀਤੀ ਜਾਊਗੀ। ਜੇ ਕੋਈ MSP ਤੋਂ ਘੱਟ ਖਰੀਦੂਗਾ ਕਹਿੰਦਾ 3 ਸਾਲ ਦੀ ਸਜ਼ਾ ਹੈ, ਤੇ ਫਿਰ ਜੇ ਨਾ ਕੋਈ ਆਇਆ ਤੇ ਫਿਰ ਉਹਨੇ ਨਹੀਂ ਕਿਹਾ ਕਿ ਅਸੀਂ ਖਰੀਦਾਂਗੇ। ਸੋ ਜਿਹੜੇ ਇਸ ਐਕਟ 'ਚ ਕੋਈ ਪ੍ਰੋਟੈਕਸ਼ਨ ਨਹੀਂ ਫਾਰਮਰ ਦੀ, ਜੋ ਕਿਸਾਨ ਜਥੇਬੰਦੀਆਂ ਤੋਂ ਜੋ ਕਿਸਾਨ ਮੰਗ ਰਹੇ ਸੀ, ਪੰਜਾਬ ਦੇ ਕਿਸਾਨਾਂ ਦੀ ਭਾਵਨਾ ਸੀ, ਇੱਕ ਚੀਜ਼ ਨਹੀਂ ਲਾਗੂ ਕੀਤੀ, ਇੱਕ ਚੀਜ਼ ਨਹੀਂ। the party will take a stand after this, after discovering this big fraud, our party will discuss and see what we have to take next step। ਮੈਂ ਇੱਕ ਹੋਰ ਕਰਨਾ ਚਾਹਣਾ ਹੈ। ਪਹਿਲੀ ਗੱਲ, ਕੈਪਟਨ ਸਾਹਿਬ ਦੀ ਸੋਚ ਬਾਰੇ ਤੇ ਉਹਨਾਂ ਦੀ ਠੱਗੀ ਬਾਰੇ ਇੱਕ ਸੈਸ਼ਨ ਤੁਹਾਨੂੰ ਯਾਦ ਹੈ, 1.5 ਮਹੀਨਾ 2 ਮਹੀਨੇ ਪਹਿਲੇ ਬੁਲਾਇਆ ਸੀ। ਉਹਦੇ 'ਚ ਕੀ ਰੈਜ਼ੋਲੂਸ਼ਨ ਪਾਸ ਕੀਤਾ ਸੀ ਕਿ ਸਾਰਾ ਐਕਟ ਤਿੰਨੇ ਰੱਦ ਕੀਤਾ ਹੈ? ਉਹ ਭੇਜੇ ਹੀ ਨਹੀਂ ਹਲੇ ਤੱਕ ਸੈਂਟਰ ਸਰਕਾਰ ਨੂੰ। ਸਿੰਸੀਅਰਟੀ, ਐਕਟ ਪਾਸ ਵੀ ਹੋ ਗਿਆ, ਕੈਪਟਨ ਨੇ ਨਹੀਂ ਭੇਜੇ ਤੇ ਰੈਜ਼ੋਲੂਸ਼ਨ। ਇਹਦਾ ਮਤਲਬ ਕੀ ਹੈ? ਉਹਦੇ ਦਿਲ 'ਚ ਖੋਟ ਹੈ, ਕਿਉਂਕਿ ਰੀਜ਼ਨ ਹੈ ਕਿ ਕੈਪਟਨ ਦੀ ਸੋਚ ਤੇ ਸੈਂਟਰ ਦੀ ਸੋਚ ਇੱਕੋ ਹੀ ਹੈ। ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ 'ਚ ਵੀ
ਯਾਰ ਮੈਨੂੰ ਬੋਲਣ, ਮੈਨੂੰ ਆਪਣੇ ਚੋਣ ਮੈਨੀਫੈਸਟੋ 'ਚ ਵੀ, ਮੈਨੂੰ ਆਪਣੇ ਚੋਣ ਮੈਨੀਫੈਸਟੋ 'ਚ ਵੀ ਕੈਪਟਨ ਨੇ ਤੇ ਸੈਂਟਰ ਦੀ ਚੋਣ ਮੈਨੀਫੈਸਟੋ ਨੇ ਇੱਕੋ ਚੀਜ਼ ਲਿਖੀ ਹੈ। ਤਾਈਓ ਉਹਨਾਂ ਦੀ ਸੋਚ ਹੈ ਕਿਵੇਂ ਨਾ ਕਿਵੇਂ ਉਹਦੇ 'ਚੋਂ ਉਹ ਚੀਜ਼ ਪੁਰਾਣੀ ਰੱਖਣਾ ਚਾਹੁੰਦੇ ਆ ਤੇ ਲੋਕਾਂ ਨੂੰ ਫਰਾਡ ਦੇ ਵਿੱਚ ਘੁਮਰਾਉਣ ਚਾਹੁੰਦੇ। ਮੈਂ ਤਾਂ ਕਹਿ ਮੈਂ ਉਹੀ ਜਥੇਬੰਦੀਆਂ ਨੂੰ ਅਪੀਲ ਕਰਨਾ ਚਾਹਣਾ ਕਿ ਕੈਪਟਨ ਸਾਹਿਬ ਨੂੰ ਸਵਾਲ ਪੁੱਛਣ ਕਿ ਤੁਸੀਂ, ਅਸੀਂ ਉਹਨਾਂ ਨੇ ਕਿਹਾ ਸੀ ਕਿ ਅਸੀਂ APMC ਆਪਣਾ 3 ਐਕਟ ਰੱਦ ਕਰਾਂਗੇ, ਰੱਦ ਹੋਣੇ ਚਾਹੀਦੇ ਆ ਕਿਸਾਨ ਜਥੇਬੰਦੀਆਂ ਨੇ। ਫਿਰ ਕੈਪਟਨ ਸਾਹਿਬ ਨੇ ਉਹਨਾਂ ਨੂੰ ਰੱਦ ਕਿਉਂ ਨਹੀਂ ਕੀਤਾ, ਕਿਉਂ ਉਸ ਐਕਟ ਨੂੰ ਐਕਸੈਪਟ ਕੀਤਾ ਤੇ ਕੱਲੀ ਅਮੈਂਡਮੈਂਟ ਪਾਈ ਹੈ? ਪਹਿਲੀ ਗੱਲ, ਪਹਿਲੀ ਗੱਲ। ਦੂਜੀ ਗੱਲ, ਉਹਨਾਂ ਨੇ ਕਿਹਾ ਸੀ ਜਥੇਬੰਦੀਆਂ ਨੇ ਕਿ ਸਾਡੀ ਸ਼ੋਰ ਕਰੋ MSP ਤੇ ਖਰੀਦ ਗਰੰਟੀ ਕਰੋ ਐਕਟ ਦੇ ਰਾਹੀਂ। ਇੱਕ ਲਾਈਨ ਨਹੀਂ ਇਸ ਐਕਟ 'ਚ ਲਿਖੀ ਕਿ MSP ਤੇ ਸਾਰੀਆਂ ਫਸਲਾਂ ਖਰੀਦੀਆਂ ਜਾਣਗੀਆਂ ਹਰ ਸਾਲ MSP ਤੇ। ਉਹਨਾਂ ਦੀ ਮੰਗ ਸੀ ਕਿ ਕੋਈ ਵੀ ਫਸਲ 22 ਤੇ 22 ਫਸਲਾਂ MSP ਤੇ ਡਿਕਲੇਅਰ ਹੋਣ ਤੇ ਖਰੀਦੀਆਂ ਜਾਣ। ਇੱਕ ਲਾਈਨ ਨਹੀਂ ਲਿਖੀ। ਵੱਡਾ ਨੁਕਸਾਨ ਇੱਕ ਆ ਕੀਤਾ, ਉਹਨੇ ਕਿਹਾ 3 ਸਾਲ ਦੀ ਸਜ਼ਾ ਹੋਊਗੀ। ਮਤਲਬ ਕਿ ਜੇ ਤੁਸੀਂ ਫਸਲ ਕੋਈ ਨਹੀਂ ਖਰੀਦੂਗਾ ਕਦਰ ਹੋਊਗੀ। ਇਹਨੇ ਇਹ ਨਹੀਂ ਕਿਹਾ ਕਿ ਜੇ ਕੋਈ ਨਹੀਂ ਖਰੀਦੂਗਾ ਤੇ ਪੰਜਾਬ ਸਰਕਾਰ MSP ਤੇ ਖਰੀਦੂਗੀ। ਚੌਥੀ ਡਿਮਾਂਡ ਸੀ ਸਾਰੀ ਜਥੇਬੰਦੀਆਂ ਦੀ ਕਿ ਜੋ ਕੈਪਟਨ ਅਮਰਿੰਦਰ ਸਿੰਘ ਦਾ 2017 ਦਾ ਕਾਨੂੰਨ, ਕਾਲਾ ਕਾਨੂੰਨ ਜੋ ਮੋਦੀ ਸਾਹਿਬ ਦੇ ਕਾਨੂੰਨ ਵਰਗਾ ਹੈ, ਸੇਮ ਹੈ, ਉਹਨੂੰ ਰੱਦ ਕੀਤਾ ਜਾਏ। ਉਹਨੂੰ ਰੱਦ ਵੀ ਨਹੀਂ ਕੀਤਾ, ਉੱਤੇ ਇੱਕ ਐਕਟ ਵਿੱਚ ਪਾਤਾ ਕਿ ਉਹ ਲਾਗੂ ਰਹੂਗਾ। ਸੋ ਮੈਨੂੰ ਇੱਕ ਗੱਲ ਦੱਸ ਦਿਓ ਜਿਹੜੀ ਨਾਲ ਇਸ ਐਕਟ ਨਾਲ ਇੱਕ ਗੱਲ ਦੱਸ ਦਿਓ ਜਿਹੜਾ ਪੰਜਾਬ ਦੇ ਕਿਸਾਨ ਨੂੰ ਫਾਇਦਾ ਹੋਊਗਾ ਤੇ ਮੈਂ ਤੁਹਾਡੇ ਨਾਲ ਉਹਦੇ ਨਾਲ ਡਿਸਕਸ ਕਰ ਸਕਦਾ। ਮੈਂ ਉਹੀ ਕਹਿ ਰਿਹਾ ਨਾ, ਮੈਂ ਤਾਂ ਦੱਸਾਂ ਕੀ ਹੈ, ਮੈਂ ਉਹੀ ਪੁੱਛਣਾ ਚਾਹਣਾ ਹੈ। ਜੇ ਕਿਸਾਨ ਜਥੇਬੰਦੀਆਂ ਨੂੰ ਆਪ ਅੱਧਿਆਂ ਨੂੰ ਪਤਾ ਹੈ, ਮੈਜੋਰਟੀਆਂ ਨੂੰ ਪਤਾ ਹੈ, ਤਾਂ ਹੀ ਉਹਨਾਂ ਨੇ ਉਹ ਕਿਸਾਨ ਔਰ ਅੰਦੋਲਨ ਵਾਪਸ ਨਹੀਂ ਕੀਤਾ। ਬੈਠੇ ਕਿਉਂ ਹੈ? ਕਿਉਂਕਿ ਉਹਨਾਂ ਨੇ ਦਿਲ 'ਚ ਆ ਗਿਆ ਧੋਖਾ ਹੋ ਗਿਆ, ਕਰ ਗਿਆ ਸਾਰੇ। ਸਾਡੀ ਇੱਕੋ ਹੀ ਡਿਮਾਂਡ ਹੈ ਕਿ ਆ ਸੋਲੂਸ਼ਨ ਇੱਕੋ ਇੱਕ ਹੈ, ਪੰਜਾਬ ਨੂੰ ਇੱਕ ਐਕਟ ਬਣਾਇਆ ਜਾਏ। ਜੇ ਨਹੀਂ ਕਰਦੇ 1 ਸਾਲ ਬਾਅਦ ਇਲੈਕਸ਼ਨ ਆ ਜਾਣਾ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਕਿਸਾਨਾਂ ਦੀ ਜਥੇਬੰਦੀ ਹੈ। ਪਹਿਲੀ ਕੈਬਨਿਟ ਮੀਟਿੰਗ 'ਚ ਸਾਰੇ ਪੰਜਾਬ ਨੂੰ ਇੱਕ ਮੰਡੀ ਡਿਕਲੇਅਰ, ਇੱਕ ਯਾਰਡ ਡਿਕਲੇਅਰ ਕਰਕੇ ਆ ਸੈਂਟਰ ਦੇ ਕਾਨੂੰਨ ਰੱਦ ਕਰਾਂਗੇ। ਠੀਕ ਹੈ सर, जिसका मसला है तो सेंटर साहब लगातार जो बिल पास करिए स्टेट की सर्वाइवल और खेतरी पार्टियां सर्वाइवल औखी हो जाएगी। जम्मू कश्मीर की जी PDP और नैशनल कॉन्फ्रेंस जो दुश्मन रही वो इकट्ठे हो जाए। पंजाब च उम्मीद की जा सकती है ਕਿਹਦੇ ਨਾਲ ਇਕੱਠੇ ਹੋਏ? ਜ਼ਿੰਦਗੀ 'ਚ ਕਾਂਗਰਸ ਨਾਲ ਨਹੀਂ ਇਕੱਠੇ ਹੋ ਸਕਦੇ। ਆਪਣਾ ਸੁਖਬੀਰ ਜੀ, ਇਹ ਸੁਖਬੀਰ ਜੀ ਐਕਟ ਰੱਦ ਕਰਨ ਦਾ ਉਹ ਵੀ ਇਸੇ ਤਰੀਕੇ ਨਾਲ ਲਿਆਂਦਾ ਸੀ ਕਿ ਕਿਸੇ ਨੂੰ ਦਿਖਾਇਆ ਨਹੀਂ। ਸਵੇਰੇ ਸੈਸ਼ਨ ਬੁਲਾਇਆ, 10 ਵਜੇ ਆਪ ਆਏ, ਉਹ ਬਿੱਲ ਰੱਖਿਆ ਤੇ ਕਹਿੰਦੇ ਸ਼ਾਮ ਨੂੰ ਅਸੀਂ ਸੁਪਰੀਮ ਕੋਰਟ ਤੱਕ ਜਾਣਾ ਹੈ ਤੇ ਪਾਣੀਆਂ ਦਾ ਐਕਟ ਰੱਦ ਕਰਨਾ। ਉਸੇ ਟਾਈਮ ਡਿਸਕਸ਼ਨ ਕਰਾ ਕੇ ਉਹਨਾਂ ਨੇ ਪਾਸ ਕਰਾਇਆ। ਇੱਕ ਵੱਡੀ ਪ੍ਰੋਵੀਜ਼ਨ ਸੈਕਸ਼ਨ 5 ਦੀ, ਜਿਹੜਾ ਸਭ ਤੋਂ ਵੱਡਾ ਧੋਖਾ ਪੰਜਾਬ ਸਰਕਾਰ ਨਾਲ ਉਦੋਂ ਪੰਜਾਬ ਦੀ ਜਨਤਾ ਨਾਲ ਕਿਸਾਨੀ ਨਾਲ ਕੀਤਾ, ਸੈਕਸ਼ਨ 5 ਪਾ ਕੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਪੁਰਾਣੇ ਜਿੰਨਾ ਪਾਣੀ ਉਸ ਤਰੀਕ ਤੱਕ ਜਾਂਦਾ ਸੀ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਸਾਰਾ ਹੀ ਲੀਗਲ ਕਰਤਾ, ਰਿਪੇਰੀਅਨ ਰਾਈਟ ਹੀ ਖਤਮ ਕਰਤਾ। ਤਾਂ ਇਮੀਡੀਏਟਲੀ ਕਿਉਂਕਿ ਉਦੋਂ ਪ੍ਰੈਸ਼ਰ ਇੰਨਾ ਸੀ ਕਰਕੇ 3 ਵਜੇ ਗਵਰਨਰ ਨੂੰ ਕਰਕੇ ਉੱਥੇ ਐਲਾਨ ਕਰਤਾ ਤੇ ਆਪਣੇ ਆਪ ਨੂੰ ਬੜੇ ਢੋਲ ਖੜਕਾਏ ਕਿ ਮੈਂ ਪਾਣੀਆਂ ਦਾ ਰੱਖਾਂ। ਤੇ ਉਹੀ ਤੇ ਬਾਅਦ ਸਾਰਿਆਂ ਨੂੰ ਪਤਾ ਲੱਗ ਗਿਆ ਸੁਪਰੀਮ ਕੋਰਟ ਨੇ ਉਹਨੂੰ ਉਸੇ ਨੂੰ ਰੱਦ ਕੀਤਾ ਤੇ ਉਸੇ ਨੂੰ ਕੋਰਟ ਕੀਤਾ। ਜਦੋਂ ਪਾਣੀਆਂ ਦੀ ਗੱਲ ਆਈ 3 ਮਹੀਨਿਆਂ ਦੀ ਜਿਹੜੀ ਪੰਜਾਬ ਦੇ ਕਿਸਾਨਾਂ ਵਿੱਚ ਬੇਚੈਨੀ 3 ਆਰਡੀਨੈਂਸ ਬਾਰੇ ਚੱਲ ਰਹੀ ਸੀ। ਸੈਂਟਰ ਦੀ ਸਰਕਾਰ ਨੇ 3 ਆਰਡੀਨੈਂਸ ਲਿਆਂਦੇ ਜਿਹਨਾਂ ਨੂੰ ਬਿੱਲ ਵਿੱਚ ਕਨਵਰਟ ਕੀਤਾ, ਜਿੱਥੇ ਪੰਜਾਬ ਦੀ APMC ਮੰਡੀ ਨੂੰ ਉਹਦਾ ਦਾਇਰਾ ਘਟਾ ਕੇ
ਬਿਲਕੁਲ ਛੋਟਾ ਕਰਤਾ ਤੇ ਬਾਕੀ ਸਾਰੇ ਨੂੰ ਆਪਣੇ ਕੰਟਰੋਲ ਵਿੱਚ ਟ੍ਰੇਡ ਏਰੀਆ ਦੇ ਨਾਂ ਤੇ ਕੰਟਰੋਲ ਕਰਕੇ ਆਪਣੇ ਐਕਟ ਬਣਾਤੇ, ਜਿੱਥੇ ਕਾਰਪੋਰੇਟ ਘਰਾਣਿਆਂ ਨੂੰ ਅਲਾਓ ਕਰਤਾ ਤੁਸੀਂ ਆਓ, ਖੁੱਲੀ ਛੁੱਟੀ ਹੈ ਤੁਹਾਨੂੰ, ਜੋ ਮਰਜ਼ੀ ਖਰੀਦੋ, ਤੁਹਾਡੇ ਤੇ ਕੋਈ ਕਾਨੂੰਨ ਨਹੀਂ, ਸਾਡਾ ਕਾਨੂੰਨ ਹੋਊਗਾ, ਤੁਹਾਨੂੰ ਕੋਈ ਟੈਕਸ ਦੇਣ ਦੀ ਲੋੜ ਨਹੀਂ, ਕਿਸੇ ਚੀਜ਼ ਦੀ ਕੁਝ ਲੋੜ ਨਹੀਂ। ਆ ਸਾਰਾ ਕੀਤਾ। ਕਿਸਾਨਾਂ ਦੀ ਬੜੀ ਬੇਚੈਨੀ ਸੀ, MSP ਬਾਰੇ ਜਿਹੜੀ ਸ਼ੰਕਾ ਸੀ ਕੋਈ ਉਹਨਾਂ ਨੇ ਉਹਦੀ ਦੂਰ ਨਹੀਂ ਕੀਤੀ ਕਿ MSP ਦੀ ਖਰੀਦ ਹੋਊਗੀ, ਕੋਈ ਜੋ ਮੰਗ ਸੀ ਕਿ ਕਾਨੂੰਨ ਵਿੱਚ ਲਾਇਆ ਜਾਏ, ਕੁਛ ਨਹੀਂ ਕੀਤਾ। ਤੇ ਜਦੋਂ ਕੁਛ ਨਹੀਂ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਹਿਲਾ ਸਟੈਂਡ ਪਹਿਲੇ ਦਿਨ ਤੋਂ ਸੀ ਕਿ ਜੇ ਕਿਸਾਨਾਂ ਦੇ ਹੱਕ ਲਈ ਕੁਛ ਵੀ ਕੁਰਬਾਨੀ ਦੇਣੀ ਅਸੀਂ ਕਰਾਂਗੇ। ਸਾਡੀ ਮੰਤਰੀ ਉਦੋਂ ਹਰਸਿਮਰਤ ਕੌਰ ਬਾਦਲ ਨੇ ਉੱਥੋਂ ਅਸਤੀਫਾ ਵੀ ਦਿੱਤਾ ਪਾਰਲੀਮੈਂਟ 'ਚ, ਤੇ ਅਸੀਂ NDA ਨਾਲ 30 ਸਾਲ ਪੁਰਾਣਾ ਰਿਸ਼ਤਾ ਅਸੀਂ ਤੋੜ ਵੀ ਦਿੱਤਾ, ਕਿਉਂਕਿ ਸਾਡੇ ਵਾਸਤੇ ਕਿਸਾਨ ਪਿਆਰਾ ਹੈ, ਪੰਜਾਬ ਪਿਆਰਾ ਹੈ। ਤੇ ਸ਼੍ਰੋਮਣੀ ਅਕਾਲੀ ਦਲ ਦੇ ਜੇ ਇਤਿਹਾਸ ਦੇਖੋ, ਅਸੀਂ ਲੜਾਈ ਕਿਸਾਨਾਂ ਦੀ, ਗਰੀਬਾਂ ਦੀ, ਮਜ਼ਦੂਰਾਂ ਦੀ, ਪੰਜਾਬੀਆਂ ਵਾਸਤੇ ਲੜਦੇ ਰਹੇ ਹਾਂ। ਪਿਛਲੇ ਕਾਫੀ ਸਮੇਂ ਤੋਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ, ਕਈ ਕਿਸਾਨ ਵੀਰਾਂ ਨੇ ਆਪਣੀਆਂ ਜਾਨਾਂ ਵੀ ਦੇਤੀਆਂ ਸੰਘਰਸ਼ 'ਚ। ਆ ਪੰਜਾਬ ਦੇ ਬਿੱਲਾਂ, ਆ ਜਿਹੜੇ 3 ਸੈਂਟਰ ਦੇ ਮੋਦੀ ਦੇ ਬਿੱਲ ਹੈ ਉਹਨਾਂ ਦੇ ਖਿਲਾਫ। ਉਹਨਾਂ ਦੀ ਮੰਗ ਕੱਲੀ 3 ਮੰਗਾਂ ਜਾਂ 4 ਮੰਗਾਂ ਕਿ ਆ ਤਿੰਨੇ ਆਰਡੀਨੈਂਸ ਐਕਟ ਜਿਹੜੇ ਪਾਸ ਕੀਤੇ ਗਏ ਹੈ, ਆ ਤਿੰਨੇ ਐਕਟਾਂ ਨੂੰ ਰੱਦ ਕੀਤਾ ਜਾਏ, MSP ਤੇ ਖਰੀਦ ਯਕੀਨੀ ਕਾਨੂੰਨੀ ਬਣਾਈ ਜਾਏ, MSP ਤੇ ਸਾਰੀ ਫਸਲ, ਪਹਿਲੀ ਤਾਂ MSP ਹਰ ਸਾਲ ਡਿਕਲੇਅਰ ਕੀਤੀ ਜਾਏ, 22 ਫਸਲ ਜਿੰਨੀਆਂ ਫਸਲਾਂ, ਤੇ MSP ਤੇ ਖਰੀਦ ਯਕੀਨੀ ਕੀਤੀ ਜਾਏ। ਕਿਸਾਨ ਜਥੇਬੰਦੀਆਂ ਨਾਲ ਪੰਜਾਬ ਸਰਕਾਰ ਦੀ ਗੱਲ ਚੱਲਦੀ ਰਹੀ ਤੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਅਸੈਂਬਲੀ ਦਾ ਸੈਸ਼ਨ ਬੁਲਾਉਣੇ ਆ। ਮੈਂ ਐਕਟ ਪਾਸ ਕਰਦਾ। ਮੈਂ ਕੈਪਟਨ ਸਾਹਿਬ ਨੂੰ, ਤੁਸੀਂ ਯਾਦ ਹੋਣਾ ਹੈ, ਮੈਂ ਪੰਜਾਬ ਦੀ ਸਰਕਾਰ ਨੂੰ ਕਾਫੀ ਦੇਰ ਦਾ ਇੱਕੋ ਹੀ ਗੱਲ ਕਰ ਰਿਹਾ ਕਿ ਅਸੀਂ ਵੱਡੇ ਵੱਡੇ ਕਾਨੂੰਨ ਜਿਹੜੇ ਬਣਾਉਂਦੇ ਆ ਉਹਨਾਂ ਨਾਲ ਸਲਾਹ ਕੀਤੀ ਹੈ। ਉਹਨਾਂ ਨੇ ਇੱਕੋ ਹੀ ਰਾਏ ਦਿੱਤੀ ਹੈ ਕਿ ਜੇ ਤੁਸੀਂ ਸੈਂਟਰ ਦੇ ਕਾਨੂੰਨ ਤੋਂ ਬਚਣਾ, 3 ਐਕਟਾਂ ਤੋਂ ਬਚਣਾ ਹੈ ਤਾਂ ਬਚ ਸਕਦੇ ਹੋ। ਜੇ ਤੁਸੀਂ ਪੰਜਾਬ ਦੀ ਅਸੈਂਬਲੀ ਸਾਰੇ ਪੰਜਾਬ ਨੂੰ APMC ਮਾਰਕੀਟ ਇੱਕ ਯਾਰਡ ਡਿਕਲੇਅਰ ਕਰ ਦੇ ਤੇ ਫਿਰ ਤੁਸੀਂ ਉਹ ਜਿਹੜੇ ਸੈਂਟਰ ਦੇ ਕਾਨੂੰਨ ਨਹੀਂ ਲਾਗੂ ਹੋਣਗੇ। APMC ਐਕਟ ਪੂਰੇ ਪੰਜਾਬ ਨੂੰ ਯਾਰਡ ਡਿਕਲੇਅਰ ਕਰਨ ਵਾਸਤੇ ਸਾਨੂੰ ਕੋਈ ਰਾਸ਼ਟਰਪਤੀ ਦੀ ਜਾਂ ਸੈਂਟਰ ਦੇ ਪਾਰਲੀਮੈਂਟ ਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਜਾਂ ਮਨਜ਼ੂਰੀ ਦੀ ਲੋੜ ਨਹੀਂ। ਆ ਐਕਟ ਕੌਨਸਟੀਟਿਊਸ਼ਨ ਦੇ ਥੱਲੇ, APMC ਐਕਟ ਪੰਜਾਬ ਦੇ ਅਧਿਕਾਰ, ਪੰਜਾਬ ਦੀ ਅਸੈਂਬਲੀ ਦੇ ਥੱਲੇ ਅਧਿਕਾਰ 'ਚ ਹੈ। ਅਸੀਂ ਪਿਛਲੇ 1961 'ਚ APMC ਐਕਟ ਬਣਿਆ। ਇਸ ਐਕਟ ਨੇ ਸਾਰੇ ਲੀਗਲ ਸਕਰੂਟਨੀ ਦੇ ਥਰੂ ਤੋਂ ਨਿਕਲਿਆ। ਆ ਸੁਪਰੀਮ ਤੋਂ ਕੋਰਟ ਤੱਕ ਇਸ ਐਕਟ ਨੂੰ ਪ੍ਰੋਟੈਕਟ ਕੀਤਾ ਸੁਪਰੀਮ ਕੋਰਟ ਨੇ ਤੇ ਕੌਨਸਟੀਟਿਊਸ਼ਨ ਨੇ। ਆ ਲਾਤ ਸੀ, ਪਰ ਕਿਉਂਕਿ ਕੈਪਟਨ ਦੇ ਮਨ 'ਚ ਸ਼ੈਤਾਨੀ, ਕਿਉਂਕਿ ਕੈਪਟਨ ਦੀ ਸੋਚ ਤੇ ਗਵਰਨਮੈਂਟ ਆਫ ਇੰਡੀਆ ਦੀ ਸੋਚ ਇੱਕੋ ਇੱਕ ਹੈ। ਤੁਸੀਂ ਕਾਂਗਰਸ ਦਾ ਮੈਨੀਫੈਸਟੋ 2017 ਦਾ, ਪਿਛਲੇ ਸਾਲ ਦਾ ਵੀ ਦੇਖੋ, ਉਹਨਾਂ ਨੇ ਕਲੀਅਰ ਕੀਤਾ। ਰਾਹੁਲ ਗਾਂਧੀ ਨੇ ਆਪਣੇ ਮੈਨੀਫੈਸਟੋ 'ਚ, ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਦੋਂ ਕਲੀਅਰ ਕੀਤਾ ਸੀ ਕਿ ਸਾਡੀਆਂ ਸਰਕਾਰਾਂ ਆਉਣਗੀਆਂ, ਅਸੀਂ ਪ੍ਰਾਈਵੇਟ ਮੰਡੀਆਂ ਖੋਲਾਂਗੇ, ਅਸੀਂ ਪ੍ਰਾਈਵੇਟ ਈ ਟ੍ਰੇਡਿੰਗ ਕਰਾਂਗੇ। ਜੋ ਸੈਂਟਰ ਦੀ ਸਰਕਾਰ ਦੇ 3 ਐਕਟਾਂ 'ਚ ਲਿਖਿਆ ਹੈ, ਉਹੀ ਚੀਜ਼ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। 2017 ਦੇ ਵਿੱਚ ਉਹਨਾਂ ਨੇ ਸਰਕਾਰ ਬਣਤੇ ਹੀ ਉਹ ਐਕਟ ਇਮੀਡੀਏਟਲੀ ਪਾਸ ਕੀਤੇ, ਅੱਜ ਤੱਕ ਲਾਗੂ ਹੈ। ਜਿਹੜਾ ਵੱਡਾ ਫਰਾਡ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਡਰਾਮਾ ਕੀਤਾ, ਆ ਜਿਹੜਾ ਪੰਜਾਬ ਦੀ ਅਸੈਂਬਲੀ 'ਚ ਆ ਲਿਆ ਕੇ ਕਿਹਾ ਕੁਛ, ਕੀਤਾ ਕੁਛ। ਉੱਥੇ ਜੋ ਅਸੈਂਬਲੀ 'ਚ ਸੈਸ਼ਨ ਸ਼ੁਰੂ ਹੋਇਆ, ਪਹਿਲੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ, ਦੂਜੀਆਂ ਪੋਲੀਟੀਕਲ ਪਾਰਟੀ, ਆਮ ਆਦਮੀ ਪਾਰਟੀ ਦੀ ਵੀ, ਤੇ ਸਾਰੀ ਜਥੇਬੰਦੀਆਂ ਲੋਕਾਂ ਦੀ ਮੰਗ ਸੀ ਕਿ ਕੈਪਟਨ ਨੇ ਕਿਹਾ ਜੀ ਮੈਂ ਐਕਟ ਲੈ ਕੇ ਆਊਂਗਾ।
ਸਾਰਿਆਂ ਨੂੰ ਉਮੀਦ ਸੀ ਕਿ ਬੜਾ ਸੋਚ ਸਮਝ ਕੇ ਲੀਗਲ ਓਪੀਨੀਅਨ ਲੈ ਕੇ ਕੋਈ ਇਹੋ ਜਿਹੀ ਚੀਜ਼ ਕਰੂਗਾ ਜਿਹਦੇ ਨਾਲ ਪੰਜਾਬ ਦਾ ਕਿਸਾਨਾਂ ਦਾ ਭਲਾ ਹੋਊਗਾ। ਆ ਜਿਹੜੀ ਆਪਣੇ ਉੱਤੇ ਤਲਵਾਰ ਲੜਕਦੀ ਹੈ ਉਹ ਤਲਵਾਰ ਤੋਂ ਖਹਿੜਾ ਛੁੱਟੂਗਾ। ਪਰ ਕੈਪਟਨ ਦੇ ਮਨ 'ਚ ਖੋਟ ਸੀ, ਚੋਰੀ ਸੀ, ਬੇਈਮਾਨੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਅਸੀਂ ਕਿਹਾ ਸਾਨੂੰ 1 ਦਿਨ ਪਹਿਲੇ ਜਾਂ 2 ਦਿਨ ਪਹਿਲੇ ਸਾਨੂੰ ਉਹ ਐਕਟ ਨੂੰ ਦਿਖਾਇਆ ਜਾਏ, ਸੋ ਅਸੀਂ ਪੜ੍ਹ ਲਈਏ, ਪੜ੍ਹ ਕੇ ਜੇ ਕੋਈ ਕਮੀਆਂ ਲੱਗਦੀਆਂ ਅਸੀਂ ਉੱਥੇ ਰੱਖ ਸਕੀਏ ਤੇ ਅਸੀਂ ਰਲ ਮਿਲ ਕੇ, ਕਿਉਂਕਿ ਅਸੀਂ ਕੈਪਟਨ ਸਾਹਿਬ ਨੂੰ ਤੇ ਪੂਰੇ ਪਹਿਲੇ ਹੀ ਕਹਿਤਾ ਸੀ ਕਿ ਜੇ ਕਿਸਾਨਾਂ ਦੇ ਹਿੱਤ ਵਿੱਚ ਜੋ ਵੀ ਕਾਨੂੰਨ ਤੁਸੀਂ ਲੈ ਕੇ ਆਓਗੇ, ਕੋਈ ਵੀ ਐਕਟ ਬਣਾਓਗੇ, ਅਸੀਂ ਤੁਹਾਡੇ ਨਾਲ ਹੈ, ਸਾਰਾ ਹਾਊਸ ਨਾਲ ਹੈ, ਸਾਰੇ ਪੂੰਜਾ ਪੰਜਾਬ ਨਾਲ ਹੈ। ਕੈਪਟਨ ਸਾਹਿਬ ਨੇ ਇਹਦਾ ਫਾਇਦਾ ਚੱਕਿਆ। ਉਸ ਦਿਨ ਸਵੇਰੇ 10 ਵਜੇ, ਰਾਤ ਤੱਕ ਵੀ ਨਹੀਂ, ਤੁਸੀਂ ਦੇਖੋ ਕੈਪਟਨ ਨੇ ਆਪਣੇ ਕੈਬਨਿਟ ਨੂੰ ਵੀ ਮੈਨੂੰ ਲੱਗਦਾ ਤੁਕ ਨਹੀਂ ਦੱਸਿਆ, ਕਿਉਂਕਿ ਉਹਦੀ ਗੱਲ ਸਿੱਧੀ ਸੈਂਟਰ ਨਾਲ ਚੱਲ ਰਹੀ ਸੀ। ਕੈਬਨਿਟ ਤੋਂ ਵੀ ਤੁਸੀਂ ਦੇਖੋ ਕਾਂਗਰਸ ਇੰਨੀ ਚਾਲੂ ਹੈ, ਕੈਬਨਿਟ 'ਚ ਆ ਜਾਂਦਾ ਪਹਿਲੇ ਤੇ ਪਤਾ ਲੱਗ ਜਾਣਾ ਸੀ 1 ਦਿਨ ਪਹਿਲੇ। ਕੈਬਨਿਟ 'ਚ ਵੀ ਨਹੀਂ ਲਿਆਂਦਾ, ਕੈਬਨਿਟ ਵਿੱਚ 1 ਦਿਨ ਪਹਿਲੇ ਰੈਜ਼ੋਲੂਸ਼ਨ ਪਾਸ ਕਰਤੀ ਕਿ ਅਸੀਂ ਸਾਰਾ ਕੁਝ ਆਥੋਰਾਈਜ਼ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਨੂੰਨ ਲਿਆਉਣ ਵਾਸਤੇ। ਮੈਂ ਪਹਿਲੀ ਵਾਰ ਦੇਖਿਆ ਹੈ ਕਿ ਕੈਬਨਿਟ ਇੱਕ ਕਾਨੂੰਨ ਆ ਰਿਹਾ ਹੈ, ਕਾਨੂੰਨ 'ਚ ਕੈਬਨਿਟ ਦੀ ਕੋਈ ਬਹਿਸ ਨਹੀਂ, ਕੋਈ ਡਿਸਕਸ਼ਨ ਨਹੀਂ, ਇਕੱਲੇ ਅਮਰਿੰਦਰ ਸਿੰਘ ਤੇ ਛੱਡ ਦਿੰਦੇ ਹੋ। ਕਿਉਂ ਛੱਡ ਰਹੇ ਹੋ? ਕਿਉਂਕਿ ਤੁਹਾਡੇ ਮਨ 'ਚ ਖੋਟ ਹੈ ਕਿ ਤੁਸੀਂ ਦੱਸਣਾ ਨਹੀਂ ਚਾਹੁੰਦੇ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਅਗਲੇ ਦਿਨ ਫੈਸਲਾ ਕੀਤਾ, ਸਵੇਰੇ ਪਹਿਲੇ ਆਉਣ ਸਾਰ ਸਾਡੇ ਸ਼ਰਨਜੀਤ ਢਿੱਲੋਂ ਜੀ, ਸਾਡੇ ਲੀਡਰਾਂ, ਵਿਕਰਮ ਮਜੀਠੀਆ ਜੀ ਨੇ ਕਿਹਾ ਕਿ ਸਾਨੂੰ ਜੇ ਤੁਸੀਂ ਅੱਜ ਲਿਆਉਣਾ ਹੈ, ਤੁਸੀਂ ਅੱਜ ਐਕਟ ਦਿਓ ਸਾਨੂੰ ਫਿਰ ਜੌਨ ਕਰ ਦਿਓ ਹਾਊਸ ਨੂੰ, ਸਾਨੂੰ ਪੜ੍ਹ ਲੈਣ ਦਿਓ ਕਿ ਇਹਦੇ 'ਚ ਕੀ ਲਿਖਿਆ, ਫਿਰ ਤੁਸੀਂ 1 ਦਿਨ ਦਾ ਬ੍ਰੇਕ ਦੇ ਦਿਓ, ਅਸੀਂ ਸਾਰਾ ਪੜ੍ਹ ਕੇ। ਪਰ ਸ਼ੈਤਾਨੀ ਸੀ ਉਹਨਾਂ ਦੇ ਮਨ 'ਚ। ਉਹਨੇ ਕਿਹਾ ਨਹੀਂ, ਉਹਨੇ ਉਸੇ ਟਾਈਮ ਸਪੀਕਰ ਨੇ ਡਿਸਕਸ਼ਨ ਸ਼ੁਰੂ ਕਰਤੀ ਤੇ ਦੋ ਜਿਹੜੇ ਘੰਟਿਆਂ ਦੇ ਅੰਦਰ ਰੈਜ਼ੋਲੂਸ਼ਨ ਪਾਸ ਕਰਤਾ। ਉਹ ਰੈਜ਼ੋਲੂਸ਼ਨ ਕੀ ਸੀ? ਕੈਪਟਨ ਸਾਹਿਬ ਉੱਠੇ, ਰੈਜ਼ੋਲੂਸ਼ਨ ਹੋਰ ਹੈ ਤੇ ਕਾਨੂੰਨ ਐਕਟ ਦੇ ਬਾਰੇ ਥੱਲੇ ਹੋਰ ਕੁਝ ਸੀ। ਰੈਜ਼ੋਲੂਸ਼ਨ ਹੈ ਕਿ ਪੰਜਾਬ ਅਸੈਂਬਲੀ, ਪੰਜਾਬ ਸਰਕਾਰ ਆ ਐਕਟ ਪਾਸ ਕਰਦੀ ਹੈ ਰੈਜ਼ੋਲੂਸ਼ਨ ਵਿੱਚ ਕਿ ਸੈਂਟਰ ਦੇ 3 ਕਾਨੂੰਨਾਂ ਨੂੰ ਰੱਦ ਕਰਦੀ ਹੈ ਤੇ ਫੈਸਲਾ ਕਰਦੀ ਹੈ, ਲਿਖਦੀ ਹੈ ਕਿ ਸੈਂਟਰ ਸਰਕਾਰ ਹਰ ਸਾਲ MSP ਨੂੰ ਲੀਗਲ ਰਾਈਟ ਬਣਾਏ ਤੇ MSP ਤੇ ਖਰੀਦੀ ਜਾਏ ਹਰ ਫਸਲ, ਇੱਕ ਤਿਨਕਾ ਸਾਰੀ ਫਸਲਾਂ ਖਰੀਦੀਆਂ ਜਾਣ। ਆਹ ਰੈਜ਼ੋਲੂਸ਼ਨ ਹੈ। ਜਦੋਂ ਪੜ੍ਹਿਆ ਸਾਰੀ ਪਾਰਟੀ ਨੇ, ਜਿਵੇਂ ਸਾਡਾ ਸਟੈਂਡ ਸੀ ਕਿ ਆ 3 ਰੱਦ ਹੋਣੇ ਤੇ ਅਸੀਂ ਸਟੈਂਡ ਕੀਤਾ, ਪਰ ਥੱਲੇ ਜਿਹੜੇ 3 ਐਕਟ ਦਿੱਤੇ ਜਿਹੜੇ ਪੜ੍ਹਨੇ ਵੀ ਦਿੱਤੇ ਤੇ ਉਹਨਾਂ ਨੇ ਜਾਲੀ। ਪਰ ਥੋੜੇ ਜਿੰਨਾ ਸਾਡੇ ਲੀਡਰਾਂ ਨੇ ਪੜ੍ਹਿਆ ਤੇ ਦੇਖਿਆ ਕਿ ਇਹਦੇ 'ਚ ਕਈ ਚੀਜ਼ਾਂ, ਪਰ ਅਸੀਂ ਆਪਣੀਆਂ ਜੋ ਗੱਲਾਂ ਉੱਥੇ ਰੱਖੀਆਂ ਪਾਸ ਕਰ ਦਿੱਤਾ। ਹੁਣ ਕੀ ਕੀਤਾ ਨੁਕਸਾਨ ਕੈਪਟਨ ਨੇ ਤੇ ਕੀ ਸੀ ਮੰਗ ਸਾਰੀ ਕਿਸਾਨ ਜਥੇਬੰਦੀ, ਕਿਸਾਨਾਂ ਦੀ, ਕਿਸਾਨ ਸਾਰੇ ਜਥੇਬੰਦੀਆਂ ਦੀ, ਸਮੁੱਚੇ ਕਿਸਾਨਾਂ ਦੀ, ਸਾਰੇ ਪੰਜਾਬੀਆਂ ਦੀ ਮੰਗ ਸੀ ਕਿ 3 ਐਕਟ ਜਿਹੜੇ ਕਾਨੂੰਨ ਹੈ ਸੈਂਟਰ ਸਰਕਾਰ ਦੇ ਰੱਦ ਕੀਤੇ ਜਾਣ। ਕੈਪਟਨ ਨੇ ਅਸੈਂਬਲੀ ਸੈਸ਼ਨ 'ਚ ਐਕਟ ਜਿਹੜੇ ਲਿਆਂਦੇ ਆ ਉਹਦੇ 'ਚ ਕੋਈ ਰੱਦ ਨਹੀਂ ਕੀਤੇ, ਸਗੋਂ ਉਹਨਾਂ ਐਕਟਾਂ ਤੇ ਮੋਹਰ ਲਾ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਰੱਦ ਨਹੀਂ ਕੀਤੇ, ਕੱਲੇ ਅਮੈਂਡਮੈਂਟ ਲਿਆਂਦੀ ਹੈ। ਅਮੈਂਡਮੈਂਟ ਦਾ ਮਤਲਬ ਹੈ ਤੁਸੀਂ ਐਕਸੈਪਟ ਕਰਦੇ ਹੋ ਐਕਟ ਠੀਕ ਹੈ, ਪਰ ਅਸੀਂ ਇਹਦੇ 'ਚ ਆਹ ਚੇਂਜਸ ਕਰ ਦਿਓ। ਜੋ ਕਿਸਾਨ ਸਾਰੇ ਕਿਸਾਨ ਭਰਾਵਾਂ ਦੀ ਮੰਗ ਸੀ, ਮੰਨੀ ਨਹੀਂ। ਦੂਜੀ ਗੱਲ, MSP ਨੂੰ ਯਕੀਨੀ ਬਣਾਇਆ ਜਾਏ। ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਐਕਟ ਲਿਆਂਦਾ ਹੈ ਉਹਦੇ 'ਚ ਇੱਕ ਲਾਈਨ ਦਿਖਾ ਦਿਓ ਜਿੱਥੇ ਲਿਖਿਆ ਕਿ MSP ਯਕੀਨੀ ਬਣਾਈ ਜਾਏ, MSP ਤੇ ਸਾਰੀਆਂ ਫਸਲਾਂ ਖਰੀਦੀਆਂ ਜਾਣ। ਇੱਕ ਲਾਈਨ ਨਹੀਂ ਲਿਖੀ MSP ਤੇ ਸਾਰੀਆਂ ਫਸਲਾਂ ਖਰੀਦੀਆਂ ਜਾਣ, ਕੱਲੀਆਂ ਲਿਖਤੀਆਂ ਝੋਨਾ ਤੇ ਕਣਕ ਜਿਹੜੀ ਪਹਿਲੇ ਹੀ MSP ਤੇ ਖਰੀਦੀ ਜਾ ਰਹੀ ਸੀ, ਕਹਿੰਦਾ ਉਹਨੇ ਖਰੀਦੀ ਜਾਵਾਂਗੇ। ਤੇ ਤੀਜੀ ਗੱਲ, ਦੂਜੀਆਂ ਫਸਲਾਂ ਜਿਹੜੀਆਂ ਕਣਕ, ਨਰਮਾ ਹੈ, ਆਪਣੇ ਮੱਕੀ ਹੈ, ਸਰੋਂ ਹੈ, ਬਾਸਮਤੀ, ਜੋ ਵੀ ਫਸਲ ਹੈ, ਜ਼ਿਕਰ ਹੀ ਨਹੀਂ ਕੀਤਾ ਕਿਉਂਕਿ ਸਾਰੀ ਗੱਲ ਹੋਈ ਸੀ ਉੱਤੇ। ਤੇ ਜਿਹੜੀ ਤੀਜੀ ਗੱਲ,
ਜਿਹੜੀ ਸਾਰਿਆਂ ਨੇ ਮੰਗ ਕੀਤੀ ਸੀ ਕਿਸਾਨ ਸਾਥ ਜਥੇਬੰਦੀ ਕਿ ਜਿਹੜੇ ਐਕਟ ਕੈਪਟਨ ਨੇ ਆਪ ਬਣਾਏ ਸੀ 2017 'ਚ ਕਿ APMC ਮੰਡੀ ਦੇ ਵਿੱਚ ਅਸੀਂ ਅਮੈਂਡਮੈਂਟ ਕੀਤੀ ਸੀ ਕਿ ਪ੍ਰਾਈਵੇਟ ਕਾਰਪੋਰੇਟ ਮੰਡੀਆਂ ਬਣਾਈ ਜਾਣ, ਕਾਰਪੋਰੇਟ ਆ ਕੇ ਲੈ ਜਾਣ, ਉਹਨੂੰ ਵੀ ਰੱਦ ਕੀਤਾ ਜਾਏ, ਉਹ ਵੀ ਬਿਲਕੁਲ ਰੱਦ ਨਹੀਂ ਕੀਤੀ। ਅਸੀਂ ਰੈਜ਼ੋਲੂਸ਼ਨ ਜਿਹੜਾ ਸਾਡੀ ਪਾਰਟੀ ਤਰਫੋਂ ਅਸੀਂ ਰੈਜ਼ੋਲੂਸ਼ਨ ਪਾਇਆ ਸੀ ਕਿ ਉਹ ਜਿਹੜੀ ਪੁਰਾਣਾ ਐਕਟ ਕੈਪਟਨ ਅਮਰਿੰਦਰ ਸਿੰਘ ਦਾ ਰੱਦ ਕੀਤਾ ਜਾਏ, ਉਹਨੇ ਬਿਲਕੁਲ ਰਿਜੈਕਟ ਕਰਤਾ ਸਾਡਾ। ਅਸੀਂ ਰੈਜ਼ੋਲੂਸ਼ਨ ਪਾਇਆ ਸੀ ਕਿ ਇੱਕ ਨਵੀਂ ਪੂਰੀ ਨੂੰ ਮੰਡੀ ਇੱਕ ਬਣਾਇਆ ਜਾਏ, ਜਿਹੜੇ ਮੈਂ ਬਾਅਦ ਜ਼ਿਕਰ ਕਰੂੰਗਾ, ਉਹ ਵੀ ਰੱਦ ਕੀਤਾ ਇਹਨਾਂ ਨੇ। ਸਾਜ਼ਿਸ਼ ਕਿਉਂ ਸੀ? ਕੈਪਟਨ ਨੇ ਕੀ ਕੀਤਾ? ਆ ਜਿਹੜੇ ਐਕਟ ਬਣਾ ਕੇ ਕੈਪਟਨ ਨੇ ਬਹੁਤ ਵੱਡਾ ਧੋਖਾ ਪੰਜਾਬ ਦੀ ਜਨਤਾ ਨਾਲ ਕੀਤਾ ਹੈ। ਧੋਖਾ ਉਹਨੂੰ ਵੀ ਪਤਾ ਹੈ, ਕਾਂਗਰਸ ਸਾਰਿਆਂ ਨੂੰ ਪਤਾ ਕਿ ਧੋਖਾ ਕੀਤਾ ਹੈ। ਉਹਨੇ ਜਿਹੜਾ ਧੋਖਾ ਕੀਤਾ ਹੈ, ਉਹਨੇ ਅਸੈਂਬਲੀ 'ਚ ਵੀ ਕਹਿਤਾ ਕਿ ਆ ਤਾਂ ਕੱਲਾ ਕਾਗਜ਼ ਹੈ, ਇਹਦੀ ਕਿਸੇ ਨੂੰ ਮਨਜ਼ੂਰੀ ਨਹੀਂ ਮਿਲਣੀ, ਇਹਨੂੰ ਮਨਜ਼ੂਰੀ ਨਹੀਂ ਮਿਲਣੀ। ਜਿਹੜਾ ਬੰਦਾ ਐਕਟ ਪਾਸ ਕਰ ਰਿਹਾ ਤੇ ਕਹਿ ਰਿਹਾ ਕਿ ਇਹਦੇ 'ਚ ਮਨਜ਼ੂਰੀ ਮਿਲਣੀ ਨਹੀਂ, ਆ ਤਾਂ ਸੈਂਟਰ ਦਾ, ਉੱਥੇ ਮਨਜ਼ੂਰੀ ਹੋਣੀ ਹੈ। ਇਹਨੇ ਸਾਰਾ ਕੁਝ ਜਿੱਥੇ ਆਪਾਂ ਸੀਗੇ ਪਹਿਲੇ, ਉੱਥੇ ਹੀ ਆਪਾਂ ਅੱਜ ਹੈ। ਆਪਾਂ ਨੂੰ ਫਿਰ ਤੋਂ ਸੈਂਟਰ ਦੇ ਦਰਬਾਰ ਵਿੱਚ ਫਿਰ ਤੋਂ ਭੇਜ ਦਿੱਤਾ। ਜਿਸ ਦਰਬਾਰ ਨੇ ਆਪਾਂ ਨੂੰ ਇੰਨਾ ਧੱਕਾ ਕੀਤਾ, ਕੈਪਟਨ ਨੇ ਵਾਪਸ ਉਹਨਾਂ ਦਰਬਾਰ 'ਚ ਹੀ ਵਾਪਸ ਭੇਜਤਾ ਕਿ ਫੈਸਲਾ ਹੁਣ ਉਹ ਕਰਨਗੇ ਆਪਣੇ ਕੋਲੋਂ। ਆ ਗੱਲ ਅਕਲੀ ਸਾਜ਼ਿਸ਼ ਨਾ ਹੋਈ ਹੈ। ਸੈਂਟਰ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨਾਲ ਆ ਗੱਲਬਾਤ ਹੋਈ, ਸਮਝੌਤਾ ਹੋਇਆ ਕਿ ਆ ਜਿਹੜੀਆਂ ਰੇਲ ਰੋਕੋ ਹੈ, ਆ ਜਿਹੜੇ ਇੱਥੇ ਸੜਕਾਂ ਦੇ ਧਰਨੇ ਲੱਗ ਰਹੇ ਹੈ, ਇਹਨਾਂ ਨੂੰ ਚੁਕਾਉਣ ਦਾ ਇੱਕੋ ਇੱਕ ਰਸਤਾ ਹੈ। ਉਹ ਕਹਿੰਦੇ ਜੀ ਕਿਸਾਨ ਯੂਨੀਅਨ ਨੂੰ ਤੁਸੀਂ ਕਹਿ ਦਿਓ ਕਿ ਮੈਂ ਐਕਟ ਬਣਾ ਦਿੰਦਾ, ਉਹਨਾਂ ਨੇ ਕਿਹੜਾ ਪੜ੍ਹਨਾ ਪੁੜਨਾ, ਤੁਸੀਂ ਐਕਟ ਬਣਾ ਕੇ ਰੈਜ਼ੋਲੂਸ਼ਨ ਸਾਡੇ ਕੋਲੇ ਭੇਜ ਦਿਓ, ਅਸੀਂ ਇੱਥੇ ਖੂਹ ਖਾਤੇ ਪਾ ਦਾਂਗੇ, ਇੱਥੇ ਹੋਣਾ ਨਹੀਂ, ਉਹਨਾਂ ਨੇ ਉੱਠ ਖੜਨਾ ਹੈ। ਪਰ ਸਾਥੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ ਹੈ, ਅਸੀਂ ਕਿਸੇ ਨਾਲ ਧੋਖਾ ਨਹੀਂ ਦੇ ਸਕਦੇ। ਸੱਚਾਈ ਨੂੰ ਸਾਹਮਣੇ ਰੱਖਣਾ ਸਾਡਾ ਫਰਜ਼ ਹੈ, ਸਾਡੀ ਜ਼ਿੰਮੇਵਾਰੀ ਹੈ। ਇਸ ਕਰਕੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਇਸ ਲਈ ਕੀਤੀ ਹੈ ਕਿ ਸੱਚਾਈ ਆ ਕਿ ਇਸ ਐਕਟ ਨੇ ਐਜ ਇੱਕ ਜਿਹੜਾ ਕੀਤਾ ਇੱਕ ਫਰਾਡ, ਆਪਾਂ ਨੂੰ ਅੱਖਾਂ ਉੱਤੇ ਮੈਨੂੰ ਹੁੰਦਾ ਮਿੱਟੀ ਪਾਈ, ਆਪਣੇ ਨਾਲ ਫਰਾਡ ਕੀਤਾ। ਜੋ ਕਿਸਾਨ ਜਥੇਬੰਦੀਆਂ ਕਿਸਾਨਾਂ ਦੀ ਮੰਗ ਸੀ, ਤਿੰਨੇ ਚਾਰੇ ਮੰਗਾਂ ਨੂੰ ਰਿਜੈਕਟ ਕਰਤਾ ਹੈ, ਇੱਕ ਵੀ ਮੰਗ ਨਹੀਂ ਮੰਨੀ। ਇਹਨੇ ਇੱਕ ਡਰਾਮਾ ਕਰਕੇ, ਇੱਕ ਆਪਣੇ ਪਬਲਿਸਿਟੀ ਕਰਕੇ ਕਿ ਮੈਂ ਪਹਿਲੇ ਪਾਣੀਆਂ ਦਾ ਰੱਖਾ ਸੀ, ਸਾਰਾ ਪਾਣੀ ਦੇਤਾ, ਹਰਿਆਣੇ ਤੋਂ ਪੱਕਾ ਕਰਤਾ, ਹਰਿਆਣੇ ਤੇ ਰਾਜਸਥਾਨ ਨੂੰ। ਹੁਣ ਮੋਦੀ ਸਾਹਿਬ ਨੇ ਖੁਸ਼ ਕਰਤਾ ਇੱਥੇ। ਹੁਣ ਇੱਕ ਸਵਾਲ ਕਈਆਂ ਨੇ ਪੁੱਛਿਆ ਕਿ ਤੁਸੀਂ ਕਿਉਂ ਸਪੋਰਟ ਉੱਥੇ ਕੀਤੀ? ਫਲੋਰ ਆਫ ਦ ਹਾਊਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਕਿਹਾ ਕਿ ਜਿਹੜੇ ਮੈਂ ਲੈ ਕੇ ਆਇਆ, ਕਿਉਂਕਿ 10 ਵਜੇ ਲੈ ਕੇ ਆ, ਕਿਸੇ ਨੂੰ ਪੜ੍ਹਨ ਦਿੱਤਾ ਨਹੀਂ, ਮੈਂ ਸਾਰਿਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਰਿਆਂ ਨੂੰ ਦਿਖਾਤਾ, ਸਾਰਿਆਂ ਦੀ ਅਪਰੂਵਲ ਲੈ ਲਈ ਹੈ, ਪੁੱਛ ਕੇ ਲੈ ਕੇ ਆਏ। ਸੋ ਸਾਰਿਆਂ ਨੇ ਲੱਗੇ। ਜਦੋਂ ਅਸੀਂ ਹੁਣ ਪਿਛਲੇ 2 ਦਿਨ ਸਾਰਾ ਪੜ੍ਹਿਆ, ਸਾਰਾ ਦੇਖਿਆ, ਤੇ ਅਸੀਂ ਦੇਖਿਆ ਤਾਂ ਬਹੁਤ ਵੱਡਾ ਧੋਖਾ, ਬਹੁਤ ਵੱਡਾ ਫਰਾਡ ਹੈ। ਕੈਪਟਨ ਸਾਹਿਬ, ਥੋਤੋਂ ਉਮੀਦ ਨਹੀਂ ਸੀ ਕਿ ਤੁਸੀਂ ਐਡਾ ਵੱਡਾ ਫਰਾਡ ਪਹਿਲੇ ਵੀ ਕਰਦੇ ਰਹੇ ਹੋ। ਤੁਸੀਂ ਜਿਵੇਂ ਝੂਠੀਆਂ ਸਹੁੰ ਖਾ ਕੇ ਕਿਸਾਨਾਂ ਨਾਲ ਝੂਠਾ ਫਰਾਡ ਕੀਤਾ, ਵੋਟਾਂ ਲੈ ਲੀਆਂ। ਆ ਦੂਜਾ ਮੈਨੂੰ ਲੱਗਦਾ ਤੁਹਾਡੀ ਜ਼ਿੰਦਗੀ ਦਾ ਮਤਲਬ 100ਵਾਂ ਜਾਂ 110 ਬਸ ਫਰਾਡ ਹੋਣਾ। ਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਕਲੀਅਰ ਕੀਤਾ ਕਿ ਆਹ ਐਕਟ ਜਿਹੜੇ ਪਾਸ ਕੀਤੇ ਹੈ, ਇਸ ਐਕਟ ਨਾਲ ਪੰਜਾਬ ਦੀ ਕਿਸਾਨਾਂ ਨਾਲ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਆ ਐਕਟ ਜਿਹੜੇ ਪਾਸ ਕੀਤੇ ਹੈ ਆ ਲਾਗੂ ਨਹੀਂ ਹੋ ਸਕਦੇ ਜਿੰਨਾ ਤੱਕ ਮੋਦੀ ਸਾਹਿਬ ਹਾਂ ਨਹੀਂ ਕਰਦੇ, ਸੈਂਟਰ ਦੀ ਸਰਕਾਰ ਹਾਂ ਨਹੀਂ ਕਰਦੇ। ਫਿਰ ਵੀ ਪਾਰਲੀਮੈਂਟ ਜਦੋਂ ਮਰਜ਼ੀ ਉਹ ਕਰ ਸਕਦਾ ਹੈ। ਆ ਸਾਰਾ ਇਲੀਗਲੀ ਤਰੀਕੇ ਨਾਲ। ਹੁਣ ਕਹਿੰਦੇ ਆ ਜੇ ਅਸੀਂ 250, ਇੱਕ ਵੱਡੀ ਗੱਲ ਹੈ, ਇਹਨੇ ਜਿਹੜੇ ਐਕਟ ਦੀ ਪ੍ਰੋਵੀਜ਼ਨ ਕੀਤੀ ਹੈ, ਪਾਸ ਕੀਤਾ ਹੈ, ਆ ਕਨਕਰੈਂਟ ਲਿਸਟ ਜਾਣ ਕੇ ਕੀਤਾ ਹੈ। ਕਨਕਰੈਂਟ ਲਿਸਟ, ਕਿਉਂਕਿ ਪਤਾ ਹੈ ਕਿ ਕਨਕਰੈਂਟ ਲਿਸਟ ਵਿੱਚ ਜੇ ਪਾਰਲੀਮੈਂਟ ਕੋਈ ਗੱਲ ਕਹੇ ਤੇ ਸਟੇਟ ਅਸੈਂਬਲੀਆਂ ਕੁਝ ਗੱਲ ਕਹਿਣ, ਪਾਰਲੀਮੈਂਟ ਦੀ ਜੋ ਕਹੇ ਉਹ ਮੰਨਿਆ ਜਾਂਦਾ, ਸਟੇਟ ਦਾ ਨਹੀਂ ਮੰਨਿਆ ਜਾਂਦਾ। ਉਹਨੂੰ ਪਤਾ ਸੀ ਕੈਪਟਨ ਨੂੰ, ਤਾਂ ਹੀ ਉਹਨੇ ਹਾਊਸ ਵੀ ਕਿਹਾ ਕੁਝ ਨਹੀਂ ਹੋਣਾ, ਤੇ ਖੜਕਲ ਕਲਾਂ ਵੀ ਕਿਹਾ, ਉਹ ਤਾਂ ਕਹਿ ਗਿਆ ਹੋਣਾ ਕੁਝ ਨਹੀਂ, ਪਰ ਮੈਂ ਕਰ ਦਿੰਦਾ। ਆ ਤਾਂ ਆਹੀ ਗੱਲ ਹੋਈ ਜਿਵੇਂ ਕੈਪਟਨ ਸਾਹਿਬ, ਕਿਉਂਕਿ ਉਹਨਾਂ ਕੋਲ 80 MLA ਮੈਜੋਰਿਟੀ ਹੈ, ਤੇ ਕਹਿਣ ਕਿ ਅੱਜ ਤੋਂ ਬਾਅਦ ਮੈਂ
ਪੰਜਾਬ ਦਾ ਪ੍ਰਧਾਨ ਮੰਤਰੀ ਹਾਂ ਜਾਂ ਅੱਜ ਤਾਂ ਮੈਂ ਹਰਿਆਣਾ, ਮੈਂ ਅੱਜ ਰੈਜ਼ੋਲੂਸ਼ਨ ਪਾਸ ਕਰ ਦੇਣਾ ਹਰਿਆਣਾ ਵੀ ਸਾਡੇ ਵਿੱਚ ਹੈ, ਕੀ ਇਹ ਲਾਗੂ ਹੋ ਜਾਊਗਾ? ਰੈਜ਼ੋਲੂਸ਼ਨ ਪਾਸ ਕਰਕੇ ਇਹ ਜਿਹੀਆਂ ਬੇਹੂਦੀ ਗੱਲਾਂ ਕਰਕੇ ਆ ਹੋ ਜਾਊਗਾ? ਆ ਉਹੀ ਚੀਜ਼ ਕੀਤੀ, ਉਹਨੂੰ ਪਤਾ ਕਰਕੇ, ਉਹਨੂੰ ਪਤਾ ਹੋਣ ਦੇ ਨਾਤੇ ਜੋ ਧੋਖਾ ਦਿੱਤਾ ਹੈ। ਜਾਂ ਕਿਤੇ ਕਿਤੇ ਐ ਹੋ ਜਾਂਦਾ ਕਿ ਤੁਹਾਨੂੰ ਪਤਾ ਨਾ ਹੋਏ, ਤੁਸੀਂ ਗੱਲ ਫੈਸਲਾ ਲੈਂਦੇ ਹੋ। ਇੱਥੇ ਤਾਂ ਪਤਾ ਸੀ ਉਹਨਾਂ ਨੂੰ, ਤੇ ਐਡਾ ਵੱਡਾ ਧੋਖਾ ਉਹਨੇ ਪੰਜਾਬ ਦੀ ਕਿਸਾਨੀ ਨੇ ਕੀਤਾ ਹੈ। ਅਸੀਂ ਰਿਜੈਕਟ ਕਰਦੇ ਹਾਂ। ਕੋਈ ਸਵਾਲ? ਯਾਰ ਕੋਰਟ ਤਾਂ ਜਦੋਂ ਤੁਸੀਂ ਕੋਈ ਚੀਜ਼ ਫੈਸਲਾ ਜਿਹਦਾ ਗਲਤ, ਕੋਰਟ ਤਾਂ ਹਰ ਚੀਜ਼ ਵਿੱਚ ਜਾ ਸਕਦੇ ਆ। ਜਦੋਂ ਤੁਸੀਂ ਕਾਨੂੰਨੀ, ਤੁਹਾਨੂੰ ਪਤਾ ਹੈ ਕੈਪਟਨ ਨੇ ਆਪ ਕਿਹਾ ਕਿ ਦਸਤਖਤ ਨਹੀਂ ਹੋਣੇ, ਕਿਹਾ ਨਹੀਂ ਹਾਊਸ ਆਫ ਦੇ ਹਾਊਸ ਵਿੱਚ ਕਿਹਾ। ਜੇ ਉਹਨੂੰ ਪਏ ਕਿ ਦਸਤਖਤ ਨਹੀਂ ਹੋਣੇ, ਕਾਨੂੰਨ ਬਣਨਾ ਨਹੀਂ, ਤੇ ਫਿਰ ਜਨਤਾ ਦੇ ਸਾਹਮਣੇ ਫਰੋਡ, ਫਿਰ ਕਿਉਂ ਕਹਿ ਰਿਹਾ ਕਿ ਮੈਂ ਕਿਸਾਨਾਂ ਦਾ ਰੱਖ ਹੈ? ਝੂਠ ਬੋਲੇ। ਕੋਰਟ ਮਾਨਤਾ ਵੀ ਜਦੇ ਵਿੱਚ ਮਿਲੂਗੀ ਕਿਸਾਨਾਂ ਨੂੰ। ਉਹ ਮੈਂ ਇੱਕ ਦੱਸਾਂ, ਜੇ ਡਿਸਮਿਸ ਕਰਨਾ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਗਰਾ ਚਾਹੀਦਾ ਹੈ। ਅਸਤੀਫਾ ਦੇਣਾ ਅਸੀਂ ਦਿੱਤਾ ਹੈ, ਅਸੀਂ ਕਿਤੇ ਕਿਹਾ ਨਹੀਂ। ਅਸੀਂ ਜਦੋਂ ਕੀਤਾ ਅਸਤੀਫਾ ਦੇ ਕੇ ਦਿੱਤੇ ਆ। ਅਸੀਂ ਐਨਡੀਏ ਤੋਂ ਤੋੜਿਆ, ਨਾਤਾ ਤੋੜਿਆ, ਜੋ 30 ਸਾਲ ਪੁਰਾਣਾ ਨਾਤਾ ਤੋੜਿਆ। ਉਹਨੂੰ ਪਤਾ ਹੈ, ਕਿਉਂਕਿ ਉੱਤੇ ਸੈਂਟਰ ਨਾਲ ਰਲੇ ਹੈ ਕੈਪਟਨ ਸਾਹਿਬ, ਤੇ ਹੁਣ ਬੀਜੇਪੀ ਸਰਕਾਰ ਇਕੱਠੇ ਹੋ ਗਏ ਇਸ ਫੈਸਲੇ ਤੇ। तो इस करके उन्हें कोई मर्जी कह जाए मैनू कोई कर दूंगा, मैनू कोई इस्तीफा दे, मैनू कह दूंगा मैं इस्तीफा दे दूंगा। जे इस्तीफा है प्रोटेस्ट के अंदर जे दिल है तो हुण दे के दिओ। रोकया किसी ने, रोकया उन्होंने? नहीं, डिजोल्व का कोई हल नहीं होंदा। दैट्स नॉट अ सोल्यूशन। थोड़ा क्वेश्चन सी व्हाट इज द सोल्यूशन? बेटर ऑल्टरनेटिव, वेरी इंपॉर्टेंट क्वेश्चन। असली ਇਹਦਾ ਇਲਾਜ ਇੱਕੋ ਇੱਕ ਹੈ। ਮੈਂ ਤੁਹਾਨੂੰ ਅੱਜ ਜੋ ਇਲਾਜ ਤੁਸੀਂ ਸਾਰੇ ਬੜੇ ਆਪਣੇ ਰਿਸਰਚ ਵੀ ਕਰਦੇ ਹੋ, ਆ ਐਕਟ ਬਣਾਇਆ ਆਪਾਂ, ਸਟੇਟ ਗਵਰਨਮੈਂਟ ਉਹ ਐਕਟ ਬਣਾ ਸਕਦੀ ਹੈ ਜਿਹੜੀ ਸਾਡੀ ਪਾਵਰ ਦੇ ਥੱਲੇ ਹੈ, ਜਿਹੜੇ ਸਾਡੇ ਕੋਲ ਰਾਈਟ ਹੈ। ਐਗਰੀਕਲਚਰ ਸਟੇਟ ਸਬਜੈਕਟ ਹੈ। ਐਗਰੀਕਲਚਰ ਸਟੇਟ ਸਬਜੈਕਟ ਹੋਣ ਦੇ ਨਾਤੇ ਆਪਾਂ ਆ ਐਕਟ ਇੱਕ ਬਣਾ ਸਕਦੇ ਹਾਂ। ਇਹਨਾਂ ਨੇ ਜਿਹੜੇ ਸੈਂਟਰ ਨੇ ਕੀਤਾ, ਇਹਨਾਂ ਟ੍ਰੇਡ ਇਨ ਐਗਰੀਕਲਚਰ ਕੀ ਟ੍ਰੇਡਿੰਗ 'ਚ ਕੀਤਾ, ਜਿਹੜਾ ਕਨਕਰੈਂਟ ਟ੍ਰੇਡਿੰਗ 'ਚ ਜਿਹੜਾ ਇਹਨਾਂ ਨੇ ਯੂਜ਼ ਕੀਤਾ, ਟ੍ਰੇਡਿੰਗ 'ਚ ਕੀਤਾ। ਸੋ ਜਿਹੜਾ ਬੈਸਟ ਹੈ, ਜਿਵੇਂ ਪਹਿਲੇ ਆਪਾਂ APMC ਐਕਟ ਬਣਾਇਆ ਸੀ ਮੰਡੀਆਂ ਦਾ, ਜਿੱਥੇ ਮੰਡੀ ਨੂੰ ਆਪਾਂ ਯਾਰਡ ਡਿਕਲੇਅਰ ਕੀਤਾ ਸੀ, ਆਪਾਂ ਨੂੰ ਉਹ ਯਾਰਡ ਦੀ ਡੈਫੀਨੇਸ਼ਨ ਪੂਰਾ ਸਟੇਟ ਨੂੰ ਇੱਕ ਯਾਰਡ ਡਿਕਲੇਅਰ ਕਰ ਦਿਓ। ਉਹ ਸਾਡੀ ਆਪਣਾ ਰਾਈਟ ਹੈ। ਜੋ ਅਸੀਂ ਕਿਹਾ ਸੀ 1 ਮਿੰਟ ਦਾ ਕੰਮ ਹੈ, ਤੇ ਉਹ ਲਾਗੂ ਵੀ ਹੋਣਾ ਸੀ, ਤੇ ਸੈਂਟਰ ਦੇ ਐਕਟ ਰਿਜੈਕਟ ਵੀ ਹੋ ਜਾਣੇ ਸੀ, ਪਰ ਕਿਉਂਕਿ ਮਨਸ਼ਾ ਨਹੀਂ ਸੀ। ਕੈਪਟਨ ਤਾਂ ਪਹਿਲੇ ਹੀ ਚਾਹੁੰਦਾ ਕਾਰਪੋਰੇਟ ਆਏ। ਜਦੋਂ ਪਹਿਲੀ ਵਾਰ ਮੁੱਖ ਮੰਤਰੀ ਸੀ ਉਦੋਂ ਵੀ ਇਹਨੇ ਅਮੈਂਡਮੈਂਟ 2005 ਵਿੱਚ ਵੀ ਪ੍ਰਾਈਵੇਟ ਮੰਡੀਆਂ ਲਿਆਉਣ ਦੀ ਸਭ ਤੋਂ ਪਹਿਲੇ ਪੰਜਾਬ 'ਚ ਪ੍ਰੋਵੀਜ਼ਨ ਕੀਤੀ, ਕੈਪਟਨ ਸਾਹਿਬ ਨੇ ਕੀਤੀ। 2017 'ਚ ਜਿਹੜਾ ਇਹਨੇ ਐਕਟ ਕੀਤਾ ਹੈ ਉਹ ਸੇਮ ਹੈ ਐਜ਼ ਜਿਹੜਾ ਹੈਗਾ ਆਪਣੇ ਜਿਹੜਾ ਤਿੰਨੇ ਐਕਟ ਸਰਕਾਰ ਦੇ ਸੈਂਟਰ ਦੇ ਆ। ਜਿਹੜੀ ਵੱਡੀ ਗੱਲ ਹੈ, ਤੁਸੀਂ ਦੇਖੋ ਨਵੇਂ ਐਕਟ 'ਚ ਕਿਹਾ ਕਿ ਇਸ ਤਰੀਕ ਤੋਂ, ਜਿਹੜੀ ਪਿਛਲੀ ਤਰੀਕ ਹੈ ਥੋੜੀ 2-3 ਮਹੀਨੇ ਦੀ ਤਰੀਕ, ਉਸ ਤੋਂ ਪਹਿਲੇ ਜਿੰਨੀਆਂ ਵੀ ਅਮੈਂਡਮੈਂਟ ਹੈ ਸਾਰੀਆਂ ਰੱਖ ਲਈਆਂ। ਇਹਦਾ ਮਤਲਬ ਉਹਨੇ ਆਪਣਾ 2017 ਦਾ ਜਿਹੜਾ ਸੇਮ ਪ੍ਰਾਈਵੇਟ ਮੰਡੀਆਂ ਵਾਲਾ ਰੱਖਿਆ। ਜਿਹੜੀ ਵੱਡੀ ਗੱਲ ਮੈਂ ਸਵਾਲ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਨੂੰ, ਕੈਪਟਨ ਸਾਹਿਬ ਨੇ ਸ਼ੁਰੂ ਕੀਤੀ ਕਿ ਸਾਡੇ ਤੇ ਫੈਡਰਲ ਸਟਰਕਚਰ ਤੇ ਹਮਲਾ ਹੈ। ਕੈਪਟਨ ਸਾਹਿਬ ਕਹਿੰਦੇ ਸੀ ਫੈਡਰਲ ਸਟਰਕਚਰ ਤੇ ਹਮਲਾ ਹੈ। ਕੈਪਟਨ ਸਾਹਿਬ ਮੈਨੂੰ ਪੁੱਛਣਾ ਚਾਹੁੰਦਾ, ਤੁਸੀਂ ਅੱਜ ਐਕਟ ਨੂੰ ਰੱਦ ਨਹੀਂ ਕੀਤਾ, ਤੁਸੀਂ ਐਕਟ ਵਿੱਚ ਅਮੈਂਡਮੈਂਟ ਲਿਆਂਦੀਆਂ, ਮਤਲਬ ਤੁਸੀਂ ਐਕਸੈਪਟ ਕਰ ਲਿਆ ਕਿ ਸੈਂਟਰ ਕੋਲੇ ਰਾਈਟ ਹੈ ਉਹ ਐਕਟ ਬਣਾਉਣ ਦਾ। ਜੇ ਤੁਸੀਂ ਐਕਸੈਪਟ ਕਰ ਲਿਆ ਤਾਂ ਇਹਦਾ ਮਤਲਬ ਤੁਸੀਂ ਜੇ ਕਹਿੰਦੇ ਸੀ ਫੈਡਰਲ ਸਟਰਕਚਰ ਤੇ ਹਮਲਾ ਹੈ, ਹੁਣ ਕਿਉਂ ਤੁਸੀਂ ਚੁੱਪ ਹੋ? ਹੁਣ ਇਹਨੇ ਕਹਿਤਾ ਕਿ ਆਪਣੇ ਇਹਦੇ ਵਿੱਚ ਅਮੈਂਡਮੈਂਟ ਕੌਂਟਰਡਿਕਟਰੀ। ਦੇਖੋ ਇਹਨਾਂ ਨੇ ਕਿਹਾ ਕਿ ਟ੍ਰੇਡ ਏਰੀਆ ਜਿਹੜਾ ਐਕਟ ਦੇ ਵਿੱਚ ਹੈ ਉਹਦੇ 'ਚ ਅਸੀਂ APMC ਐਕਟ ਟੈਕਸ ਲਾ ਸਕਦੇ ਹਾਂ। ਇਹਦਾ ਮਤਲਬ ਤੁਸੀਂ ਐਕਸੈਪਟ ਕਰ ਲਿਆ ਕਿ ਸੈਂਟਰ ਨੇ ਟ੍ਰੇਡ ਏਰੀਆ ਬਣਾਇਆ, ਉਹਦੇ 'ਚ ਤੁਸੀਂ ਟੈਕਸ ਲਾਵਾਂਗੇ। ਤੁਸੀਂ ਨਾਲੇ ਐਕਸੈਪਟ ਕਰ ਲਿਆ ਸਾਰਾ ਐਕਟ। ਆਹ ਤਾਂ ਇੱਕ ਵੱਡਾ ਫਰਾਡ ਹੈ। ਮੈਂ ਕਿਸਾਨ ਜਥੇਬੰਦੀਆਂ ਨੂੰ, ਸਾਰੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ, ਅੱਜ ਸਵਾਲ ਪੁੱਛਣ ਦੀ ਲੋੜ ਹੈ ਕਿ ਐਡਾ ਵੱਡਾ ਧੋਖਾ। ਕਿਆ ਕੁਛ ਉੱਥੇ ਅਸੈਂਬਲੀ 'ਚ ਕਹਿ ਦਿੱਤਾ ਕਿ ਸਾਰੀ ਕਿਸਾਨ ਜਥੇਬੰਦੀਆਂ ਨਾਲ ਸਾਡੀ ਗੱਲ ਹੋ ਗਈ ਹੈ, ਅਪਰੂਵ ਕਰ ਗਿਆ।
ਐਂਡ ਉੱਥੇ ਪਾਸ ਕਰਾਤਾ, ਸਾਰਿਆਂ ਨੇ ਸਪੋਰਟ ਕਰਤੀ, ਕਿਆ ਰੈਜ਼ੋਲੂਸ਼ਨ ਹੋਰ ਦਿੱਤਾ ਤੇ ਅੰਦਰ ਕੋਈ ਹੋਰ ਪਾਇਆ। सुखबीर जी मेरा सवाल है थोड़ा सिंपल, अगर किसी यार्ड बना दो गवर्नमेंट के तो इतना इंफ्रास्ट्रक्चर है कि वो पूरे पंजाब की, क्योंकि मेन लड़ाई है इतने मंडी बोर्ड की फीस ਨੂੰ ਸਿਕਿਉਰ ਕਰਨੀ ਕੀ ਤੁਸੀਂ ਪੂਰੇ ਪੰਜਾਬ ਨੂੰ ਯਾਰਡ ਬਣਾ ਕਰਕੇ ਉਸ ਫੀਸ ਨੂੰ ਸਿਕਿਉਰ ਕਰ ਸਕਦੇ ਹੋ? 100% ਆ ਸਟੇਟ ਦਾ ਰਾਈਟ ਹੈ। 1961 ਤੋਂ ਐਕਟ ਬਣਿਆ, 1961 ਤੋਂ ਅੱਜ ਤੱਕ ਆ ਐਕਟ ਕਾਨੂੰਨ ਲਾਗੂ ਹੈ, ਅੱਜ ਤੱਕ ਲਾਗੂ ਹੈ। ਸਾਰਾ ਮੰਡੀ ਡਿਕਲੇਅਰ ਕਰੋ ਪੰਜਾਬ ਨੂੰ, ਇਟ ਇਜ਼ ਸਾਰਾ ਦਿਨ ਜਗ੍ਹਾ ਨਹੀਂ ਬਚਦੀ। ਤੁਸੀਂ ਜਦੋਂ ਜਿਹੜਾ ਟ੍ਰੇਡ ਏਰੀਆ ਹੈ ਉਹਨੂੰ ਤੁਸੀਂ ਸਾਰੇ ਨੂੰ ਐਜ਼ ਵਨ ਯਾਰਡ ਡਿਕਲੇਅਰ ਕਰਤਾ, ਟ੍ਰੇਡ ਏਰੀਆ ਹੈ ਹੀ ਨਹੀਂ ਦੂਜਾ। ਨਹੀਂ ਹੁਣ ਵੀ ਕਿਤੇ ਮਰਜ਼ੀ ਵੇਚ ਸਕਦਾ। ਨਹੀਂ ਮੈਂ ਯਾਰ ਇੱਕ ਮਿੰਟ ਜਵਾਬ ਮੈਨੂੰ ਦੇਣ ਦਿਓ ਯਾਰ, ਜਵਾਬ ਮੈਂ ਦੇਣਾ ਖਲੇ ਮੈਨੂੰ। ਸੁਖਬੀਰ ਜੀ ਦੇ ਸਟੇਟ ਨੂੰ ਆਪਾਂ ਯਾਰਡ ਡਿਕਲੇਅਰ ਕਰਦੇ, ਫਿਰ ਕਿਸਾਨ ਦੇ ਪਿੰਡ 'ਚ ਕਣਕ ਵੇਚਣ ਦੀ ਕੁਛ ਵੀ ਕਰੇਗਾ, ਉਹਨੂੰ ਟੈਕਸ ਦੇਣਾ ਪਏਗਾ 100%, ਕਿਉਂਕਿ ਸਾਰੀ ਸਟੇਟ ਇੱਕ ਹੈ। ਜੋ ਮੰਡੀ, ਇਹਦਾ ਮਤਲਬ ਕੀ ਹੈ, ਭਾਵੇਂ ਆਪਣੇ ਪਿੰਡ 'ਚ ਬੈਠੇ, ਭਾਵੇਂ ਮੰਡੀ ਜਾ ਕੇ ਵੇਚੇ। ਜਿਵੇਂ ਹੁਣ ਪਿੰਡ 'ਚ ਵੇਚਣ ਦੀ ਲੋੜ ਨਹੀਂ। ਪੰਜਾਬ ਸਰਕਾਰ ਨੇ, ਬਾਦਲ ਸਾਹਿਬ ਨੇ ਇੰਨਾ ਕੰਮ ਕੀਤਾ, ਹਰ 6 ਪਿੰਡਾਂ ਵਿੱਚ ਤਾਂ ਮੰਡੀ ਬਣਾਤੀ ਹੈ। 3 ਕਿਲੋਮੀਟਰ 4 ਕਿਲੋਮੀਟਰ ਮੰਡੀ ਹੈ। ਹੁਣ ਸਾਡਾ ਮਕਸਦ ਕੀ ਹੈ ਕਿ ਜਦੋਂ ਸਾਰਾ ਯਾਰਡ ਡਿਕਲੇਅਰ ਕਰਤਾ, ਜਿਹੜਾ ਸੈਂਟਰ ਦੀ ਚਾਲ ਹੈ ਕਿ ਟ੍ਰੇਡ ਏਰੀਆ ਕੱਢ ਦੋ, ਟ੍ਰੇਡ ਏਰੀਆ ਬਚਣਾ ਹੀ ਨਹੀਂ। ਇੱਕ ਮਿੰਟ ਯਾਰ ਇਹਦੇ ਨਾਲ ਹੀ ਜੁੜਿਆ ਸਵਾਲ ਹੈ ਕਿ ਤੁਸੀਂ 4000 ਕਰੋੜ ਦੀ ਮੰਡੀ ਫੀਸ ਦੀ ਕਦਰ ਕਰਦੇ ਹੋ, ਲੇਕਿਨ 35000 ਕਰੋੜ ਦੇ ਕਰੀਬ ਝੋਨੇ ਦੀ ਖਰੀਦ ਲਈ ਸੀਸੀ ਲਿਮਟ ਸੈਂਟਰ ਤੋਂ ਆਉਂਦੀ ਹੈ। 25000 ਕਰੋੜ ਦੀ ਜਿਹੜੀ ਲਿਮਟ ਹੈ ਉਹ ਕਣਕ ਵਾਸਤੇ ਆਉਂਦੀ ਹੈ। ਹਾਂਜੀ। ਟੋਟਲ 60000 ਕਰੋੜ ਬਣਦਾ। ਮੈਂ ਕੈਪਟਨ ਸਾਹਿਬ ਨੂੰ ਵੀ ਇਹੀ ਸਵਾਲ ਪੁੱਛਿਆ ਸੀ ਜਿਸ ਦਿਨ ਗਵਰਨਰ ਨੂੰ ਮਿਲ ਕੇ ਆਏ ਆ, ਤੇ ਇੰਨਾ ਪੈਸਾ ਸਟੇਟ ਦੇ ਕੋਲ ਕਿੱਥੋਂ ਆਊਗਾ ਕਿ ਉਹ ਖੁਦ ਖਰੀਦ ਸਾਰੀ ਕਰਕੇ, ਇੱਕ ਮਿੰਟ ਸਾਹਿਬ, ਖੁਦ ਸਾਰੀ ਖਰੀਦ ਕਰਕੇ ਤੇ ਅੱਗੇ ਵਪਾਰ ਦਾ ਕੰਮ ਕਰੇ ਜਾਂ ਯਾਰਡ ਤੋਂ ਬਾਅਦ ਇੱਕ ਮੈਂ possible ਹੈ? ਯੈਸ, ਮੈਂ ਤੁਹਾਨੂੰ ਜਵਾਬ ਦਿੰਦਾ। Second, sir, ਨਹੀਂ ਪਹਿਲੇ ਇਹਦਾ ਜਵਾਬ ਦੇਣਾ। ਤੁਹਾਡੀ ਸਰਕਾਰ ਫਰਜ਼ ਕਰ ਲਓ ਆਉਂਦੀ ਆ ਨੈਕਸਟ ਈਅਰ, ਤੇ ਕੀ ਇਹ ਤੁਸੀਂ ਕਰ ਪਾਓਗੇ? ਮੈਂ ਤੁਹਾਨੂੰ ਇਹਦਾ ਆਨਸਰ ਦੇਵਾਂ। ਅਸੀਂ ਵੀ ਆਰ ਪਾਰਟ ਆਫ ਇੰਡੀਆ। ਤੁਸੀਂ ਤਾਂ ਐਂ ਗੱਲ ਕਰ ਰਹੇ ਹੋ ਕਿ ਆਹ ਦੇਸ਼ ਹੀ ਅਲੱਗ ਹੋ ਗਿਆ। ਸਾਡੇ ਸੂਬੇ ਤੋਂ ਜਿਹੜੇ ਟੈਕਸਿਸ ਸੈਂਟਰ ਜਾਂਦੇ ਹੈ, ਸਾਰਾ ਜਾਂਦੇ ਤਾਂ ਹਰ ਸਟੇਟ 'ਚੋਂ ਜਾਂਦੇ ਹੈ। ਕਈ ਰਿਸਪੌਂਸਿਬਿਲਟੀਆਂ ਉਨ੍ਹਾਂ ਦੀਆਂ, ਕੋਈ ਰਿਸਪੌਂਸਿਬਿਲਟੀਆਂ ਸਾਡੀਆਂ। ਸਾਡਾ ਜਿਹੜਾ ਟੈਕਸ ਜਾਂਦਾ ਹੈ, ਜਿਹੜੇ ਇਨਕਮ ਟੈਕਸ ਜਾਂਦਾ, GST ਜਾਂਦਾ ਹੈ, ਉਹ ਵੀ ਜਾਂਦਾ ਹੈ। ਸੋ ਇਹਦਾ ਮਤਲਬ ਨਹੀਂ ਆਹ ਪੈਸਾ ਅਸੀਂ ਕਰਜ਼ੇ ਤੇ ਲੈਂਦੇ ਹਾਂ, ਅਸੀਂ ਕਰਜ਼ੇ ਤੇ ਲੈਂਦੇ ਹਾਂ, ਅਸੀਂ ਕੋਈ ਮੁਫਤ ਨਹੀਂ ਲੈਂਦੇ, ਅਸੀਂ ਵਿਆਜ ਪੇ ਕਰਦੇ ਹਾਂ। ਆਹ ਤਾਂ ਬੈਂਕਾਂ ਤੋਂ ਆਉਂਦਾ ਹੈ, ਅਸੀਂ ਉਹਨਾਂ ਵਾਸਤੇ ਖਰੀਦਦੇ ਹਾਂ। ਜਿਹੜਾ ਅੱਜ ਕਣਕ ਤੇ ਝੋਨਾ, ਆਟਾ ਤੇ ਚੌਲ ਆਪਣੇ ਤਾਮਿਲਨਾਡੂ ਵਾਲੇ ਜਾਂ ਹੋਰ ਕਿਤੇ PDS ਜਾਂਦਾ ਹੈ, ਇੱਥੋਂ ਹੀ ਜਾਂਦਾ ਹੈ। ਆਪਾਂ ਸਵਾਲ ਉਹ ਨਹੀਂ ਹੈ ਕਿ ਇਹਦੇ ਮਤਲਬ ਕਿ ਉਹ ਹੁਣ ਆਪਾਂ ਸਾਰਾ ਖਰੀਦਾਂਗੇ, ਉਹਨੇ ਛੱਡ ਦੇਣਾ ਹੈ। ਉਹ ਰਾਈਟਸ ਤਾਂ ਆਪਣੇ ਰਾਈਟਸ ਹੈ। ਸੁਖਬੀਰ ਜੀ ਤੁਹਾਡੇ ਮੁਤਾਬਕ ਅਚਾਨਕ ਮੋਦੀ ਸਾਹਿਬ ਔਰ ਕੈਪਟਨ ਸਾਹਿਬ ਦਾ ਜਿਹੜਾ ਪਿਆਰ ਜਾਂ ਫਰੈਂਡਲੀ ਮੈਚ ਕਿਤੇ ਵਜ੍ਹਾ ਕੀ? ਕੈਪਟਨ ਨੇ ਆਪਣੀਆਂ ਕਈ ਚੀਜ਼ਾਂ ਤੋਂ ਬਚਾਅ ਕਰਨਾ ਹੈ ਤੇ ਮੋਦੀ ਸਾਹਿਬ ਨੇ ਕਹਿੰਦੇ ਕਿ ਦੋਨਾਂ ਮਿਲ ਕੇ ਮਿਊਚੁਅਲ ਇੰਟਰਸਟ ਹੈ। ਚੀਜ਼ਾਂ ਕਿਹੜੀਆਂ ਦੀ ਚੀਜ਼ਾਂ ਕਿਹੜੀਆਂ ਦੇ ਇਹਦੇ ਤੋਂ ਬਚਾ ਸਕਦੇ? ਯਾਰ ਆਪਾਂ ਡਾਇਰੈਕਸ਼ਨ ਨਾ ਚੇਂਜ ਕਰੀਏ। ਹਾਂਜੀ okay, state has right to amend bills, that's not a thing, but will the bid and the ਕੋਈ ਚੀਜ਼ 'ਚ ਤੁਸੀਂ amendment ਪਾ ਦੋਗੇ, ਪਰ if the president of India has already passed a bill, give me one example where state has put an amendment। ਪਰ ਜਿੱਥੇ ਤੁਹਾਨੂੰ ਪਤਾ ਹੈ ਕਿ ਸੈਂਟਰ ਸਰਕਾਰ ਨੇ ਰਿਜੈਕਟ ਕਰਤਾ, ਜੇ ਕਰਤਾ ਤੁਸੀਂ ਆਪਣੇ ਆਪ ਨੂੰ ਆਪ ਕਹਿੰਦੇ ਹੋ। ਫਿਰ ਕੈਪਟਨ ਅਮਰਿੰਦਰ ਸਿੰਘ ਜੇ ਕਹਿੰਦਾ ਕਿ ਸਟੇਟ ਹੈਜ਼ ਰਾਈਟ, ਫਿਰ ਫਲੋਰ ਆਫ ਦੇ ਹਾਊਸ ਕਿਉਂ ਕਿਹਾ ਕਿ ਆ ਬਿੱਲ ਦੇ ਵਿੱਚ ਕੁਝ ਨਹੀਂ ਹੋਣਾ ਤੇ ਇਹਦੇ ਦਸਤਖਤ ਨਹੀਂ ਹੋਣੇ? ਕਿਉਂ ਕਿਹਾ? ਫਿਰ ਜੇ ਉਹਨੇ ਖੜਕਲ ਕਲਾ ਕਿਉਂ ਕਿਹਾ ਕਿ ਇਹਦਾ ਤਾਂ ਉੱਥੇ ਸੈਂਟਰ ਚਲੇ ਜਾਣਾ, ਮੋਦੀ ਸਾਹਿਬ ਕੋਲ ਚੱਲ ਜਾਣਾ, ਮੇਰਾ ਕੋਈ ਇਹਦੇ 'ਚ ਕੋਈ ਰਾਈਟ ਨਹੀਂ? ਫਿਰ ਕਿਉਂ ਕਿਹਾ? ਮੈਂ
ਮੈਂ ਆਈ ਕਹਿ ਰਿਹਾ ਬੜਾ ਸੀਰੀਅਸ ਮੈਟਰ ਹੈ। ਅੱਜ ਸਾਡੇ ਨਾਲ ਹੋਈ ਹੈ, ਕੱਲ ਕਿਸੇ ਚੀਜ਼ ਤੇ ਦੂਜੀਆਂ ਸੂਬਿਆਂ ਨਾਲ ਵੀ ਹੋ ਸਕਦੀ ਹੈ। ਅੱਜ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਸੈਂਟਰ, ਕੱਲ ਕਿਸੇ ਹੋਰ ਕਿਸ਼ੂ ਤੇ ਕਿਸੇ ਕਰ ਸਕਦੀ ਹੈ। ਸਾਰੀਆਂ ਪਾਣੀਆਂ ਨਾਲ ਧੱਕਾ ਹੋਇਆ, ਸਾਰੀਆਂ ਸਟੇਟਾਂ ਦੇ ਰੀਜਨਲ ਲੀਡਰਸ਼ਿਪ ਨੂੰ ਤਕੜੇ ਹੋ ਕੇ ਇਕੱਠੇ ਹੋ ਕੇ ਆ ਲੜਾਈ ਲੜਨੀ ਚਾਹੀਦੀ ਹੈ। ਮੋਰ ਪਾਵਰਸ ਟੂ ਦ ਸਟੇਟਸ ਐਂਡ ਜਿਹੜੇ ਆਪਣੇ ਰਾਈਟਸ ਹੈ ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਹੈ। ਹੌਲੀ ਹੌਲੀ ਦੇਖੋ ਜਿਵੇਂ ਚੰਡੀਗੜ੍ਹ ਵਿੱਚ ਆਪਣੀਆਂ ਕਿੰਨੀਆਂ ਪੋਸਟਾਂ ਸੀ, ਹੌਲੀ ਹੌਲੀ ਸੈਂਟਰ ਨੇ ਸਾਰੀਆਂ ਲੈ ਕੇ ਆਪਣੇ ਕਬਜ਼ੇ 'ਚ ਕਰ ਲਈਆਂ, ਹੌਲੀ ਹੌਲੀ ਕ੍ਰੀਪਿੰਗਲੀ ਲੈ ਰਹੇ ਹੈ। ਹੁਣ ਉਹਨਾਂ ਨੂੰ ਕੀ ਲੋੜ ਹੈ? ਸਾਡਾ APMC ਐਕਟ ਸਭ ਤੋਂ ਵਧੀਆ, ਮੈਂ ਪਾਰਲੀਮੈਂਟ 'ਚ ਕਿਹਾ ਸੀ, ਸਾਥੋਂ ਵਧੀਆ APMC ਐਕਟ ਹਿੰਦੁਸਤਾਨ 'ਚ ਨਹੀਂ। ਮੈਂ ਕਿਹਾ ਪ੍ਰਧਾਨ ਮੰਤਰੀ ਜੀ ਨੂੰ ਆਹ ਐਕਟ ਬਣਾਉਣ ਦੀ ਲੋੜ ਹੀ ਨਹੀਂ, ਸਾਡੇ ਪੰਜਾਬ ਦਾ ਐਕਟ ਚੱਕ ਲੈਣ ਤੇ ਸਾਰੇ ਹਿੰਦੁਸਤਾਨ 'ਚ ਲਾਗੂ ਕਰ ਦੇਣ। ਉਹ ਹਲੇ ਉਹ ਮੇਰਾ ਮਤਲਬ ਹੈ ਲੈਟ ਅਸ ਟੇਕ ਟੂ ਦਿਸ ਕਿ ਫੈਡਰਲ ਸਟਰਕਚਰ, ਕਿਉਂਕਿ ਜਿਹੜਾ ਮੈਂ ਇਸ ਕਾਰਨ ਕਹਿਣਾ ਕਿ ਜਿਹੜਾ ਵੱਡਾ ਨੁਕਸਾਨ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਐਕਸੈਪਟ ਕਰ ਲਿਆ ਆ ਬਿੱਲ, ਆ ਤਿੰਨੇ ਐਕਟ, ਐਂਡ ਉਹ ਫੈਡਰਲ ਸਟਰਕਚਰ ਤੇ ਸਭ ਤੋਂ ਵੱਡਾ ਵਾਰ ਉਹਨੇ ਆਪ ਹੀ ਐਕਸੈਪਟ ਕਰ ਲਿਆ। ਯਾਰ ਆ ਡਰਾਮਾ ਤਾਂ ਅਸੈਂਬਲੀ 'ਚ ਵੀ ਕੀਤਾ ਸੀ। ਨਹੀਂ ਵੀ ਵਿਲ ਸਾਈਨ ਵੀ ਕਰਦੇ ਇੱਕ ਮਿੰਟ, ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਦੱਸਾਂ, ਇੱਕ ਹੋਰ ਵੀ ਦੱਸਣਾ ਚਾਹਣਾ। ਆ ਜਿਹੜਾ ਬਿੱਲ ਬਣਾਇਆ ਹੈ, ਜੇ ਬਾਈ ਚਾਂਸ ਮੋਦੀ ਸਾਹਿਬ ਹੀ ਸਾਈਨ ਕਰ ਦੇਣ ਫੋਰ ਐਗਜ਼ਾਮਪਲ, ਮੈਨੂੰ ਇੱਕ ਗੱਲ ਦੱਸ ਦਿਓ ਕੀ ਮਿਲਦਾ ਹੈ ਇਹਦੇ 'ਚ? ਨਾ MSP ਦੀ ਇੰਸ਼ੋਰੈਂਸ ਲਿਖੀ ਹੈ, ਨਾ MSP ਦੇ ਹਰ ਸਾਲ MSP ਦਿੱਤੀ ਜਾਊਗੀ। ਐਕਚੁਅਲੀ ਜਿਹੜਾ ਕੈਪਟਨ ਦਾ ਬਿੱਲ ਹੀ ਦੇਖ ਲਈਏ, ਉਹਦੇ 'ਚ ਲਿਖਿਆ ਨਹੀਂ ਹੈ ਕਿ MSP ਹਰ ਸਾਲ ਦਿੱਤੀ ਜਾਊਗੀ। MSP ਦੇ ਖਰੀਦ ਗਰੰਟੀ ਕੀਤੀ ਜਾਊਗੀ। ਜੇ ਕੋਈ MSP ਤੋਂ ਘੱਟ ਖਰੀਦੂਗਾ ਕਹਿੰਦਾ 3 ਸਾਲ ਦੀ ਸਜ਼ਾ ਹੈ, ਤੇ ਫਿਰ ਜੇ ਨਾ ਕੋਈ ਆਇਆ ਤੇ ਫਿਰ ਉਹਨੇ ਨਹੀਂ ਕਿਹਾ ਕਿ ਅਸੀਂ ਖਰੀਦਾਂਗੇ। ਸੋ ਜਿਹੜੇ ਇਸ ਐਕਟ 'ਚ ਕੋਈ ਪ੍ਰੋਟੈਕਸ਼ਨ ਨਹੀਂ ਫਾਰਮਰ ਦੀ। ਜੋ ਕਿਸਾਨ ਜਥੇਬੰਦੀਆਂ ਤੋਂ ਜੋ ਕਿਸਾਨ ਮੰਗ ਰਹੇ ਸੀ, ਪੰਜਾਬ ਦੇ ਕਿਸਾਨਾਂ ਦੀ ਭਾਵਨਾ ਸੀ, ਇੱਕ ਚੀਜ਼ ਨਹੀਂ ਲਾਗੂ ਕੀਤੀ, ਇੱਕ ਚੀਜ਼ ਨਹੀਂ। the party will take a stand after this, after discovering this big fraud. A party will discuss and see what we have to take next step. ਮੈਂ ਇੱਕ ਹੋਰ ਕਰਨਾ ਚਾਹਣਾ। ਪਹਿਲੀ ਗੱਲ, ਕੈਪਟਨ ਸਾਹਿਬ ਦੀ ਸੋਚ ਬਾਰੇ ਤੇ ਉਹਨਾਂ ਦੀ ਠੱਗੀ ਬਾਰੇ ਇੱਕ ਸੈਸ਼ਨ ਤੁਹਾਨੂੰ ਯਾਦ ਹੈ, 1.5 ਮਹੀਨਾ 2 ਮਹੀਨੇ ਪਹਿਲੇ ਬੁਲਾਇਆ ਸੀ। ਉਹਦੇ 'ਚ ਕੀ ਰੈਜ਼ੋਲੂਸ਼ਨ ਪਾਸ ਕੀਤਾ ਸੀ ਕਿ ਸਾਰਾ ਐਕਟ ਤਿੰਨੇ ਰੱਦ ਕੀਤਾ ਹੈ? ਉਹ ਭੇਜੇ ਨਹੀਂ ਹਲੇ ਤੱਕ ਸੈਂਟਰ ਸਰਕਾਰ ਨੂੰ। ਸਿੰਸੀਅਰਟੀ, ਉਸ ਐਕਟ ਪਾਸ ਵੀ ਹੋ ਗਿਆ, ਕੈਪਟਨ ਨੇ ਨਹੀਂ ਭੇਜੇ ਤੇ ਰੈਜ਼ੋਲੂਸ਼ਨ। ਇਹਦਾ ਮਤਲਬ ਕੀ ਹੈ? ਉਹਦੇ ਦਿਲ 'ਚ ਖੋਟ ਹੈ, ਕਿਉਂਕਿ ਰੀਜ਼ਨ ਹੈ ਕਿ ਕੈਪਟਨ ਦੀ ਸੋਚ ਤੇ ਸੈਂਟਰ ਦੀ ਸੋਚ ਇੱਕੋ ਹੀ ਹੈ। ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ 'ਚ ਵੀ, ਯਾਰ ਮੈਨੂੰ ਆਪਣੇ ਚੋਣ ਮੈਨੀਫੈਸਟੋ 'ਚ ਵੀ ਕੈਪਟਨ ਨੇ ਤੇ ਸੈਂਟਰ ਦੀ ਚੋਣ ਮੈਨੀਫੈਸਟੋ ਨੇ ਇੱਕੋ ਚੀਜ਼ ਲਿਖੀ ਹੈ। ਤਾਈਓ ਉਹਨਾਂ ਦੀ ਸੋਚ ਹੈ ਕਿਵੇਂ ਨਾ ਕਿਵੇਂ ਉਹਦੇ 'ਚੋਂ ਉਹ ਚੀਜ਼ ਪੁਰਾਣੀ ਰੱਖਣਾ ਚਾਹੁੰਦੇ ਆ ਤੇ ਲੋਕਾਂ ਨੂੰ ਫਰਾਡ ਦੇ ਵਿੱਚ ਘੁੰਮਰਾਉਣ ਚਾਹੁੰਦੇ। ਮੈਂ ਤਾਂ ਕਹਿ ਮੈਂ ਉਹੀ ਜਥੇਬੰਦੀਆਂ ਨੂੰ ਅਪੀਲ ਕਰਨਾ ਚਾਹਣਾ ਹੈ ਕਿ ਕੈਪਟਨ ਸਾਹਿਬ ਨੂੰ ਸਵਾਲ ਪੁੱਛਣ ਕਿ ਅਸੀਂ ਉਹਨਾਂ ਨੇ ਕਿਹਾ ਸੀ ਕਿ ਅਸੀਂ APMC ਆਪਣਾ 3 ਐਕਟ ਰੱਦ ਕਰਾਂਗੇ, ਰੱਦ ਹੋਣੇ ਚਾਹੀਦੇ ਆ ਕਿਸਾਨ ਜਥੇਬੰਦੀਆਂ ਨੇ। ਫਿਰ ਕੈਪਟਨ ਸਾਹਿਬ ਨੇ ਉਹਨਾਂ ਨੂੰ ਰੱਦ ਕਿਉਂ ਨਹੀਂ ਕੀਤਾ? ਕਿਉਂ ਉਸ ਐਕਟ ਨੂੰ ਐਕਸੈਪਟ ਕੀਤਾ ਤੇ ਕੱਲੀ ਅਮੈਂਡਮੈਂਟ ਪਾਈ ਹੈ? ਪਹਿਲੀ ਗੱਲ। ਦੂਜੀ ਗੱਲ, ਉਹਨਾਂ ਨੇ ਕਿਹਾ ਸੀ ਜਥੇਬੰਦੀਆਂ ਨੇ ਕਿ ਸਾਡੀ ਇੰਸ਼ੋਰ ਕਰੋ, MSP ਤੇ ਖਰੀਦ ਗਰੰਟੀ ਕਰੋ ਐਕਟ ਦੇ ਰਾਹੀਂ। ਇੱਕ ਲਾਈਨ ਨਹੀਂ ਇਸ ਐਕਟ 'ਚ ਲਿਖੀ ਕਿ MSP ਤੇ ਸਾਰੀਆਂ ਫਸਲਾਂ ਖਰੀਦੀਆਂ ਜਾਣਗੀਆਂ ਹਰ ਸਾਲ MSP ਤੇ। ਉਹਨਾਂ ਦੀ ਮੰਗ ਸੀ ਕਿ ਕੋਈ ਵੀ ਫਸਲ 22 ਤੇ 22 ਫਸਲਾਂ MSP ਤੇ ਡਿਕਲੇਅਰ ਹੋਣ ਤੇ ਖਰੀਦੀਆਂ ਜਾਣ। ਇੱਕ ਲਾਈਨ ਨਹੀਂ ਲਿਖੀ। ਵੱਡਾ ਨੁਕਸਾਨ ਇੱਕ ਆ ਕੀਤਾ, ਉਹਨੇ ਕਹਿੰਦਾ 3 ਸਾਲ ਦੀ ਸਜ਼ਾ ਹੋਊਗੀ। ਮਤਲਬ ਕਿ ਜੇ ਤੁਸੀਂ ਫਸਲ ਕੋਈ ਨਹੀਂ ਖਰੀਦੂਗਾ ਕਦਰ ਹੋਊਗੀ। ਇਹਨੇ ਐ ਨਹੀਂ ਕਿਹਾ ਕਿ ਜੇ ਕੋਈ ਨਹੀਂ ਖਰੀਦੂਗਾ ਤੇ ਪੰਜਾਬ ਸਰਕਾਰ MSP ਤੇ ਖਰੀਦੂਗੀ। ਚੌਥੀ ਡਿਮਾਂਡ ਸੀ ਸਾਰੀ ਜਥੇਬੰਦੀਆਂ ਦੀ ਕਿ ਜੋ ਕੈਪਟਨ ਅਮਰਿੰਦਰ ਸਿੰਘ ਦਾ 2017 ਦਾ ਕਾਨੂੰਨ, ਕਾਲਾ ਕਾਨੂੰਨ ਜੋ ਮੋਦੀ ਸਾਹਿਬ ਦੇ ਕਾਨੂੰਨ ਵਰਗਾ ਹੈ, ਸੇਮ ਹੈ, ਉਹਨੂੰ ਰੱਦ ਕੀਤਾ ਜਾਏ
ਉਹਨੂੰ ਰੱਦ ਵੀ ਨਹੀਂ ਕੀਤਾ, ਉੱਤੇ ਇੱਕ ਐਕਟ ਵਿੱਚ ਪਾਤਾ ਕਿ ਉਹ ਲਾਗੂ ਰਹੂਗਾ। ਸੋ ਮੈਨੂੰ ਇੱਕ ਗੱਲ ਦੱਸ ਦਿਓ ਜਿਹੜੀ ਨਾਲ ਇਸ ਐਕਟ ਨਾਲ ਇੱਕ ਗੱਲ ਦੱਸ ਦਿਓ ਜਿਹੜਾ ਪੰਜਾਬ ਦੇ ਕਿਸਾਨ ਨੂੰ ਫਾਇਦਾ ਹੋਊਗਾ, ਤੇ ਮੈਂ ਤੁਹਾਡੇ ਨਾਲ ਉਹਦੇ ਨਾਲ ਡਿਸਕਸ ਕਰ ਸਕਦਾ। ਬਿੱਲਾਂ ਦਾ ਪਤਾ ਨਹੀਂ ਕੀ ਹੋਣਾ, ਪਰ ਕੈਪਟਨ ਸਾਹਿਬ ਨੇ ਬੋਰਡ ਲਗਾਤੇ ਪੰਜਾਬ ਦੇ, ਕਹਿੰਦੇ ਕਿਸਾਨ ਖੁਸ਼ਹਾਲ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ, ਹੋਰ ਬੜਾ ਪ੍ਰਚਾਰ। ਮੈਂ ਉਹੀ ਕਹਿ ਰਿਹਾ ਨਾ, ਮੈਂ ਤਾਂ ਦੱਸਾਂ ਕੀ ਹੈ, ਮੈਂ ਉਹੀ ਪੁੱਛਣਾ ਚਾਹਣਾ ਹੈ, ਜੇ ਕਿਸਾਨ ਜਥੇਬੰਦੀਆਂ ਨੂੰ ਆਪ ਅੱਧਿਆਂ ਨੂੰ ਪਤਾ ਹੈ, ਮੈਜੋਰਟੀ ਨੂੰ ਪਤਾ ਹੈ, ਤਾਂ ਹੀ ਉਹਨਾਂ ਨੇ ਉਹ ਕਿਸਾਨ ਔਰ ਅੰਦੋਲਨ ਵਾਪਸ ਨਹੀਂ ਕੀਤਾ। ਬੈਠੇ ਕਿਉਂ ਹੈ? ਕਿਉਂਕਿ ਉਹਨਾਂ ਨੇ ਦਿਲ ਚ ਆ ਗਿਆ ਧੋਖਾ ਹੋ ਗਿਆ, ਕਰ ਗਿਆ ਸਾਰੇ। ਸਾਡੀ ਇੱਕੋ ਹੀ ਡਿਮਾਂਡ ਹੈ ਕਿ ਆ ਸੋਲੂਸ਼ਨ ਇੱਕੋ ਇੱਕ ਹੈ, ਪੰਜਾਬ ਨੂੰ ਇੱਕ ਐਕਟ ਬਣਾਇਆ ਜਾਏ। ਜੇ ਨਹੀਂ ਕਰਦੇ, 1 ਸਾਲ ਬਾਅਦ ਇਲੈਕਸ਼ਨ ਆ ਜਾਣਾ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਕਿਸਾਨਾਂ ਦੀ ਜਥੇਬੰਦੀ ਹੈ, ਪਹਿਲੀ ਕੈਬਨਿਟ ਮੀਟਿੰਗ 'ਚ ਸਾਰੇ ਪੰਜਾਬ ਨੂੰ ਇੱਕ ਮੰਡੀ ਡਿਕਲੇਅਰ, ਇੱਕ ਯਾਰਡ ਡਿਕਲੇਅਰ ਕਰਕੇ ਆ ਸੈਂਟਰ ਦੇ ਕਾਨੂੰਨ ਰੱਦ ਕਰਾਂਗੇ। ਠੀਕ ਹੈ सर, जिसका मसला है तो सेंटर साहब लगातार जो बिल पास करी है, स्टेट की सर्वाइवल और खेतरी पार्टियां सर्वाइवल औखी हो जाती है। जम्मू कश्मीर की जी PDP और नैशनल कॉन्फ्रेंस जो दुश्मन रही वो इकट्ठी हो जाए, पंजाब च उम्मीद की जा सकती है। ਕਿਹਦੇ ਨਾਲ ਇਕੱਠੇ ਹੋਏ? ਜ਼ਿੰਦਗੀ 'ਚ ਕਾਂਗਰਸ ਨਾਲ ਨਹੀਂ ਇਕੱਠੇ ਹੋ ਸਕਦੇ। ਆਪਣਾ ਸੁਖਵੀਰ ਜੀ, ਇਹ ਸੁਖਵੀਰ ਜੀ ਐਕਟ ਰੱਦ ਕਰਨ ਦਾ ਉਹ ਵੀ ਇਸੇ ਤਰੀਕੇ ਨਾਲ ਲਿਆਂਦਾ ਸੀ ਕਿ ਕਿਸੇ ਨੂੰ ਦਿਖਾਇਆ ਨਹੀਂ। ਸਵੇਰੇ ਸੈਸ਼ਨ ਬੁਲਾਇਆ, 10 ਵਜੇ ਆਪ ਆਏ, ਉਹ ਬਿੱਲ ਰੱਖਿਆ ਤੇ ਕਹਿੰਦੇ ਸ਼ਾਮ ਨੂੰ ਅਸੀਂ ਸੁਪਰੀਮ ਕੋਰਟ ਤੱਕ ਜਾਣਾ ਹੈ ਤੇ ਪਾਣੀਆਂ ਦਾ ਐਕਟ ਰੱਦ ਕਰਨਾ ਹੈ। ਉਸੇ ਟਾਈਮ ਡਿਸਕਸ਼ਨ ਕਰਾ ਕੇ ਉਹਨਾਂ ਨੇ ਪਾਸ ਕਰਾਇਆ। ਇੱਕ ਵੱਡੀ ਪ੍ਰੋਵੀਜ਼ਨ ਸੈਕਸ਼ਨ 5 ਦੀ, ਜਿਹੜਾ ਸਭ ਤੋਂ ਵੱਡਾ ਧੋਖਾ ਪੰਜਾਬ ਸਰਕਾਰ ਨਾਲ ਉਦੋਂ ਪੰਜਾਬ ਦੀ ਜਨਤਾ ਨਾਲ ਕਿਸਾਨੀ ਨਾਲ ਕੀਤਾ, ਸੈਕਸ਼ਨ 5 ਪਾ ਕੇ, ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਪੁਰਾਣੇ ਜਿੰਨਾ ਪਾਣੀ ਉਸ ਤਰੀਕ ਤੱਕ ਜਾਂਦਾ ਸੀ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਸਾਰਾ ਹੀ ਲੀਗਲ ਕਰਤਾ, ਰਿਪੇਰੀਅਨ ਰਾਈਟ ਹੀ ਖਤਮ ਕਰਤਾ। ਤਾਂ ਇਮੀਡੀਏਟਲੀ, ਕਿਉਂਕਿ ਉਦੋਂ ਪ੍ਰੈਸ਼ਰ ਇੰਨਾ ਸੀ ਕਰਕੇ 3 ਵਜੇ ਗਵਰਨਰ ਨੂੰ ਕਰਕੇ ਉੱਥੇ ਐਲਾਨ ਕਰਤਾ ਤੇ ਆਪਣੇ ਆਪ ਨੂੰ ਬੜੇ ਢੋਲ ਖੜਕਾਏ ਕਿ ਮੈਂ ਪਾਣੀਆਂ ਦਾ ਰਾਖਾਂ। ਤੇ ਉਹੀ ਤੇ ਬਾਅਦ ਸਾਰਿਆਂ ਨੂੰ ਪਤਾ ਲੱਗ ਗਿਆ, ਸੁਪਰੀਮ ਕੋਰਟ ਨੇ ਉਹਨੂੰ ਉਸੇ ਨੂੰ ਰੱਦ ਕੀਤਾ ਤੇ ਉਸੇ ਨੂੰ ਕੋਰਟ ਕੀਤਾ। ਜਦੋਂ ਪਾਣੀਆਂ ਦੀ ਗੱਲ ਆਈ, 3 ਮਹੀਨਿਆਂ ਦੀ ਜਿਹੜੀ ਪੰਜਾਬ ਦੇ ਕਿਸਾਨਾਂ ਵਿੱਚ ਬੇਚੈਨੀ 3 ਆਰਡੀਨੈਂਸ ਬਾਰੇ ਚੱਲ ਰਹੀ ਸੀ। ਸੈਂਟਰ ਦੀ ਸਰਕਾਰ ਨੇ 3 ਆਰਡੀਨੈਂਸ ਲਿਆਂਦੇ ਜਿਨ੍ਹਾਂ ਨੂੰ ਬਿੱਲ ਵਿੱਚ ਕਨਵਰਟ ਕੀਤਾ, ਜਿੱਥੇ ਪੰਜਾਬ ਦੀ APMC ਮੰਡੀ ਨੂੰ ਉਹਦਾ ਦਾਇਰਾ ਘਟਾ ਕੇ ਬਿਲਕੁਲ ਛੋਟਾ ਕਰਤਾ ਤੇ ਬਾਕੀ ਸਾਰੇ ਨੂੰ ਆਪਣੇ ਕੰਟਰੋਲ ਵਿੱਚ ਟ੍ਰੇਡ ਏਰੀਆ ਦੇ ਨਾਂ ਤੇ ਕੰਟਰੋਲ ਕਰਕੇ ਆਪਣੇ ਐਕਟ ਬਣਾਤੇ, ਜਿੱਥੇ ਕਾਰਪੋਰੇਟ ਘਰਾਣਿਆਂ ਨੂੰ ਅਲਾਓ ਕਰਤਾ, ਤੁਸੀਂ ਆਓ, ਖੁੱਲੀ ਛੁੱਟੀ ਹੈ ਤੁਹਾਨੂੰ, ਜੋ ਮਰਜ਼ੀ ਖਰੀਦੋ, ਤੁਹਾਡੇ ਤੇ ਕੋਈ ਕਾਨੂੰਨ ਨਹੀਂ, ਸਾਡਾ ਕਾਨੂੰਨ ਹੋਊਗਾ, ਤੁਹਾਨੂੰ ਕੋਈ ਟੈਕਸ ਦੇਣ ਦੀ ਲੋੜ ਨਹੀਂ, ਕਿਸੇ ਚੀਜ਼ ਦੀ ਕੁਝ ਲੋੜ ਨਹੀਂ। ਆ ਸਾਰਾ ਕੀਤਾ। ਕਿਸਾਨਾਂ ਦੀ ਬੜੀ ਬੇਚੈਨੀ ਸੀ। MSP ਬਾਰੇ ਜਿਹੜੀ ਸ਼ੰਕਾ ਸੀ, ਕੋਈ ਉਹਨਾਂ ਨੇ ਉਹਦੀ ਦੂਰ ਨਹੀਂ ਕੀਤੀ ਕਿ MSP ਦੀ ਖਰੀਦ ਹੋਊਗੀ। ਕੋਈ ਜੋ ਮੰਗ ਸੀ ਕਿ ਕਾਨੂੰਨ ਵਿੱਚ ਲਾਇਆ ਜਾਏ, ਕੁਛ ਨਹੀਂ ਕੀਤਾ। ਤੇ ਜਦੋਂ ਕੁਛ ਨਹੀਂ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਹਿਲਾ ਸਟੈਂਡ ਪਹਿਲੇ ਦਿਨ ਤੋਂ ਸੀ ਕਿ ਜੇ ਕਿਸਾਨਾਂ ਦੇ ਹੱਕ ਲਈ ਕੁਛ ਵੀ ਕੁਰਬਾਨੀ ਦੇਣੀ ਅਸੀਂ ਕਰਾਂਗੇ। ਸਾਡੀ ਮੰਤਰੀ ਉਦੋਂ ਹਰਸਿਮਰਤ ਕੌਰ ਬਾਦਲ ਨੇ ਉੱਥੋਂ ਅਸਤੀਫਾ ਵੀ ਦਿੱਤਾ ਪਾਰਲੀਮੈਂਟ 'ਚ, ਤੇ ਅਸੀਂ NDA ਨਾਲ 30 ਸਾਲ ਪੁਰਾਣਾ ਰਿਸ਼ਤਾ ਅਸੀਂ ਤੋੜ ਵੀ ਦਿੱਤਾ, ਕਿਉਂਕਿ ਸਾਡੇ ਵਾਸਤੇ ਕਿਸਾਨ ਪਿਆਰਾ ਹੈ, ਪੰਜਾਬ ਪਿਆਰਾ ਹੈ। ਤੇ ਸ਼੍ਰੋਮਣੀ ਅਕਾਲੀ ਦਲ ਦੇ ਜੇ ਇਤਿਹਾਸ ਦੇਖੋ, ਅਸੀਂ ਲੜਾਈ ਕਿਸਾਨਾਂ ਦੀ, ਗਰੀਬਾਂ ਦੀ, ਮਜ਼ਦੂਰਾਂ ਦੀ, ਪੰਜਾਬੀਆਂ ਵਾਸਤੇ ਲੜਦੇ ਰਹੇ ਹਾਂ। ਪਿਛਲੇ ਕਾਫੀ ਸਮੇਂ ਤੋਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ। ਕਈ ਕਿਸਾਨ ਵੀਰਾਂ ਨੇ ਆਪਣੀਆਂ ਜਾਨਾਂ ਵੀ ਦੇਤੀਆਂ ਸੰਘਰਸ਼ 'ਚ। ਆ ਪੰਜਾਬ ਦੇ ਬਿੱਲਾਂ, ਆ ਜਿਹੜੇ 3 ਸੈਂਟਰ ਦੇ ਮੋਦੀ ਦੇ ਬਿੱਲ ਹੈ, ਉਹਨਾਂ ਦੇ ਖਿਲਾਫ। ਉਹਨਾਂ ਦੀ ਮੰਗ ਕੱਲੀ 3 ਮੰਗਾਂ ਜਾਂ 4 ਮੰਗਾਂ
कि आ तिन्ने ਆਰਡੀਨੈਂਸ ਐਕਟ ਜਿਹੜੇ ਪਾਸ ਕੀਤੇ ਗਏ ਹੈ ਆ ਤਿੰਨੇ ਐਕਟਾਂ ਨੂੰ ਰੱਦ ਕੀਤਾ ਜਾਏ, MSP ਤੇ ਖਰੀਦ ਯਕੀਨੀ ਕਾਨੂੰਨੀ ਬਣਾਈ ਜਾਏ, MSP ਤੇ ਸਾਰੀ ਫਸਲ ਪਹਿਲੀ ਤਾਂ MSP ਹਰ ਸਾਲ ਡਿਕਲੇਅਰ ਕੀਤੀ ਜਾਏ 22 ਫਸਲ ਜਿੰਨੀਆਂ ਫਸਲਾਂ ਤੇ MSP ਤੇ ਖਰੀਦ ਯਕੀਨੀ ਕੀਤੀ ਜਾਏ। ਕਿਸਾਨ ਜਥੇਬੰਦੀਆਂ ਨਾਲ ਪੰਜਾਬ ਸਰਕਾਰ ਦੀ ਗੱਲ ਚੱਲਦੀ ਰਹੀ ਤੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਅਸੈਂਬਲੀ ਦਾ ਸੈਸ਼ਨ ਬੁਲਾਉਣੇ ਆ। ਮੈਂ ਐਕਟ ਪਾਸ ਕਰਦਾ। ਮੈਂ ਕੈਪਟਨ ਸਾਹਿਬ ਨੂੰ, ਤੁਸੀਂ ਯਾਦ ਹੋਣਾ, ਮੈਂ ਪੰਜਾਬ ਦੀ ਸਰਕਾਰ ਨੂੰ ਕਾਫੀ ਦੇਰ ਦਾ ਇੱਕੋ ਹੀ ਗੱਲ ਕਰ ਰਿਹਾ ਹਾਂ ਕਿ ਅਸੀਂ ਵੱਡੇ ਵੱਡੇ ਕਾਨੂੰਨ ਜਿਹੜੇ ਬਣਾਉਂਦੇ ਆ ਉਹਨਾਂ ਨਾਲ ਸਲਾਹ ਕੀਤੀ ਹੈ। ਉਹਨਾਂ ਨੇ ਇੱਕੋ ਹੀ ਰਾਏ ਦਿੱਤੀ ਹੈ ਕਿ ਜੇ ਤੁਸੀਂ ਸੈਂਟਰ ਦੇ ਕਾਨੂੰਨ ਤੋਂ ਬਚਣਾ, 3 ਐਕਟਾਂ ਤੋਂ ਬਚਣਾ ਹੈ ਤਾਂ ਬਚ ਸਕਦੇ ਹੋ। ਜੇ ਤੁਸੀਂ ਪੰਜਾਬ ਦੀ ਅਸੈਂਬਲੀ ਸਾਰੇ ਪੰਜਾਬ ਨੂੰ APMC ਮਾਰਕੀਟ ਇੱਕ ਯਾਰਡ ਡਿਕਲੇਅਰ ਕਰ ਦੇ ਤੇ ਫਿਰ ਤੁਸੀਂ ਉਹ ਜਿਹੜੇ ਸੈਂਟਰ ਦੇ ਕਾਨੂੰਨ ਨਹੀਂ ਲਾਗੂ ਹੋਣਗੇ। APMC ਐਕਟ ਪੂਰੇ ਪੰਜਾਬ ਨੂੰ ਯਾਰਡ ਡਿਕਲੇਅਰ ਕਰਨ ਵਾਸਤੇ ਸਾਨੂੰ ਕੋਈ ਰਾਸ਼ਟਰਪਤੀ ਦੀ ਜਾਂ ਸੈਂਟਰ ਦੇ ਪਾਰਲੀਮੈਂਟ ਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਜਾਂ ਮਜਬੂਰੀ ਦੀ ਲੋੜ ਨਹੀਂ। ਆ ਐਕਟ ਕੌਨਸਟੀਟਿਊਸ਼ਨ ਦੇ ਥੱਲੇ APMC ਐਕਟ ਪੰਜਾਬ ਦੇ ਅਧਿਕਾਰ, ਪੰਜਾਬ ਦੀ ਅਸੈਂਬਲੀ ਦੇ ਥੱਲੇ ਅਧਿਕਾਰ 'ਚ ਹੈ। ਅਸੀਂ ਪਿਛਲੇ 1961 'ਚ APMC ਐਕਟ ਬਣਿਆ। ਇਸ ਐਕਟ ਨੇ ਸਾਰੇ ਲੀਗਲ ਸਕਰੂਟਨੀ ਦੇ ਥਰੂ ਤੋਂ ਨਿਕਲਿਆ। ਆ ਸੁਪਰੀਮ ਤੋਂ ਕੋਰਟ ਤੱਕ ਇਸ ਐਕਟ ਨੂੰ ਪ੍ਰੋਟੈਕਟ ਕੀਤਾ ਸੁਪਰੀਮ ਕੋਰਟ ਨੇ ਤੇ ਕੌਨਸਟੀਟਿਊਸ਼ਨ ਨੇ। ਆ ਲਾਜ ਸੀ, ਪਰ ਕਿਉਂਕਿ ਕੈਪਟਨ ਦੇ ਮਨ 'ਚ ਸ਼ੈਤਾਨੀ, ਕਿਉਂਕਿ ਕੈਪਟਨ ਦੀ ਸੋਚ ਤੇ ਗਵਰਨਮੈਂਟ ਆਫ ਇੰਡੀਆ ਦੀ ਸੋਚ ਇੱਕੋ ਇੱਕ ਹੈ। ਤੁਸੀਂ ਕਾਂਗਰਸ ਦਾ ਮੈਨੀਫੈਸਟੋ 2017 ਦਾ, ਪਿਛਲੇ ਸਾਲ ਦਾ ਵੀ ਦੇਖੋ, ਉਹਨਾਂ ਨੇ ਕਲੀਅਰ ਕੀਤਾ। ਰਾਹੁਲ ਗਾਂਧੀ ਨੇ ਆਪਣੇ ਮੈਨੀਫੈਸਟੋ 'ਚ, ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਦੋਂ ਕਲੀਅਰ ਕੀਤਾ ਸੀ ਕਿ ਸਾਡੀਆਂ ਸਰਕਾਰਾਂ ਆਉਣਗੀਆਂ, ਅਸੀਂ ਪ੍ਰਾਈਵੇਟ ਮੰਡੀਆਂ ਖੋਲਾਂਗੇ, ਅਸੀਂ ਪ੍ਰਾਈਵੇਟ ਈ ਟ੍ਰੇਡਿੰਗ ਕਰਾਵਾਂਗੇ। ਜੋ ਸੈਂਟਰ ਦੀ ਸਰਕਾਰ ਦੇ 3 ਐਕਟਾਂ 'ਚ ਲਿਖਿਆ ਹੈ ਉਹੀ ਚੀਜ਼ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। 2017 ਦੇ ਵਿੱਚ ਉਹਨਾਂ ਨੇ ਸਰਕਾਰ ਬਣਤੇ ਹੀ ਉਹ ਐਕਟ ਇਮੀਡੀਏਟਲੀ ਪਾਸ ਕੀਤੇ, ਅੱਜ ਤੱਕ ਲਾਗੂ ਹੈ। ਜਿਹੜਾ ਵੱਡਾ ਫਰਾਡ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਡਰਾਮਾ ਕੀਤਾ, ਆ ਜਿਹੜਾ ਪੰਜਾਬ ਦੀ ਅਸੈਂਬਲੀ 'ਚ ਆ ਲਿਆ ਕੇ ਕਿਹਾ ਕੁਛ, ਕੀਤਾ ਕੁਛ। ਉੱਥੇ ਜੋ ਅਸੈਂਬਲੀ 'ਚ ਸੈਸ਼ਨ ਸ਼ੁਰੂ ਹੋਇਆ, ਪਹਿਲੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ, ਦੂਜੀਆਂ ਪੋਲੀਟੀਕਲ ਪਾਰਟੀ, ਆਮ ਆਦਮੀ ਪਾਰਟੀ ਦੀ ਵੀ, ਤੇ ਸਾਰੀ ਜਥੇਬੰਦੀਆਂ ਲੋਕਾਂ ਦੀ ਮੰਗ ਸੀ ਕਿ ਕੈਪਟਨ ਨੇ ਕਿਹਾ ਜੀ ਮੈਂ ਐਕਟ ਲੈ ਕੇ ਆਉਂਗਾ। ਸਾਰਿਆਂ ਨੂੰ ਉਮੀਦ ਸੀ ਕਿ ਬੜਾ ਸੋਚ ਸਮਝ ਕੇ ਲੀਗਲ ਓਪੀਨੀਅਨ ਲੈ ਕੇ ਕੋਈ ਇਹੋ ਜਿਹੀ ਚੀਜ਼ ਕਰੂਗਾ ਜਿਹਦੇ ਨਾਲ ਪੰਜਾਬ ਦਾ ਕਿਸਾਨਾਂ ਦਾ ਭਲਾ ਹੋਊਗਾ। ਆ ਜਿਹੜੀ ਆਪਣੇ ਉੱਤੇ ਤਲਵਾਰ ਲੜਕਦੀ ਹੈ, ਉਹ ਤਲਵਾਰ ਤੋਂ ਖਹਿੜਾ ਛੁੱਟੂਗਾ। ਪਰ ਕੈਪਟਨ ਦੇ ਮਨ 'ਚ ਖੋਟ ਸੀ, ਚੋਰੀ ਸੀ, ਬੇਈਮਾਨੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਅਸੀਂ ਕਿਹਾ ਸਾਨੂੰ 1 ਦਿਨ ਪਹਿਲੇ ਜਾਂ 2 ਦਿਨ ਪਹਿਲੇ ਸਾਨੂੰ ਉਹ ਐਕਟ ਨੂੰ ਦਿਖਾਇਆ ਜਾਏ, ਸੋ ਅਸੀਂ ਪੜ੍ਹ ਲਈਏ, ਪੜ੍ਹ ਕੇ ਜੇ ਕੋਈ ਕਮੀਆਂ ਲੱਗਦੀਆਂ ਅਸੀਂ ਉੱਥੇ ਰੱਖ ਸਕੀਏ ਤੇ ਅਸੀਂ ਰਲ ਮਿਲ ਕੇ, ਕਿਉਂਕਿ ਅਸੀਂ ਕੈਪਟਨ ਸਾਹਿਬ ਨੂੰ ਤੇ ਪੂਰੇ ਪਹਿਲੇ ਕਹਿਤਾ ਸੀ ਕਿ ਜੇ ਕਿਸਾਨਾਂ ਦੇ ਹਿੱਤ ਵਿੱਚ ਜੋ ਵੀ ਕਾਨੂੰਨ ਤੁਸੀਂ ਲੈ ਕੇ ਆਓਗੇ, ਕੋਈ ਵੀ ਐਕਟ ਬਣਾਓਗੇ, ਅਸੀਂ ਤੁਹਾਡੇ ਨਾਲ ਹੈ, ਸਾਰਾ ਹਾਊਸ ਨਾਲ ਹੈ, ਸਾਰੇ ਪੂੰਜਾ ਪੰਜਾਬ ਨਾਲ ਹੈ। ਕੈਪਟਨ ਸਾਹਿਬ ਨੇ ਇਹਦਾ ਫਾਇਦਾ ਚੱਕਿਆ। ਉਸ ਦਿਨ ਸਵੇਰੇ 10 ਵਜੇ, ਰਾਤ ਤੱਕ ਵੀ ਨਹੀਂ, ਤੁਸੀਂ ਦੇਖੋ ਕੈਪਟਨ ਨੇ ਆਪਣੇ ਕੈਬਨਿਟ ਨੂੰ ਵੀ ਮੈਨੂੰ ਲੱਗਦਾ ਤੁਕ ਨਹੀਂ ਦੱਸਿਆ, ਕਿਉਂਕਿ ਉਹਦੀ ਗੱਲ ਸਿੱਧੀ ਸੈਂਟਰ ਨਾਲ ਚੱਲ ਰਹੀ ਸੀ। ਕੈਬਨਿਟ ਤੋਂ ਵੀ ਤੁਸੀਂ ਦੇਖੋ ਕਾਂਗਰਸ ਇੰਨੀ ਚਾਲੂ ਹੈ, ਕੈਬਨਿਟ 'ਚ ਆ ਜਾਂਦਾ ਪਹਿਲੇ ਤੇ ਪਤਾ ਲੱਗ ਜਾਣਾ ਸੀ 1 ਦਿਨ ਪਹਿਲੇ। ਕੈਬਨਿਟ 'ਚ ਵੀ ਨਹੀਂ ਲਿਆਂਦਾ, ਕੈਬਨਿਟ ਵਿੱਚ 1 ਦਿਨ ਪਹਿਲੇ ਰੈਜ਼ੋਲੂਸ਼ਨ ਪਾਸ ਕਰਤੀ ਕਿ ਅਸੀਂ ਸਾਰਾ ਕੁਝ ਆਥੋਰਾਈਜ਼ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਨੂੰਨ ਲਿਆਉਣ ਵਾਸਤੇ। ਮੈਂ ਪਹਿਲੀ ਵਾਰ ਦੇਖਿਆ ਹੈ ਕਿ ਕੈਬਨਿਟ ਇੱਕ ਕਾਨੂੰਨ ਆ ਰਿਹਾ ਹੈ, ਕਾਨੂੰਨ 'ਚ ਕੈਬਨਿਟ ਦੀ ਕੋਈ ਬਹਿਸ ਨਹੀਂ, ਕੋਈ ਡਿਸਕਸ਼ਨ ਨਹੀਂ, ਇਕੱਲੇ ਅਮਰਿੰਦਰ ਸਿੰਘ ਤੇ ਛੱਡ ਦਿੰਦੇ ਹੋ।
ਕਿਉਂ ਛੱਡ ਰਹੇ ਹੋ? ਕਿਉਂਕਿ ਤੁਹਾਡੇ ਮਨ 'ਚ ਖੋਟ ਹੈ ਕਿ ਤੁਸੀਂ ਦੱਸਣਾ ਨਹੀਂ ਚਾਹੁੰਦੇ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਅਗਲੇ ਦਿਨ ਫੈਸਲਾ ਕੀਤਾ, ਸਵੇਰੇ ਪਹਿਲੇ ਆਉਣ ਸਾਰ ਸਾਡੇ ਸ਼ਰਨਜੀਤ ਢਿੱਲੋਂ ਜੀ, ਸਾਡੇ ਲੀਡਰਾਂ, ਵਿਕਰਮ ਮਜੀਠੀਆ ਜੀ ਨੇ ਕਿਹਾ ਕਿ ਸਾਨੂੰ ਤੁਸੀਂ, ਜੇ ਤੁਸੀਂ ਅੱਜ ਲਿਆਉਣਾ ਹੈ, ਤੁਸੀਂ ਅੱਜ ਐਕਟ ਦਿਓ ਸਾਨੂੰ ਫਿਰ ਅਡਜਰਨ ਕਰ ਦਿਓ ਹਾਊਸ ਨੂੰ, ਸਾਨੂੰ ਪੜ੍ਹ ਲੈਣ ਦਿਓ ਕਿ ਇਹਦੇ 'ਚ ਕੀ ਕੀ ਲਿਖਿਆ, ਫਿਰ ਤੁਸੀਂ ਇੱਕ ਦਿਨ ਦਾ ਬ੍ਰੇਕ ਦੇ ਦਿਓ, ਅਸੀਂ ਸਾਰਾ ਪੜ੍ਹ ਕੇ। ਪਰ ਸ਼ੈਤਾਨੀ ਸੀ ਉਹਨਾਂ ਦੇ ਮਨ 'ਚ। ਉਹਨੇ ਕਿਹਾ ਨਹੀਂ। ਉਹਨੇ ਉਸੇ ਟਾਈਮ ਸਪੀਕਰ ਨੇ ਡਿਸਕਸ਼ਨ ਸ਼ੁਰੂ ਕਰਤੀ ਤੇ ਦੋ ਜਿਹੜੇ ਘੰਟਿਆਂ ਦੇ ਅੰਦਰ ਰੈਜ਼ੋਲੂਸ਼ਨ ਪਾਸ ਕਰਤਾ। ਉਹ ਰੈਜ਼ੋਲੂਸ਼ਨ ਕੀ ਸੀ? ਕੈਪਟਨ ਸਾਹਿਬ ਉੱਠੇ, ਰੈਜ਼ੋਲੂਸ਼ਨ ਹੋਰ ਹੈ ਤੇ ਕਾਨੂੰਨ ਐਕਟ ਦੇ ਬਾਰੇ ਥੱਲੇ ਹੋਰ ਕੁਝ ਸੀ। ਰੈਜ਼ੋਲੂਸ਼ਨ ਹੈ ਕਿ ਪੰਜਾਬ ਅਸੈਂਬਲੀ, ਪੰਜਾਬ ਸਰਕਾਰ ਐਕਟ ਪਾਸ ਕਰਦੀ ਹੈ ਰੈਜ਼ੋਲੂਸ਼ਨ ਵਿੱਚ ਕਿ ਸੈਂਟਰ ਦੇ 3 ਕਾਨੂੰਨਾਂ ਨੂੰ ਰੱਦ ਕਰਦੀ ਹੈ ਤੇ ਫੈਸਲਾ ਕਰਦੀ ਹੈ, ਲਿਖਦੀ ਹੈ ਕਿ ਸੈਂਟਰ ਸਰਕਾਰ ਹਰ ਸਾਲ MSP ਨੂੰ ਲੀਗਲ ਰਾਈਟ ਬਣਾਏ ਤੇ MSP ਤੇ ਖਰੀਦੀ ਜਾਏ ਹਰ ਫਸਲ, ਇੱਕ ਤਿਨਕਾ, ਸਾਰੀ ਫਸਲਾਂ ਖਰੀਦੀਆਂ ਜਾਣ। ਆਹ ਰੈਜ਼ੋਲੂਸ਼ਨ ਹੈ। ਜਦੋਂ ਪੜ੍ਹਿਆ ਸਾਰੀ ਪਾਰਟੀ ਨੇ, ਜਿਵੇਂ ਸਾਡਾ ਸਟੈਂਡ ਸੀ ਕਿ ਆ ਤਿੰਨੇ ਰੱਦ ਹੋਣੇ ਤੇ ਅਸੀਂ ਸਟੈਂਡ ਕੀਤਾ, ਪਰ ਥੱਲੇ ਜਿਹੜੇ 3 ਐਕਟ ਦਿੱਤੇ ਜਿਹੜੇ ਪੜ੍ਹਨ ਨਹੀਂ ਵੀ ਦਿੱਤੇ ਤੇ ਉਹਨਾਂ ਨੇ ਜਾਲੀ। ਪਰ ਥੋੜੇ ਜਿੰਨਾ ਸਾਡੇ ਲੀਡਰਾਂ ਨੇ ਪੜ੍ਹਿਆ ਤੇ ਦੇਖਿਆ ਕਿ ਇਹਦੇ 'ਚ ਕਈ ਚੀਜ਼ਾਂ ਹੈ, ਪਰ ਅਸੀਂ ਆਪਣੀਆਂ ਜੋ ਗੱਲਾਂ ਉੱਥੇ ਰੱਖੀਆਂ ਪਾਸ ਕਰ ਦਿੱਤਾ। ਹੁਣ ਕੀ ਕੀਤਾ ਨੁਕਸਾਨ ਕੈਪਟਨ ਨੇ ਤੇ ਕੀ ਸੀ ਮੰਗ ਸਾਰੀ ਕਿਸਾਨ ਜਥੇਬੰਦੀ, ਕਿਸਾਨਾਂ ਦੀ, ਕਿਸਾਨ ਸਾਰੇ ਜਥੇਬੰਦੀਆਂ ਦੀ, ਸਮੁੱਚੇ ਕਿਸਾਨਾਂ ਦੀ, ਸਾਰੇ ਪੰਜਾਬੀਆਂ ਦੀ ਮੰਗ ਸੀ ਕਿ ਤਿੰਨੇ ਐਕਟ ਜਿਹੜੇ ਕਾਨੂੰਨ ਹੈ ਸੈਂਟਰ ਸਰਕਾਰ ਦੇ ਰੱਦ ਕੀਤੇ ਜਾਣ। ਕੈਪਟਨ ਨੇ ਅਸੈਂਬਲੀ ਸੈਸ਼ਨ 'ਚ ਐਕਟ ਜਿਹੜੇ ਲਿਆਂਦੇ ਆ ਉਹਦੇ 'ਚ ਕੋਈ ਰੱਦ ਨਹੀਂ ਕੀਤੇ, ਸਗੋਂ ਉਹਨਾਂ ਐਕਟਾਂ ਤੇ ਮੋਹਰ ਲਾ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਰੱਦ ਨਹੀਂ ਕੀਤੇ, ਕੱਲੇ ਅਮੈਂਡਮੈਂਟ ਲਿਆਂਦੀ ਹੈ। ਅਮੈਂਡਮੈਂਟ ਦਾ ਮਤਲਬ ਹੈ ਤੁਸੀਂ ਐਕਸੈਪਟ ਕਰਦੇ ਹੋ ਐਕਟ ਠੀਕ ਹੈ, ਪਰ ਅਸੀਂ ਇਹਦੇ 'ਚ ਆਹ ਚੇਂਜਸ ਕਰ ਦਿਓ। ਜੋ ਕਿਸਾਨ, ਸਾਰੇ ਕਿਸਾਨ ਭਰਾਵਾਂ ਦੀ ਮੰਗ ਸੀ, ਮੰਨੀ ਨਹੀਂ। ਦੂਜੀ ਗੱਲ, MSP ਨੂੰ ਯਕੀਨੀ ਬਣਾਇਆ ਜਾਏ। ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਐਕਟ ਲਿਆਂਦਾ ਹੈ ਉਹਦੇ 'ਚ ਇੱਕ ਲਾਈਨ ਦਿਖਾ ਦਿਓ ਜਿੱਥੇ ਲਿਖਿਆ ਕਿ MSP ਯਕੀਨੀ ਬਣਾਈ ਜਾਏ, MSP ਤੇ ਸਾਰੀਆਂ ਫਸਲਾਂ ਖਰੀਦੀਆਂ ਜਾਣ। ਇੱਕ ਲਾਈਨ ਨਹੀਂ ਲਿਖੀ MSP ਤੇ ਸਾਰੀਆਂ ਫਸਲਾਂ ਖਰੀਦੀਆਂ ਜਾਣ। ਕੱਲੀਆਂ ਲਿਖਤੀਆਂ ਝੋਨਾ ਤੇ ਕਣਕ ਜਿਹੜੀ ਪਹਿਲੇ ਹੀ MSP ਤੇ ਖਰੀਦੀ ਜਾ ਰਹੀ ਸੀ, ਕਹਿੰਦਾ ਉਹਨੇ ਖਰੀਦੀ ਜਾਓਗੇ। ਤੇ ਤੀਜੀ ਗੱਲ, ਦੂਜੀਆਂ ਫਸਲਾਂ ਜਿਹੜੀਆਂ ਕਣਕ, ਨਰਮਾ ਹੈ, ਆਪਣੇ ਮੱਕੀ ਹੈ, ਸਰੋਂ ਹੈ, ਬਾਸਮਤੀ, ਜੋ ਵੀ ਫਸਲ ਹੈ, ਜ਼ਿਕਰ ਹੀ ਨਹੀਂ ਕੀਤਾ ਕਿਉਂਕਿ ਸਾਰੀ ਗੱਲ ਹੋਈ ਸੀ ਉੱਤੇ। ਤੇ ਜਿਹੜੀ ਤੀਜੀ ਗੱਲ ਜਿਹੜੀ ਸਾਰਿਆਂ ਨੇ ਮੰਗ ਕੀਤੀ ਸੀ, ਕਿਸਾਨ ਸਾਥ ਜਥੇਬੰਦੀ, ਕਿ ਜਿਹੜੇ ਐਕਟ ਕੈਪਟਨ ਨੇ ਆਪ ਬਣਾਏ ਸੀ 2017 'ਚ ਕਿ APMC ਮੰਡੀ ਦੇ ਵਿੱਚ ਅਸੀਂ ਅਮੈਂਡਮੈਂਟ ਕੀਤੀ ਸੀ ਕਿ ਪ੍ਰਾਈਵੇਟ ਕਾਰਪੋਰੇਟ ਮੰਡੀਆਂ ਬਣਾਈ ਜਾਣ, ਕਾਰਪੋਰੇਟ ਆ ਕੇ ਲੈ ਜਾਣ, ਉਹਨੂੰ ਵੀ ਰੱਦ ਕੀਤਾ ਜਾਏ। ਉਹ ਵੀ ਬਿਲਕੁਲ ਰੱਦ ਨਹੀਂ ਕੀਤੀ। ਅਸੀਂ ਰੈਜ਼ੋਲੂਸ਼ਨ, ਜਿਹੜਾ ਸਾਡੀ ਪਾਰਟੀ ਤਰਫੋਂ ਅਸੀਂ ਰੈਜ਼ੋਲੂਸ਼ਨ ਪਾਇਆ ਸੀ ਕਿ ਉਹ ਜਿਹੜੀ ਪੁਰਾਣਾ ਐਕਟ ਕੈਪਟਨ ਅਮਰਿੰਦਰ ਸਿੰਘ ਦਾ ਰੱਦ ਕੀਤਾ ਜਾਏ, ਉਹਨੇ ਬਿਲਕੁਲ ਰਿਜੈਕਟ ਕਰਤਾ ਸਾਡਾ। ਅਸੀਂ ਰੈਜ਼ੋਲੂਸ਼ਨ ਪਾਇਆ ਸੀ ਕਿ ਇੱਕ ਨਵੀਂ ਪੂਰੀ ਨੂੰ ਮੰਡੀ ਇੱਕ ਬਣਾਇਆ ਜਾਏ, ਜਿਹੜੇ ਮੈਂ ਬਾਅਦ ਜ਼ਿਕਰ ਕਰੂੰਗਾ, ਉਹ ਵੀ ਰੱਦ ਕੀਤਾ ਇਹਨਾਂ ਨੇ। ਸਾਜ਼ਿਸ਼ ਕਿਉਂ ਸੀ? ਕੈਪਟਨ ਨੇ ਕੀ ਕੀਤਾ? ਆ ਜਿਹੜੇ ਐਕਟ ਬਣਾ ਕੇ ਕੈਪਟਨ ਨੇ ਬਹੁਤ ਵੱਡਾ ਧੋਖਾ ਪੰਜਾਬ ਦੀ ਜਨਤਾ ਨਾਲ ਕੀਤਾ ਹੈ। ਧੋਖਾ ਉਹਨੂੰ ਵੀ ਪਤਾ ਹੈ, ਕਾਂਗਰਸ ਸਾਰਿਆਂ ਨੂੰ ਪਤਾ ਕਿ ਧੋਖਾ ਕੀਤਾ ਹੈ। ਉਹਨੇ ਜਿਹੜਾ ਧੋਖਾ ਕੀਤਾ ਹੈ, ਉਹਨੇ ਅਸੈਂਬਲੀ 'ਚ ਵੀ ਕਹਿਤਾ ਕਿ ਆਹ ਤਾਂ ਇਕੱਲਾ ਕਾਗਜ਼ ਹੈ, ਇਹਦੀ ਕਿਸੇ ਨੂੰ ਮਨਜ਼ੂਰੀ ਨਹੀਂ ਮਿਲਣੀ, ਇਹਨੂੰ ਮਨਜ਼ੂਰੀ ਨਹੀਂ ਮਿਲਣੀ। ਜਿਹੜਾ ਬੰਦਾ ਐਕਟ ਪਾਸ ਕਰ ਰਿਹਾ ਤੇ ਕਹਿ ਰਿਹਾ ਕਿ ਇਹਦੇ 'ਚ ਮਨਜ਼ੂਰੀ ਮਿਲਣੀ ਨਹੀਂ, ਆਹ ਤਾਂ ਸੈਂਟਰ ਦਾ, ਉੱਥੇ ਮਨਜ਼ੂਰੀ ਹੋਣੀ ਹੈ। ਇਹਨੇ ਸਾਰਾ ਕੁਝ ਜਿੱਥੇ ਆਪਾਂ ਸੀਗੇ ਪਹਿਲੇ, ਉੱਥੇ ਹੀ ਆਪਾਂ ਅੱਜ ਹੈ। ਆਪਾਂ ਨੂੰ ਫਿਰ ਤੋਂ ਸੈਂਟਰ ਦੇ ਦਰਬਾਰ ਵਿੱਚ ਫਿਰ ਤੋਂ ਭੇਜ ਦਿੱਤਾ। ਜਿਸ ਦਰਬਾਰ ਨੇ ਆਪਾਂ ਨੂੰ ਇੰਨਾ ਧੱਕਾ ਕੀਤਾ, ਕੈਪਟਨ ਨੇ ਵਾਪਸ ਉਹਨਾਂ ਦਰਬਾਰ 'ਚ ਹੀ ਵਾਪਸ ਭੇਜਤਾ ਕਿ ਫੈਸਲਾ ਹੁਣ ਉਹ ਕਰਨਗੇ ਆਪਣੇ ਕੋਲੋਂ। ਆ ਗੱਲ ਕੀ ਸਾਜ਼ਿਸ਼ ਨਾਲ ਹੋਈ ਹੈ। ਸੈਂਟਰ ਸਰਕਾਰ
ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨਾਲ ਆ ਗੱਲਬਾਤ ਹੋਈ, ਸਮਝੌਤਾ ਹੋਇਆ ਕਿ ਆ ਜਿਹੜੀਆਂ ਰੇਲ ਰੋਕੋ ਹੈ, ਆ ਜਿਹੜੇ ਇੱਥੇ ਸੜਕਾਂ ਦੇ ਧਰਨੇ ਲੱਗ ਰਹੇ ਹੈ, ਇਹਨਾਂ ਨੂੰ ਚੁਕਾਉਣ ਦਾ ਇੱਕੋ ਇੱਕ ਰਸਤਾ ਹੈ। ਉਹ ਕਹਿੰਦੇ ਜੀ ਕਿਸਾਨ ਯੂਨੀਅਨ ਨੂੰ ਤੁਸੀਂ ਕਹਿ ਦਿਓ ਕਿ ਮੈਂ ਐਕਟ ਬਣਾ ਦਿੰਦਾ, ਉਹਨਾਂ ਨੇ ਕਿਹੜਾ ਪੜ੍ਹਨਾ ਪੁੜਨਾ, ਤੁਸੀਂ ਐਕਟ ਬਣਾ ਕੇ ਰੈਜ਼ੋਲੂਸ਼ਨ ਸਾਡੇ ਕੋਲੇ ਭੇਜ ਦਿਓ, ਅਸੀਂ ਇੱਥੇ ਖੂਹ ਖਾਤੇ ਪਾ ਦਾਂਗੇ, ਇੱਥੇ ਹੋਣਾ ਨਹੀਂ, ਉਹਨਾਂ ਨੇ ਉੱਠ ਖੜਨਾ। ਪਰ ਸਾਥੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ ਹੈ, ਅਸੀਂ ਕਿਸੇ ਨਾਲ ਧੋਖਾ ਨਹੀਂ ਦੇ ਸਕਦੇ। ਸੱਚਾਈ ਨੂੰ ਸਾਹਮਣੇ ਰੱਖਣਾ ਸਾਡਾ ਫਰਜ਼ ਹੈ, ਸਾਡੀ ਜ਼ਿੰਮੇਵਾਰੀ ਹੈ। ਇਸ ਕਰਕੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਇਸ ਲਈ ਕੀਤੀ ਹੈ ਕਿ ਸੱਚਾਈ ਆ ਕਿ ਇਸ ਐਕਟ ਨੇ ਐਜ ਇੱਕ ਜਿਹੜਾ ਕੀਤਾ ਇੱਕ ਫਰਾਡ ਆਪਾਂ ਨੂੰ ਅੱਖਾਂ ਉੱਤੇ ਜਿਵੇਂ ਹੁੰਦਾ ਮਿੱਟੀ ਪਾਈ ਆਪਣੇ ਨਾਲ ਫਰਾਡ ਕੀਤਾ। ਜੋ ਕਿਸਾਨ ਜਥੇਬੰਦੀਆਂ ਕਿਸਾਨਾਂ ਦੀ ਮੰਗ ਸੀ, ਤਿੰਨੇ ਚਾਰੇ ਮੰਗਾਂ ਨੂੰ ਰਿਜੈਕਟ ਕਰਤਾ ਹੈ, ਇੱਕ ਵੀ ਮੰਗ ਨਹੀਂ ਮੰਨੀ। ਇਹਨੇ ਇੱਕ ਡਰਾਮਾ ਕਰਕੇ, ਇੱਕ ਆਪਣੇ ਪਬਲਿਸਿਟੀ ਕਰਕੇ ਕਿ ਮੈਂ ਪਹਿਲੇ ਪਾਣੀਆਂ ਦਾ ਰੱਖਾ ਸੀ, ਸਾਰਾ ਪਾਣੀ ਦੇਤਾ, ਹਰਿਆਣੇ ਤੋਂ ਪੱਕਾ ਕਰਤਾ, ਹਰਿਆਣੇ ਤੇ ਰਾਜਸਥਾਨ ਨੂੰ, ਹੁਣ ਮੋਦੀ ਸਾਹਿਬ ਨੇ ਖੁਸ਼ ਕਰਤਾ। ਇੱਥੇ ਹੁਣ ਇੱਕ ਸਵਾਲ ਕਈਆਂ ਨੇ ਪੁੱਛਿਆ ਕਿ ਤੁਸੀਂ ਕਿਉਂ ਸਪੋਰਟ ਉੱਥੇ ਕੀਤੀ। ਫਲੋਰ ਆਫ ਦ ਹਾਊਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਕਿਹਾ ਕਿ ਜਿਹੜੇ ਮੈਂ ਲੈ ਕੇ ਆਇਆ, ਕਿਉਂਕਿ 10 ਵਜੇ ਲੈ ਕੇ ਆ, ਕਿਸੇ ਨੂੰ ਪੜ੍ਹਨ ਦਿੱਤਾ ਨਹੀਂ, ਮੈਂ ਸਾਰਿਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਰਿਆਂ ਨੂੰ ਦਿਖਾਤਾ, ਸਾਰਿਆਂ ਦੀ ਅਪਰੂਵਲ ਲੈ ਲਈ ਹੈ, ਪੁੱਛ ਕੇ ਲੈ ਕੇ ਆਏ। ਸੋ ਸਾਰਿਆਂ ਨੇ ਲੱਗੇ। ਜਦੋਂ ਅਸੀਂ ਹੁਣ ਪਿਛਲੇ 2 ਦਿਨ ਸਾਰਾ ਪੜ੍ਹਿਆ, ਸਾਰਾ ਦੇਖਿਆ, ਤੇ ਅਸੀਂ ਦੇਖਿਆ ਤਾਂ ਬਹੁਤ ਵੱਡਾ ਧੋਖਾ, ਬਹੁਤ ਵੱਡਾ ਫਰਾਡ ਹੈ। ਕੈਪਟਨ ਸਾਹਿਬ, ਥੋਤੋਂ ਉਮੀਦ ਨਹੀਂ ਸੀ ਕਿ ਤੁਸੀਂ ਐਡਾ ਵੱਡਾ ਫਰਾਡ ਪਹਿਲੇ ਵੀ ਕਰਦੇ ਰਹੇ ਹੋ। ਤੁਸੀਂ ਜਿਵੇਂ ਝੂਠੀਆਂ ਸਹੁੰ ਖਾ ਕੇ ਕਿਸਾਨਾਂ ਨਾਲ ਝੂਠਾ ਫਰਾਡ ਕੀਤਾ, ਵੋਟਾਂ ਲੈ ਲੀਆਂ। ਆਹ ਦੂਜਾ ਮੈਨੂੰ ਲੱਗਦਾ ਤੁਹਾਡੀ ਜ਼ਿੰਦਗੀ ਦਾ ਮਤਲਬ 100ਵਾਂ ਜਾਂ 110 ਬਸ ਫਰਾਡ ਹੋਣਾ। ਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਕਲੀਅਰ ਕੀਤਾ ਕਿ ਆਹ ਐਕਟ ਜਿਹੜੇ ਪਾਸ ਕੀਤੇ ਹੈ, ਇਸ ਐਕਟ ਨਾਲ ਪੰਜਾਬ ਦੀ ਕਿਸਾਨਾਂ ਨਾਲ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਆਹ ਐਕਟ ਜਿਹੜੇ ਪਾਸ ਕੀਤੇ ਹੈ ਆ ਲਾਗੂ ਨਹੀਂ ਹੋ ਸਕਦੇ ਜਿੰਨਾ ਤੱਕ ਮੋਦੀ ਸਾਹਿਬ ਹਾਂ ਨਹੀਂ ਕਰਦੇ, ਸੈਂਟਰ ਦੀ ਸਰਕਾਰ ਹਾਂ ਨਹੀਂ ਕਰਦੇ। ਫਿਰ ਵੀ ਪਾਰਲੀਮੈਂਟ ਜਦੋਂ ਮਰਜ਼ੀ ਉਹ ਕਰ ਸਕਦਾ ਹੈ। ਆ ਸਾਰਾ ਇਲੀਗਲੀ ਤਰੀਕੇ ਨਾਲ ਹੁਣ ਕਹਿੰਦੇ ਆ ਜੇ ਅਸੀਂ 250 ਇੱਕ ਵੱਡੀ ਗੱਲ ਹੈ, ਇਹਨੇ ਜਿਹੜੇ ਐਕਟ ਦੀ ਪ੍ਰੋਵੀਜ਼ਨ ਕੀਤੀ ਹੈ, ਪਾਸ ਕੀਤਾ ਹੈ, ਆ ਕਨਕਰੈਂਟ ਲਿਸਟ ਜਾਣ ਕੇ ਕੀਤਾ ਹੈ। ਕਨਕਰੈਂਟ ਲਿਸਟ ਕਿਉਂਕਿ ਪਤਾ ਹੈ ਕਿ ਕਨਕਰੈਂਟ ਲਿਸਟ ਵਿੱਚ ਜੇ ਪਾਰਲੀਮੈਂਟ ਕੋਈ ਗੱਲ ਕਹੇ ਤੇ ਸਟੇਟ ਅਸੈਂਬਲੀਆਂ ਕੁਝ ਗੱਲ ਕਹਿਣ, ਪਾਰਲੀਮੈਂਟ ਦੀ ਜੋ ਕਹੇ ਉਹ ਮੰਨਿਆ ਜਾਂਦਾ, ਸਟੇਟ ਦਾ ਨਹੀਂ ਮੰਨਿਆ ਜਾਂਦਾ। ਉਹਨੂੰ ਪਤਾ ਸੀ ਕੈਪਟਨ ਨੂੰ, ਤਾਂ ਹੀ ਉਹਨੇ ਹਾਊਸ 'ਚ ਵੀ ਕਿਹਾ ਕੁਝ ਨਹੀਂ ਹੋਣਾ, ਤੇ ਖੜਕਲ ਕਲਾਂ ਵੀ ਕਿਹਾ, ਉਹਦਾ ਕਿਹਾ ਕਿ ਹੋਣਾ ਕੁਝ ਨਹੀਂ ਪਰ ਮੈਂ ਕਰ ਦਿੰਦਾ। ਆ ਤਾਂ ਆਹੀ ਗੱਲ ਹੋਈ ਜਿਵੇਂ ਕੈਪਟਨ ਸਾਹਿਬ, ਕਿਉਂਕਿ ਉਹਨਾਂ ਕੋਲ 80 MLA ਮੈਜੋਰਿਟੀ ਹੈ, ਤੇ ਕਹਿਣ ਕਿ ਅੱਜ ਤੋਂ ਬਾਅਦ ਮੈਂ ਪੰਜਾਬ ਦਾ ਪ੍ਰਧਾਨ ਮੰਤਰੀ ਹਾਂ, ਜਾਂ ਅੱਜ ਤੋਂ ਮੈਂ ਹਰਿਆਣਾ, ਮੈਂ ਅੱਜ ਰੈਜ਼ੋਲੂਸ਼ਨ ਪਾਸ ਕਰ ਦੇਣਾ, ਹਰਿਆਣਾ ਵੀ ਸਾਡੇ ਵਿੱਚ ਹੈ, ਕੀ ਆ ਲਾਗੂ ਹੋ ਜਾਊਗਾ? ਰੈਜ਼ੋਲੂਸ਼ਨ ਪਾਸ ਕਰਕੇ ਇਹ ਜਿਹੀਆਂ ਬੇਹੂਦੀ ਗੱਲਾਂ ਕਰਕੇ ਆ ਹੋ ਜਾਊਗਾ? ਆ ਉਹੀ ਚੀਜ਼ ਕੀਤੀ, ਉਹਨੂੰ ਪਤਾ ਕਰਕੇ, ਉਹਨੂੰ ਪਤਾ ਹੋਣ ਦੇ ਨਾਤੇ ਜੋ ਧੋਖਾ ਦਿੱਤਾ ਹੈ। ਜਾਂ ਕਿਤੇ ਕਿਤੇ ਐ ਹੋ ਜਾਂਦਾ ਕਿ ਤੁਹਾਨੂੰ ਪਤਾ ਨਾ ਹੋਏ, ਤੁਸੀਂ ਗੱਲ ਫੈਸਲਾ ਲੈਂਦੇ ਹੋ, ਇੱਥੇ ਤਾਂ ਪਤਾ ਸੀ ਉਹਨਾਂ ਨੂੰ। ਤੇ ਐਡਾ ਵੱਡਾ ਧੋਖਾ ਉਹਨੇ ਪੰਜਾਬ ਦੀ ਕਿਸਾਨੀ ਨੇ ਕੀਤਾ ਹੈ, ਅਸੀਂ ਰਿਜੈਕਟ ਕਰਦੇ ਹਾਂ। ਕੋਈ ਸਵਾਲ? ਯਾਰ ਕੋਰਟ ਤਾਂ ਜਦੋਂ ਤੁਸੀਂ ਕੋਈ ਚੀਜ਼ ਫੈਸਲਾ ਜਿਹਦਾ ਗਲਤ, ਕੋਰਟ ਤਾਂ ਹਰ ਚੀਜ਼ ਵਿੱਚ ਜਾ ਸਕਦੇ। ਜਦੋਂ ਤੁਸੀਂ ਕਾਨੂੰਨੀ, ਤੁਹਾਨੂੰ ਪਤਾ ਹੈ ਕੈਪਟਨ ਨੇ ਆਪ ਕਿਹਾ ਕਿ ਦਸਤਖਤ ਨਹੀਂ ਹੋਣੇ, ਕਿਹਾ ਨਹੀਂ ਹਾਊਸ ਆਫ ਦੇ ਹਾਊਸ ਵਿੱਚ ਕਿਹਾ, ਜੇ ਉਹਨੂੰ ਪਏ ਕਿ ਦਸਤਖਤ ਨਹੀਂ ਹੋਣੇ, ਕਾਨੂੰਨ ਬਣਨਾ ਨਹੀਂ, ਤੇ ਫਿਰ ਜਨਤਾ ਦੇ ਸਾਹਮਣੇ ਫਰਾਡ, ਫਿਰ ਕਿਉਂ ਕਹਿ ਰਿਹਾ ਕਿ ਮੈਂ ਕਿਸਾਨਾਂ ਦਾ ਰੱਖ ਹੈ? ਝੂਠ ਬੋਲੇ। ਕੋਰਟ ਮਾਨਤਾ ਵੀ ਜਦੇ ਉਹਦੀ ਮਿਲੂ ਕਿ ਕਿਸਾਨਾਂ ਨੂੰ। ਉਹ ਮੈਂ ਇੱਕ ਦੱਸਾਂ, ਜੇ ਡਿਸਮਿਸ ਕਰਨਾ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਗਰਾ ਚਾਹੀਦਾ ਹੈ। ਅਸਤੀਫਾ ਦੇਣਾ ਅਸੀਂ ਦਿੱਤਾ ਹੈ, ਅਸੀਂ ਕਿਤੇ ਕਿਹਾ ਨਹੀਂ, ਅਸੀਂ ਜਦੋਂ ਕੀਤਾ ਅਸਤੀਫਾ ਦੇ ਕੇ ਦਿੱਤੇ ਆ। ਅਸੀਂ NDA ਤੋਂ ਤੋੜਿਆ, ਨਾਤਾ ਤੋੜਿਆ, ਜੋ 30 ਸਾਲ ਪੁਰਾਣਾ ਨਾਤਾ ਤੋੜਿਆ। ਉਹਨੂੰ ਪਤਾ ਹੈ, ਕਿਉਂਕਿ ਉੱਤੇ ਸੈਂਟਰ ਨਾਲ ਰਲੇ ਹੈ ਕੈਪਟਨ ਸਾਹਿਬ, ਤੇ ਹੁਣ BJP ਸਰਕਾਰ ਇਕੱਠੇ ਹੋ ਗਏ ਇਸ ਫੈਸਲੇ ਤੇ।
ਤੋ ਇਸ ਕਰਕੇ ਹੁਣ ਕੋਈ ਮਰਜ਼ੀ ਕਹੇ ਜੇ ਮੈਨੂੰ ਕੋਈ ਕਰ ਦੂਗਾ, ਮੈਨੂੰ ਕੋਈ ਅਸਤੀਫਾ ਦੇ, ਮੈਨੂੰ ਕਹਿ ਦੂਗਾ ਮੈਂ ਅਸਤੀਫਾ ਦੇ ਦੂੰਗਾ। ਜੇ ਅਸਤੀਫਾ ਹੈ ਪ੍ਰੋਟੈਸਟ ਦੇ ਅੰਦਰ, ਜੇ ਦਿਲ ਹੈ ਤੇ ਹੁਣ ਦੇ ਕੇ ਦਿਓ। ਰੋਕਿਆ ਕਿਸੇ ਨੇ, ਰੋਕਿਆ ਉਹਨਾਂ ਨੂੰ? ਨਹੀਂ, ਡਿਜ਼ੋਲਵ ਦਾ ਇਹਦਾ ਕੋਈ ਹੱਲ ਨਹੀਂ ਹੁੰਦਾ। ਦੈਟਸ ਨਾਟ ਅ ਸੋਲੂਸ਼ਨ। ਤੁਹਾਡਾ ਕੁਐਸਚਨ ਸੀ ਵਾਟ ਇਜ਼ ਦ ਸੋਲੂਸ਼ਨ, ਬੈਟਰ ਆਲਟਰਨੇਟਿਵ, ਵੈਰੀ ਇੰਪੋਰਟੈਂਟ ਕੁਐਸਚਨ। ਅਸਲੀ ਇਹਦਾ ਇਲਾਜ ਇੱਕੋ ਇੱਕ ਹੈ। ਮੈਂ ਤੁਹਾਨੂੰ ਅੱਜ ਜੋ ਇਲਾਜ ਤੁਸੀਂ ਸਾਰੇ ਬੜੇ ਆਪਣੇ ਰਿਸਰਚ ਵੀ ਕਰਦੇ ਹੋ, ਆ ਐਕਟ ਬਣਾਇਆ ਆਪਾਂ, ਸਟੇਟ ਗਵਰਨਮੈਂਟ ਉਹ ਐਕਟ ਬਣਾ ਸਕਦੀ ਹੈ ਜਿਹੜੀ ਸਾਡੀ ਪਾਵਰ ਦੇ ਥੱਲੇ ਹੈ, ਜਿਹੜੇ ਸਾਡੇ ਕੋਲ ਰਾਈਟ ਹੈ। ਐਗਰੀਕਲਚਰ ਸਟੇਟ ਸਬਜੈਕਟ ਹੈ। ਐਗਰੀਕਲਚਰ ਸਟੇਟ ਸਬਜੈਕਟ ਹੋਣ ਦੇ ਨਾਤੇ ਆਪਾਂ ਆ ਐਕਟ ਇੱਕ ਬਣਾ ਸਕਦੇ ਹਾਂ। ਇਹਨਾਂ ਨੇ ਜਿਹੜੇ ਸੈਂਟਰ ਨੇ ਕੀਤਾ, ਇਹਨਾਂ ਟ੍ਰੇਡ ਇਨ ਐਗਰੀਕਲਚਰ ਕੀ ਟ੍ਰੇਡਿੰਗ 'ਚ ਕੀਤਾ, ਜਿਹੜਾ ਕਨਕਰੈਂਟ ਵਿੱਚ ਟ੍ਰੇਡਿੰਗ 'ਚ ਜਿਹੜਾ ਇਹਨਾਂ ਨੇ ਯੂਜ਼ ਕੀਤਾ, ਟ੍ਰੇਡਿੰਗ 'ਚ ਕੀਤਾ। ਸੋ ਜਿਹੜਾ ਬੈਸਟ ਹੈ, ਜਿਵੇਂ ਪਹਿਲੇ ਆਪਾਂ APMC ਐਕਟ ਬਣਾਇਆ ਸੀ ਮੰਡੀਆਂ ਦਾ, ਜਿੱਥੇ ਮੰਡੀ ਨੂੰ ਆਪਾਂ ਯਾਰਡ ਡਿਕਲੇਅਰ ਕੀਤਾ ਸੀ, ਆਪਾਂ ਨੂੰ ਉਹ ਯਾਰਡ ਦੀ ਡੈਫੀਨੇਸ਼ਨ ਪੂਰਾ ਸਟੇਟ ਨੂੰ ਇੱਕ ਯਾਰਡ ਡਿਕਲੇਅਰ ਕਰ ਦਿਓ। ਉਹ ਸਾਡੀ ਆਪਣਾ ਰਾਈਟ ਹੈ। ਜੋ ਅਸੀਂ ਕਿਹਾ ਸੀ 1 ਮਿੰਟ ਦਾ ਕੰਮ ਹੈ, ਤੇ ਉਹ ਲਾਗੂ ਵੀ ਹੋਣਾ ਸੀ ਤੇ ਸੈਂਟਰ ਦੇ ਐਕਟ ਰਿਜੈਕਟ ਵੀ ਹੋ ਜਾਣੇ ਸੀ, ਪਰ ਕਿਉਂਕਿ ਮਨਸ਼ਾ ਨਹੀਂ ਸੀ। ਕੈਪਟਨ ਤਾਂ ਪਹਿਲੇ ਹੀ ਚਾਹੁੰਦਾ ਕਾਰਪੋਰੇਟ ਆਏ। ਜਦੋਂ ਪਹਿਲੀ ਵਾਰ ਮੁੱਖ ਮੰਤਰੀ ਸੀ ਉਦੋਂ ਵੀ ਉਹਨੇ ਅਮੈਂਡਮੈਂਟ 2005 ਵਿੱਚ ਵੀ ਪ੍ਰਾਈਵੇਟ ਮੰਡੀਆਂ ਲਿਆਉਣ ਦੀ ਸਭ ਤੋਂ ਪਹਿਲੇ ਪੰਜਾਬ 'ਚ ਪ੍ਰੋਵੀਜ਼ਨ ਕੀਤੀ, ਕੈਪਟਨ ਸਾਹਿਬ ਨੇ ਕੀਤੀ। 2017 'ਚ ਜਿਹੜਾ ਇਹਨੇ ਐਕਟ ਕੀਤਾ ਹੈ ਉਹ ਸੇਮ ਹੈ ਐਜ਼ ਜਿਹੜਾ ਹੈਗਾ ਆਪਣੇ ਜਿਹੜਾ ਤਿੰਨੇ ਐਕਟ ਸਰਕਾਰ ਦੇ ਸੈਂਟਰ ਦੇ ਆ। ਜਿਹੜੀ ਵੱਡੀ ਗੱਲ ਹੈ, ਤੁਸੀਂ ਦੇਖੋ ਨਵੇਂ ਐਕਟ 'ਚ ਕਿਹਾ ਕਿ ਇਸ ਤਰੀਕ ਤੋਂ, ਜਿਹੜੇ ਪਿਛਲੀ ਤਰੀਕ ਹੈ ਥੋੜੀ 2-3 ਮਹੀਨੇ ਦੀ ਤਰੀਕ, ਉਸ ਤੋਂ ਪਹਿਲੇ ਜਿੰਨੀਆਂ ਵੀ ਅਮੈਂਡਮੈਂਟ ਹੈ ਸਾਰੀਆਂ ਰੱਖ ਲਈਆਂ। ਇਹਦਾ ਮਤਲਬ ਉਹਨੇ ਆਪਣਾ 2017 ਦਾ ਜਿਹੜਾ ਸੇਮ ਪ੍ਰਾਈਵੇਟ ਮੰਡੀਆਂ ਵਾਲਾ ਰੱਖਿਆ। ਜਿਹੜੀ ਵੱਡੀ ਗੱਲ ਮੈਂ ਸਵਾਲ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਨੂੰ, ਕੈਪਟਨ ਸਾਹਿਬ ਨੇ ਸ਼ੁਰੂ ਕੀਤੀ ਕਿ ਸਾਡੇ ਤੇ ਫੈਡਰਲ ਸਟਰਕਚਰ ਤੇ ਹਮਲਾ ਹੈ। ਕੈਪਟਨ ਸਾਹਿਬ ਕਹਿੰਦੇ ਸੀ ਫੈਡਰਲ ਸਟਰਕਚਰ ਤੇ ਹਮਲਾ ਹੈ। ਕੈਪਟਨ ਸਾਹਿਬ ਮੈਨੂੰ ਪੁੱਛਣਾ ਚਾਹੁੰਦਾ, ਤੁਸੀਂ ਅੱਜ ਐਕਟ ਨੂੰ ਰੱਦ ਨਹੀਂ ਕੀਤਾ, ਤੁਸੀਂ ਐਕਟ ਵਿੱਚ ਅਮੈਂਡਮੈਂਟ ਲਿਆਂਦੀਆਂ, ਮਤਲਬ ਤੁਸੀਂ ਐਕਸੈਪਟ ਕਰ ਲਿਆ ਕਿ ਸੈਂਟਰ ਕੋਲੇ ਰਾਈਟ ਹੈ ਉਹ ਐਕਟ ਬਣਾਉਣ ਦਾ। ਜੇ ਤੁਸੀਂ ਐਕਸੈਪਟ ਕਰ ਲਿਆ ਤਾਂ ਮਤਲਬ ਤੁਸੀਂ ਜੇ ਕਹਿੰਦੇ ਸੀ ਫੈਡਰਲ ਸਟਰਕਚਰ ਤੇ ਹਮਲਾ ਹੈ, ਹੁਣ ਕਿਉਂ ਤੁਸੀਂ ਚੁੱਪ ਹੋ? ਹੁਣ ਇਹਨੇ ਕਹਿਤਾ ਕਿ ਆਪਣੇ ਇਹਦੇ ਵਿੱਚ ਅਮੈਂਡਮੈਂਟ ਕੰਟਰਡਿਕਟਰੀ। ਦੇਖੋ ਇਹਨਾਂ ਨੇ ਕਿਹਾ ਕਿ ਟ੍ਰੇਡ ਏਰੀਆ ਜਿਹੜਾ ਐਕਟ ਦੇ ਵਿੱਚ ਹੈ ਉਹਦੇ 'ਚ ਅਸੀਂ APMC ਐਕਟ ਟੈਕਸ ਲਾ ਸਕਦੇ ਹਾਂ। ਇਹਦਾ ਮਤਲਬ ਤੁਸੀਂ ਐਕਸੈਪਟ ਕਰ ਲਿਆ ਕਿ ਸੈਂਟਰ ਨੇ ਟ੍ਰੇਡ ਏਰੀਆ ਬਣਾਇਆ, ਉਹਦੇ 'ਚ ਤੁਸੀਂ ਟੈਕਸ ਲਾਵਾਂਗੇ। ਤੁਸੀਂ ਨਾਲੇ ਐਕਸੈਪਟ ਕਰ ਲਿਆ ਸਾਰਾ ਐਕਟ। ਆਹ ਤਾਂ ਇੱਕ ਵੱਡਾ ਫਰਾਡ ਹੈ। ਮੈਂ ਕਿਸਾਨ ਜਥੇਬੰਦੀਆਂ ਨੂੰ, ਸਾਰੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ, ਅੱਜ ਸਵਾਲ ਪੁੱਛਣ ਦੀ ਲੋੜ ਹੈ ਕਿ ਐਡਾ ਵੱਡਾ ਧੋਖਾ। ਕਿਆ ਕੁਛ ਉੱਥੇ ਅਸੈਂਬਲੀ 'ਚ ਕਹਿ ਦਿੱਤਾ ਕਿ ਸਾਰੀ ਕਿਸਾਨ ਜਥੇਬੰਦੀਆਂ ਨਾਲ ਸਾਡੀ ਗੱਲ ਹੋ ਗਈ ਹੈ, ਅਪਰੂਵ ਕਰ ਗਿਆ, ਐਂਡ ਉੱਥੇ ਪਾਸ ਕਰਾਤਾ, ਸਾਰਿਆਂ ਨੇ ਸਪੋਰਟ ਕਰਤੀ। ਕਿਆ ਰੈਜ਼ੋਲੂਸ਼ਨ ਹੋਰ ਦਿੱਤਾ ਤੇ ਅੰਦਰ ਕੋਈ ਹੋਰ ਪਾਇਆ? वीर जी मेरा सवाल है थोड़ा सिंपल, अगर किसी यार्ड बना दो गवर्नमेंट के तो इतना इंफ्रास्ट्रक्चर है कि वो पूरे पंजाब की, क्योंकि मेन लड़ाई है इतने मंडी बोर्ड की फीस ਨੂੰ ਸਿਕਿਉਰ ਕਰਨਾ कि ਤੁਸੀਂ पूरे पंजाब ਨੂੰ यार्ड बना करके उस फीस ਨੂੰ ਸਿਕਿਉਰ कर सकते हो? 100% ਆ ਸਟੇਟ ਦਾ ਰਾਈਟ ਹੈ। 1961 ਤੋਂ ਐਕਟ ਬਣਿਆ, 1961 ਤੋਂ ਅੱਜ ਤੱਕ ਆ ਐਕਟ ਕਾਨੂੰਨ ਲਾਗੂ ਹੈ, ਅੱਜ ਤੱਕ ਲਾਗੂ ਹੈ। ਸਾਰਾ ਮੰਡੀ ਡਿਕਲੇਅਰ ਕਰੋ ਪੰਜਾਬ ਨੂੰ। ਇਟ ਇਜ਼ ਸਾਰਾ ਦਿਨ ਜਗ੍ਹਾ ਨਹੀਂ ਬਚਦੀ। ਤੁਸੀਂ ਜਦੋਂ ਜਿਹੜਾ ਟ੍ਰੇਡ ਏਰੀਆ ਹੈ ਉਹਨੂੰ ਤੁਸੀਂ ਸਾਰੇ ਨੂੰ ਐਜ਼ ਵਨ ਯਾਰਡ ਡਿਕਲੇਅਰ ਕਰਤਾ, ਟ੍ਰੇਡ ਏਰੀਆ ਹੈ ਹੀ ਨਹੀਂ ਦੂਜਾ। ਨਹੀਂ, ਹੁਣ ਵੀ ਕਿਤੇ ਮਰਜ਼ੀ ਵੇਚ ਸਕਦਾ। ਨਹੀਂ ਮੈਂ ਯਾਰ 1 ਮਿੰਟ ਜਵਾਬ ਮੈਨੂੰ ਦੇਣ ਦਿਓ ਯਾਰ, ਜਵਾਬ ਮੈਂ ਦੇਣਾ ਖਲੇ ਮੈਨੂੰ। 100% ਕਿਉਂਕਿ ਸਟਾਰੀ ਸਟੇਟ ਇੱਕ ਹੈ। ਜੋ ਮੰਡੀ, ਇਹਦਾ ਮਤਲਬ ਕੀ ਹੈ, ਭਾਵੇਂ ਆਪਣੇ ਪਿੰਡ 'ਚ ਬੈਠੇ, ਭਾਵੇਂ ਮੰਡੀ ਜਾ ਕੇ ਵੇਚੇ। ਜਿਵੇਂ ਹੁਣ ਪਿੰਡ 'ਚ ਵੇਚਣ ਦੀ ਲੋੜ ਨਹੀਂ। ਪੰਜਾਬ ਸਰਕਾਰ ਨੇ, ਬਾਦਲ ਸਾਹਿਬ ਨੇ ਇੰਨਾ ਕੰਮ ਕੀਤਾ ਹੈ, ਹਰ 6 ਪਿੰਡਾਂ ਮਾ ਤਾਂ ਮੰਡੀ ਬਣਾਤੀ ਹੈ। 3 ਕਿਲੋਮੀਟਰ 4 ਕਿਲੋਮੀਟਰ ਮੰਡੀ ਹੈ। ਹੁਣ ਸਾਡਾ ਮਕਸਦ ਕੀ ਹੈ ਕਿ ਜਦੋਂ ਸਾਰਾ ਯਾਰਡ ਡਿਕਲੇਅਰ ਕਰਤਾ
ਜਿਹੜਾ ਸੈਂਟਰ ਦੀ ਚਾਲ ਹੈ ਕਿ ਟ੍ਰੇਡ ਏਰੀਆ ਕੱਢ ਦੋ, ਟ੍ਰੇਡ ਏਰੀਆ ਬਚਣਾ ਹੀ ਨਹੀਂ। ਇੱਕ ਮਿੰਟ ਯਾਰ ਇਹਦੇ ਨਾਲ ਹੀ ਜੁੜਿਆ ਸਵਾਲ ਹੈ ਕਿ ਤੁਸੀਂ 4000 ਕਰੋੜ ਦੀ ਮੰਡੀ ਫੀਸ ਦੀ ਗੱਲ ਕਰਦੇ, ਲੇਕਿਨ 35000 ਕਰੋੜ ਦੇ ਕਰੀਬ ਝੋਨੇ ਦੀ ਖਰੀਦ ਲਈ ਸੀਸੀ ਲਿਮਟ ਸੈਂਟਰ ਤੋਂ ਆਉਂਦੀ ਹੈ। 25000 ਕਰੋੜ ਦੀ ਜਿਹੜੀ ਲਿਮਟ ਹੈ ਉਹ ਕਣਕ ਵਾਸਤੇ ਆਉਂਦੀ ਹਾਂਜੀ। ਹੈ। ਟੋਟਲ 60000 ਕਰੋੜ ਬਣਦਾ। ਹੂੰ। ਮੈਂ ਕੈਪਟਨ ਸਾਹਿਬ ਨੂੰ ਵੀ ਇਹੀ ਸਵਾਲ ਪੁੱਛਿਆ ਸੀ ਜਿਸ ਦਿਨ ਗਵਰਨਰ ਨੂੰ ਮਿਲ ਕੇ ਆਏ ਆ ਕਿ ਇੰਨਾ ਪੈਸਾ ਸਟੇਟ ਦੇ ਕੋਲ ਕਿੱਥੋਂ ਆਊਗਾ ਕਿ ਉਹ ਖੁਦ ਖਰੀਦ ਸਾਰੀ ਕਰਕੇ, ਇੱਕ ਮਿੰਟ ਹਾਂ। ਸਾਹਿਬ, ਖੁਦ ਸਾਰੀ ਖਰੀਦ ਕਰਕੇ ਤੇ ਅੱਗੇ ਵਪਾਰ ਦਾ ਕੰਮ ਕਰੇਗੀ ਜਾਂ ਜਾੜ ਤੋਂ ਬਾਅਦ ਇੱਕ ਮੈਂ possible ਹੈ? ਯੈਸ ਮੈਂ ਤੁਹਾਨੂੰ ਜਵਾਬ ਦਿੰਦਾ। Second, sir, ਨਹੀਂ ਪਹਿਲੇ ਇਹਦਾ ਜਵਾਬ ਦੇਣਾ। ਤੁਹਾਡੀ ਸਰਕਾਰ ਫਰਜ਼ ਕਰ ਲਓ ਆਉਂਦੀ ਆ ਨੈਕਸਟ ਈਅਰ, ਤੇ ਕੀ ਇਹ ਤੁਸੀਂ ਕਰ ਪਾਓਗੇ? ਮੈਂ ਤੁਹਾਨੂੰ ਇਹਦਾ ਆਨਸਰ ਦੇਵਾਂ। ਅਸੀਂ ਵੀ ਆਰ ਪਾਰਟ ਆਫ ਇੰਡੀਆ। ਤੁਸੀਂ ਤਾਂ ਐਂ ਗੱਲ ਕਰ ਰਹੇ ਹੋ ਕਿ ਆਹ ਦੇਸ਼ ਹੀ ਅਲੱਗ ਹੋ ਗਿਆ। ਸਾਡੇ ਸੂਬੇ ਤੋਂ ਜਿਹੜੇ ਟੈਕਸਿਸ ਸੈਂਟਰ ਜਾਂਦੇ ਹੈ, ਸਾਰਾ ਜਾਂਦੇ ਤਾਂ ਹਰ ਸਟੇਟ 'ਚੋਂ ਜਾਂਦੇ ਹੈ। ਕਈ ਰਿਸਪੌਂਸਿਬਿਲਟੀਆਂ ਉਹਨਾਂ ਦੀਆਂ, ਕੋਈ ਰਿਸਪੌਂਸਿਬਿਲਟੀਆਂ ਸਾਡੀਆਂ। ਸਾਡਾ ਜਿਹੜਾ ਟੈਕਸ ਜਾਂਦਾ ਹੈ, ਜਿਹੜੇ ਇਨਕਮ ਟੈਕਸ ਜਾਂਦਾ, GST ਜਾਂਦਾ ਹੈ, ਉਹ ਵੀ ਜਾਂਦਾ ਹੈ। ਸੋ ਇਹਦਾ ਮਤਲਬ ਨਹੀਂ ਆਹ ਪੈਸਾ ਅਸੀਂ ਕਰਜ਼ੇ ਤੇ ਲੈਂਦੇ ਹਾਂ, ਅਸੀਂ ਕਰਜ਼ੇ ਤੇ ਲੈਂਦੇ ਹਾਂ, ਅਸੀਂ ਕੋਈ ਮੁਫਤ ਨਹੀਂ ਲੈਂਦੇ, ਅਸੀਂ ਵਿਆਜ ਪੇ ਕਰਦੇ ਹਾਂ। ਆਹ ਤਾਂ ਬੈਂਕਾਂ ਤੋਂ ਆਉਂਦਾ, ਅਸੀਂ ਉਹਨਾਂ ਵਾਸਤੇ ਖਰੀਦਦੇ ਹਾਂ। ਜਿਹੜਾ ਅੱਜ ਕਣਕ ਤੇ ਝੋਨਾ, ਆਟਾ ਤੇ ਚੌਲ ਆਪਣੇ ਤਾਮਿਲਨਾਡੂ ਵਾਲੇ ਜਾਂ ਹੋਰ ਕਿਤੇ PDS ਜਾਂਦਾ ਹੈ, ਇੱਥੋਂ ਹੀ ਜਾਂਦਾ ਹੈ। ਆਪਾਂ ਸਵਾਲ ਉਹ ਨਹੀਂ ਹੈ ਕਿ ਇਹਦੇ ਮਤਲਬ ਕਿ ਉਹ ਹੁਣ ਆਪਾਂ ਸਾਰਾ ਖਰੀਦਾਂਗੇ, ਉਹਨੇ ਛੱਡ ਦੇਣਾ ਹੈ। ਉਹ ਰਾਈਟਸ ਤਾਂ ਆਪਣੇ ਰਾਈਟਸ ਹੈ। ਸੁਖਬੀਰ ਜੀ, ਤੁਹਾਡੇ ਮੁਤਾਬਕ ਅਚਾਨਕ ਮੋਦੀ ਸਾਹਿਬ ਔਰ ਕੈਪਟਨ ਸਾਹਿਬ ਦਾ ਜਿਹੜਾ ਪਿਆਰ ਜਾਂ ਫਰੈਂਡਲੀ ਮੈਚ ਕਿਤੇ ਵਜ੍ਹਾ ਕੀ ਹੈ? ਕੈਪਟਨ ਨੇ ਆਪਣੀਆਂ ਕਈ ਚੀਜ਼ਾਂ ਤੋਂ ਬਚਾਅ ਕਰਨਾ ਹੈ ਤੇ ਮੋਦੀ ਸਾਹਿਬ ਨੇ ਕਹਿੰਦੇ ਕਿ ਦੋਨਾਂ ਮਿਲ ਕੇ ਮਿਊਚੁਅਲ ਇੰਟਰਸਟ ਹੈ। ਉਹ ਚੀਜ਼ਾਂ ਕਿਹੜੀਆਂ ਦੀ ਇੱਕ ਮਿੰਟ ਚੀਜ਼ਾਂ ਕਿਹੜੀਆਂ ਦੇ ਤੋਂ ਬਚਾ ਜਾ ਯਾਰ ਆਪਾਂ ਡਾਇਰੈਕਸ਼ਨ ਨਾ ਚੇਂਜ ਕਰੀਏ। ਹਾਂਜੀ okay, state has right to amend bills, that's not a thing, but will the bid and the कोई चीज च तुसी amendment पा दोगे, पर if the president of India has already passed a bill, give me one example where state has put an amendment। पर जिथे ਤੁਹਾਨੂੰ ਪਤਾ ਹੈ ਕਿ ਸੈਂਟਰ ਸਰਕਾਰ ਨੇ ਰਿਜੈਕਟ ਕਰਤਾ, ਜੇ ਕਰਤਾ ਹੈ ਤੁਸੀਂ ਆਪਣੇ ਆਪ ਨੂੰ ਆਪ ਕਹਿੰਦੇ ਹੋ। ਫਿਰ ਕੈਪਟਨ ਅਮਰਿੰਦਰ ਸਿੰਘ ਜੇ ਕਹਿੰਦਾ ਕਿ ਸਟੇਟ ਹੈਜ਼ ਰਾਈਟ, ਫਿਰ ਫਲੋਰ ਆਫ ਦੇ ਹਾਊਸ ਕਿਉਂ ਕਿਹਾ ਕਿ ਆ ਬਿੱਲ ਦੇ ਵਿੱਚ ਕੁਝ ਨਹੀਂ ਹੋਣਾ ਤੇ ਇਹਦੇ ਦਸਤਖਤ ਨਹੀਂ ਹੋਣੇ? ਕਿਉਂ ਕਿਹਾ? ਫਿਰ ਜੇ ਉਹਨੇ ਖੜਕਲ ਕਲਾ ਕਿਉਂ ਕਿਹਾ ਕਿ ਇਹਦਾ ਤਾਂ ਉੱਥੇ ਸੈਂਟਰ ਚਲੇ ਜਾਣਾ, ਮੋਦੀ ਸਾਹਿਬ ਕੋਲ ਚੱਲ ਜਾਣਾ, ਮੇਰਾ ਕੋਈ ਇਹਦੇ 'ਚ ਕੋਈ ਰਾਈਟ ਨਹੀਂ? ਫਿਰ ਕਿਉਂ ਕਿਹਾ? ਮੈਂ ਆਈ ਕਹਿ ਰਿਹਾ ਬੜਾ ਸੀਰੀਅਸ ਮੈਟਰ ਹੈ। ਅੱਜ ਸਾਡੇ ਨਾਲ ਹੋਈ ਹੈ, ਕੱਲ ਕਿਸੇ ਚੀਜ਼ ਤੇ ਦੂਜੀਆਂ ਸੂਬਿਆਂ ਨਾਲ ਵੀ ਹੋ ਸਕਦੀ ਹੈ। ਅੱਜ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਸੈਂਟਰ, ਕੱਲ ਕਿਸੇ ਹੋਰ ਕਿਸ਼ੂ ਤੇ ਕਿਸੇ ਕਰ ਸਕਦੀ ਹੈ। ਸਾਰੀਆਂ ਪਾਣੀਆਂ ਨਾਲ ਧੱਕਾ ਹੋਇਆ, ਸਾਰੀਆਂ ਸਟੇਟਾਂ ਦੇ ਰੀਜਨਲ ਲੀਡਰਸ਼ਿਪ ਨੂੰ ਤਕੜੇ ਹੋ ਕੇ ਇਕੱਠੇ ਹੋ ਕੇ ਆ ਲੜਾਈ ਲੜਨੀ ਚਾਹੀਦੀ ਹੈ। ਮੋਰ ਪਾਵਰਸ ਟੂ ਦ ਸਟੇਟਸ, ਐਂਡ ਜਿਹੜੇ ਆਪਣੇ ਰਾਈਟਸ ਹੈ ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਹੈ। ਹੌਲੀ ਹੌਲੀ ਦੇਖੋ ਜਿਵੇਂ ਚੰਡੀਗੜ੍ਹ ਵਿੱਚ ਆਪਣੀਆਂ ਕਿੰਨੀਆਂ ਪੋਸਟਾਂ ਸੀ, ਹੌਲੀ ਹੌਲੀ ਸੈਂਟਰ ਨੇ ਸਾਰੀਆਂ ਲੈ ਕੇ ਆਪਣੇ ਕਬਜ਼ੇ 'ਚ ਕਰ ਲਈਆਂ, ਹੌਲੀ ਹੌਲੀ ਕ੍ਰੀਪਿੰਗਲੀ ਲੈ ਰਹੇ ਹੈ। ਹੁਣ ਉਹਨਾਂ ਨੂੰ ਕੀ ਲੋੜ ਹੈ? ਸਾਡਾ APMC ਐਕਟ ਸਭ ਤੋਂ ਵਧੀਆ, ਮੈਂ ਪਾਰਲੀਮੈਂਟ 'ਚ ਕਿਹਾ ਸੀ, ਸਾਥੋਂ ਵਧੀਆ APMC ਐਕਟ ਹਿੰਦੁਸਤਾਨ 'ਚ ਨਹੀਂ। ਮੈਂ ਕਿਹਾ ਪ੍ਰਧਾਨ ਮੰਤਰੀ ਜੀ ਨੂੰ ਆਹ ਐਕਟ ਬਣਾਉਣ ਦੀ ਲੋੜ ਹੀ ਨਹੀਂ, ਸਾਡੇ ਪੰਜਾਬ ਦਾ ਐਕਟ ਚੱਕ ਲੈਣ ਤੇ ਸਾਰੇ ਹਿੰਦੁਸਤਾਨ 'ਚ ਲਾਗੂ ਕਰ ਦੇਣ। ਉਹ ਹਲੇ ਉਹ ਮੇਰਾ ਮਤਲਬ ਹੈ ਲੈਟ ਅਸ ਸਟਿਕ ਟੂ ਦਿਸ ਕਿ ਫੈਡਰਲ ਸਟਰਕਚਰ, ਕਿਉਂਕਿ ਜਿਹੜਾ ਮੈਂ ਇਸ ਕਾਰਨ ਕਹਿਣਾ ਕਿ ਜਿਹੜਾ ਵੱਡਾ ਨੁਕਸਾਨ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਐਕਸੈਪਟ ਕਰ ਲਿਆ ਆ ਬਿੱਲ, ਆ ਤਿੰਨੇ ਐਕਟ, ਐਂਡ ਉਹ ਫੈਡਰਲ ਸਟਰਕਚਰ ਤੇ ਸਭ ਤੋਂ ਵੱਡਾ ਵਾਰ ਉਹਨੇ ਆਪ ਹੀ ਐਕਸੈਪਟ ਕਰ ਲਿਆ। ਯਾਰ ਆ ਡਰਾਮਾ ਤਾਂ ਅਸੈਂਬਲੀ 'ਚ ਵੀ ਕੀਤਾ ਸੀ। ਨਹੀਂ ਵੀ ਵਿਲ ਸਾਈਨ ਵੀ ਕਰਦੇ
ਇੱਕ ਮਿੰਟ, ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਦੱਸਾਂ, ਇੱਕ ਹੋਰ ਵੀ ਦੱਸਣਾ ਚਾਹਣਾ। ਆ ਜਿਹੜਾ ਬਿੱਲ ਬਣਾਇਆ ਹੈ, ਜੇ ਬਾਈ ਚਾਂਸ ਮੋਦੀ ਸਾਹਿਬ ਹੀ ਸਾਈਨ ਕਰ ਦੇਣ ਫੋਰ ਐਗਜ਼ਾਮਪਲ, ਮੈਨੂੰ ਇੱਕ ਗੱਲ ਦੱਸ ਦਿਓ ਕੀ ਮਿਲਦਾ ਹੈ ਇਹਦੇ 'ਚ? ਨਾ MSP ਦੀ ਇੰਸ਼ੋਰੈਂਸ ਲਿਖੀ ਹੈ, ਨਾ MSP ਦੇ ਹਰ ਸਾਲ MSP ਦਿੱਤੀ ਜਾਊਗੀ। ਐਕਚੁਅਲੀ ਜਿਹੜਾ ਕੈਪਟਨ ਦਾ ਬਿੱਲ ਹੀ ਦੇਖ ਲਈਏ, ਉਹਦੇ 'ਚ ਲਿਖਿਆ ਨਹੀਂ ਹੈ ਕਿ MSP ਹਰ ਸਾਲ ਦਿੱਤੀ ਜਾਊਗੀ। MSP ਦੇ ਖਰੀਦ ਗਰੰਟੀ ਕੀਤੀ ਜਾਊਗੀ। ਜੇ ਕੋਈ MSP ਤੋਂ ਘੱਟ ਖਰੀਦੂਗਾ ਕਹਿੰਦਾ 3 ਸਾਲ ਦੀ ਸਜ਼ਾ ਹੈ, ਤੇ ਫਿਰ ਜੇ ਨਾ ਕੋਈ ਆਇਆ ਤੇ ਫਿਰ ਉਹਨੇ ਨਹੀਂ ਕਿਹਾ ਕਿ ਅਸੀਂ ਖਰੀਦਾਂਗੇ। ਸੋ ਜਿਹੜੇ ਇਸ ਐਕਟ 'ਚ ਕੋਈ ਪ੍ਰੋਟੈਕਸ਼ਨ ਨਹੀਂ ਫਾਰਮਰ ਦੀ। ਜੋ ਕਿਸਾਨ ਜਥੇਬੰਦੀਆਂ ਤੋਂ ਜੋ ਕਿਸਾਨ ਮੰਗ ਰਹੇ ਸੀ, ਪੰਜਾਬ ਦੇ ਕਿਸਾਨਾਂ ਦੀ ਭਾਵਨਾ ਸੀ, ਇੱਕ ਚੀਜ਼ ਨਹੀਂ ਲਾਗੂ ਕੀਤੀ, ਇੱਕ ਚੀਜ਼ ਨਹੀਂ। the party will take a stand after this, after discovering this big fraud. Our party will discuss and see what we have to take next step. ਅਸੈਂਬਲੀ ਸੈਸ਼ਨ ਦੁਬਾਰਾ ਲਾਉਣ ਦੀ ਮੰਗ ਮੈਂ ਇੱਕ ਹੋਰ ਕਰਨਾ ਚਾਹਣਾ। ਪਹਿਲੀ ਗੱਲ, ਕੈਪਟਨ ਸਾਹਿਬ ਦੀ ਸੋਚ ਬਾਰੇ ਤੇ ਉਹਨਾਂ ਦੀ ਠੱਗੀ ਬਾਰੇ। ਇੱਕ ਸੈਸ਼ਨ ਤੁਹਾਨੂੰ ਯਾਦ ਹੈ, 1.5 ਮਹੀਨਾ 2 ਮਹੀਨੇ ਪਹਿਲੇ ਬੁਲਾਇਆ ਸੀ। ਉਹਦੇ 'ਚ ਕੀ ਰੈਜ਼ੋਲੂਸ਼ਨ ਪਾਸ ਕੀਤਾ ਸੀ ਕਿ ਸਾਰਾ ਐਕਟ ਤਿੰਨੇ ਰੱਦ ਕੀਤਾ ਹੈ? ਉਹ ਭੇਜੇ ਹੀ ਨਹੀਂ ਹਲੇ ਤੱਕ ਸੈਂਟਰ ਸਰਕਾਰ ਨੂੰ। ਸਿੰਸੇਰਿਟੀ, ਐਕਟ ਪਾਸ ਵੀ ਹੋ ਗਿਆ, ਕੈਪਟਨ ਨੇ ਨਹੀਂ ਭੇਜੇ ਤੇ ਰੈਜ਼ੋਲੂਸ਼ਨ। ਇਹਦਾ ਮਤਲਬ ਕੀ ਹੈ? ਉਹਦੇ ਦਿਲ 'ਚ ਖੋਟ ਹੈ, ਕਿਉਂਕਿ ਰੀਜ਼ਨ ਹੈ ਕਿ ਕੈਪਟਨ ਦੀ ਸੋਚ ਤੇ ਸੈਂਟਰ ਦੀ ਸੋਚ ਇੱਕੋ ਹੀ ਹੈ। ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ 'ਚ ਵੀ, ਯਾਰ ਮੈਨੂੰ ਆਪਣੇ ਚੋਣ ਮੈਨੀਫੈਸਟੋ 'ਚ ਵੀ ਕੈਪਟਨ ਨੇ ਤੇ ਸੈਂਟਰ ਦੀ ਚੋਣ ਮੈਨੀਫੈਸਟੋ ਨੇ ਇੱਕੋ ਚੀਜ਼ ਲਿਖੀ ਹੈ। ਤਾਈਓ ਉਹਨਾਂ ਦੀ ਸੋਚ ਹੈ ਕਿਵੇਂ ਨਾ ਕਿਵੇਂ ਉਹਦੇ 'ਚੋਂ ਉਹ ਚੀਜ਼ ਪੁਰਾਣੀ ਰੱਖਣਾ ਚਾਹੁੰਦੇ ਆ ਤੇ ਲੋਕਾਂ ਨੂੰ ਫਰਾਡ ਦੇ ਵਿੱਚ ਘੁੰਮਰਾਉਣ ਚਾਹੁੰਦੇ। ਮੈਂ ਤਾਂ ਕਹਿ ਮੈਂ ਉਹੀ ਜਥੇਬੰਦੀਆਂ ਨੂੰ ਅਪੀਲ ਕਰਨਾ ਚਾਹਣਾ ਕਿ ਕੈਪਟਨ ਸਾਹਿਬ ਨੂੰ ਸਵਾਲ ਪੁੱਛਣ ਕਿ ਅਸੀਂ ਉਹਨਾਂ ਨੇ ਕਿਹਾ ਸੀ ਕਿ ਅਸੀਂ APMC ਆਪਣਾ 3 ਐਕਟ ਰੱਦ ਕਰਾਂਗੇ, ਰੱਦ ਹੋਣੇ ਚਾਹੀਦੇ ਆ ਕਿਸਾਨ ਜਥੇਬੰਦੀਆਂ ਨੇ। ਫਿਰ ਕੈਪਟਨ ਸਾਹਿਬ ਨੇ ਉਹਨਾਂ ਨੂੰ ਰੱਦ ਕਿਉਂ ਨਹੀਂ ਕੀਤਾ? ਕਿਉਂ ਉਸ ਐਕਟ ਨੂੰ ਐਕਸੈਪਟ ਕੀਤਾ ਤੇ ਕੱਲੀ ਅਮੈਂਡਮੈਂਟ ਪਾਈ ਹੈ? ਪਹਿਲੀ ਗੱਲ। ਦੂਜੀ ਗੱਲ, ਉਹਨਾਂ ਨੇ ਕਿਹਾ ਸੀ ਜਥੇਬੰਦੀਆਂ ਨੇ ਕਿ ਸਾਡੀ ਸ਼ੋਰ ਕਰੋ, MSP ਤੇ ਖਰੀਦ ਗਰੰਟੀ ਕਰੋ ਐਕਟ ਦੇ ਰਾਹੀਂ। ਇੱਕ ਲਾਈਨ ਨਹੀਂ ਇਸ ਐਕਟ 'ਚ ਲਿਖੀ ਕਿ MSP ਤੇ ਸਾਰੀਆਂ ਫਸਲਾਂ ਖਰੀਦੀਆਂ ਜਾਣਗੀਆਂ ਹਰ ਸਾਲ MSP ਦੇ। ਉਹਨਾਂ ਦੀ ਮੰਗ ਸੀ ਕਿ ਕੋਈ ਵੀ ਫਸਲ 22 ਤੇ 22 ਫਸਲਾਂ MSP ਦੇ ਡਿਕਲੇਅਰ ਹੋਣ ਤੇ ਖਰੀਦੀਆਂ ਜਾਣ। ਇੱਕ ਲਾਈਨ ਨਹੀਂ ਲਿਖੀ। ਵੱਡਾ ਨੁਕਸਾਨ ਇੱਕ ਆ ਕੀਤਾ, ਉਹਨੇ ਕਹਿੰਦਾ 3 ਸਾਲ ਦੀ ਸਜ਼ਾ ਹੋਊਗੀ। ਮਤਲਬ ਕਿ ਜੇ ਤੁਸੀਂ ਫਸਲ ਕੋਈ ਨਹੀਂ ਖਰੀਦੂਗਾ ਕਦਰ ਹੋਊਗੀ। ਇਹਨੇ ਐ ਨਹੀਂ ਕਿਹਾ ਕਿ ਜੇ ਕੋਈ ਨਹੀਂ ਖਰੀਦੂਗਾ ਤੇ ਪੰਜਾਬ ਸਰਕਾਰ MSP ਤੇ ਖਰੀਦੂਗੀ। ਚੌਥੀ ਡਿਮਾਂਡ ਸੀ ਸਾਰੀ ਜਥੇਬੰਦੀਆਂ ਦੀ ਕਿ ਜੋ ਕੈਪਟਨ ਅਮਰਿੰਦਰ ਸਿੰਘ ਦਾ 2017 ਦਾ ਕਾਨੂੰਨ, ਕਾਲਾ ਕਾਨੂੰਨ, ਜੋ ਮੋਦੀ ਸਾਹਿਬ ਦੇ ਕਾਨੂੰਨ ਵਰਗਾ ਹੈ, ਸੇਮ ਹੈ, ਉਹਨੂੰ ਰੱਦ ਕੀਤਾ ਜਾਏ। ਉਹਨੂੰ ਰੱਦ ਵੀ ਨਹੀਂ ਕੀਤਾ, ਉੱਤੇ ਇੱਕ ਐਕਟ ਵਿੱਚ ਪਾਤਾ ਕਿ ਉਹ ਲਾਗੂ ਰਹੂਗਾ। ਸੋ ਮੈਨੂੰ ਇੱਕ ਗੱਲ ਦੱਸ ਦਿਓ ਜਿਹੜੀ ਨਾਲ ਇਸ ਐਕਟ ਨਾਲ ਇੱਕ ਗੱਲ ਦੱਸ ਦਿਓ ਜਿਹੜਾ ਪੰਜਾਬ ਦੇ ਕਿਸਾਨ ਨੂੰ ਫਾਇਦਾ ਹੋਊਗਾ ਤੇ ਮੈਂ ਤੁਹਾਡੇ ਨਾਲ ਉਹਦੇ ਨਾਲ ਡਿਸਕਸ ਕਰ ਸਕਦਾ। ਮੈਂ ਉਹੀ ਕਹਿ ਰਿਹਾ ਨਾ, ਮੈਂ ਤਾਂ ਦੱਸਾਂ ਕੀ ਹੈ, ਮੈਂ ਉਹੀ ਪੁੱਛਣਾ ਚਾਹਣਾ ਹੈ। ਜੇ ਕਿਸਾਨ ਜਥੇਬੰਦੀਆਂ ਨੂੰ ਆਪ ਅੱਧਿਆਂ ਨੂੰ ਪਤਾ ਹੈ, ਮੈਜੋਰਟੀਆਂ ਨੂੰ ਪਤਾ ਹੈ, ਤਾਂ ਹੀ ਉਹਨਾਂ ਨੇ ਉਹ ਕਿਸਾਨ ਔਰ ਅੰਦੋਲਨ ਵਾਪਸ ਨਹੀਂ ਕੀਤਾ। ਬੈਠੇ ਕਿਉਂ ਹੈ? ਕਿਉਂਕਿ ਉਹਨਾਂ ਨੇ ਦਿਲ 'ਚ ਆ ਗਿਆ ਧੋਖਾ ਹੋ ਗਿਆ, ਕਰ ਗਿਆ ਸਾਰੇ। ਸਾਡੀ ਇੱਕੋ ਹੀ ਡਿਮਾਂਡ ਹੈ ਕਿ ਆ ਸੋਲੂਸ਼ਨ ਇੱਕੋ ਇੱਕ ਹੈ, ਪੰਜਾਬ ਨੂੰ ਇੱਕ ਐਕਟ ਬਣਾਇਆ ਜਾਏ। ਜੇ ਨਹੀਂ ਕਰਦੇ 1 ਸਾਲ ਬਾਅਦ ਇਲੈਕਸ਼ਨ ਆ ਜਾਣਾ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਕਿਸਾਨਾਂ ਦੀ ਜਥੇਬੰਦੀ ਹੈ। ਪਹਿਲੀ ਕੈਬਨਿਟ ਮੀਟਿੰਗ 'ਚ ਸਾਰੇ ਪੰਜਾਬ ਨੂੰ ਇੱਕ ਮੰਡੀ ਡਿਕਲੇਅਰ, ਇੱਕ ਯਾਰਡ ਡਿਕਲੇਅਰ ਕਰਕੇ ਆ ਸੈਂਟਰ ਦੇ ਕਾਨੂੰਨ ਰੱਦ ਕਰਾਂਗੇ। ਠੀਕ ਹੈ। सर जिसका मसला है तो सेंटर साहब लगातार जो बिल पास करी है स्टेट ਦੀ ਸਰਵਾਈਵਲ ਔਰ ਜਿਹੜਾ ਖੇਤਰੀ ਪਾਰਟਨਰਾਂ ਦੀ ਸਰਵਾਈਵਲ ਔਖੀ ਹੋ ਜਾਂਦੀ ਹੈ। ਜੰਮੂ ਕਸ਼ਮੀਰ ਦੀ ਜਿਹੜੀ PDP ਔਰ ਨੈਸ਼ਨਲ ਕਾਨਫਰੰਸ ਜਿਹੜੀਆਂ ਦੁਸ਼ਮਣ ਰਹੀਆਂ ਉਹ ਇਕੱਠੇ ਹੋ ਜਾਣ। ਪੰਜਾਬ 'ਚ ਉਮੀਦ ਕੀਤੀ ਜਾ ਸਕਦੀ ਹੈ ਕਿਹਦੇ ਨਾਲ ਇਕੱਠੇ ਹੋਏ? ਜ਼ਿੰਦਗੀ 'ਚ ਕਾਂਗਰਸ ਨਾਲ ਨਹੀਂ ਇਕੱਠੇ ਹੋ ਸਕਦੇ। ਆਪਣਾ ਸੁਖਵੀਰ ਜੀ
ਇਹ ਸੁਖਵੀਰ ਜੀ